ਆਦ ਅਨੰਤ ਅਗਾਧ ਅਦਵੈਖ ਸੁਭੂਤ ਭਵਿਗਤ ਭਵਾਨ ਅਪੈ ਹੈ। ਉਹ ਪਰਮੇਸ਼ਰ ਆਦ ਹੈ ਸਭ ਦਾ, ਸ੍ਰਿਸ਼ਟੀ ਦਾ ਆਦ ਹੈ। ਉਹ ਸ੍ਰਿਸ਼ਟੀ ਦਾ ਆਦ ਹੈ, ਜੋਤ ਦਾ ਆਦ ਨਹੀਂ ਹੈ। ਜੋਤ ਤਾਂ ਪਹਿਲਾਂ ਹੀ ਸੀਗੀ, ਸ੍ਰਿਸ਼ਟੀ ਦਾ ਆਦ ਹੈ। ਅਨੰਤ ਅਨੰਤ ਹੈ, ਉਹਦਾ ਆਪਣਾ ਅੰਤ ਕੋਈ ਨਹੀਂ। ਆਪ ਵੀ ਜੋਤ ਸਰੂਪ ਹੀ ਹੈ, ਅਨੰਤ ਅਗਾਧ ਅਦਵੈਤ। ਅਗਾਧ ਹੈ, ਮਨੁੱਖੀ ਬੁੱਧੀ ਤੋਂ ਪਰੇ ਹੈ। ਮਨੁੱਖੀ ਬੁੱਧੀ ਬੁੱਝ ਲਵੇ, ਉਹਨੂੰ ਆਪਣੇ ਆਪ ਸਮਝ ਲਵੇ, ਕਿਉਂਕਿ ਗਿਆਨ ਇੰਦਰੀਆਂ ਨੇ, ਗਿਆਨ ਇੰਦਰੀਆਂ ਤੋਂ ਪਰੇ ਹੈ। ਇਸ ਕਰਕੇ ਮਨੁੱਖੀ ਬੁੱਧੀ ਦੇ ਪਕੜ ਤੋਂ ਪਰੇ ਹੀ ਹੈ। ਮਨੁੱਖਾਂ ਨੂੰ ਨਹੀਂ ਪਤਾ ਹੁੰਦਾ ਕੀ ਹੈ, ਰਹਿੰਦਾ ਹੀ ਨਹੀਂ ਪਤਾ। ਅਦਵੈਖ, ਉਹਦੇ 'ਚ ਕੋਈ ਦੁਵੇਸ਼ ਨਹੀਂ ਹੈ, ਕਿਸੇ ਨਾਲ ਬੈਰ ਵਿਰੋਧ ਨਹੀਂ ਕਰਦਾ, ਕਿਸੇ ਨਾਲ ਨਫ਼ਰਤ ਨਹੀਂ ਕਰਦਾ। ਸੁਭੂਤ ਭਵਿਗਤ ਭਵਾਨ ਅਪੈ ਹੈ, ਅਪੈ ਰਹਿੰਦਾ ਹਮੇਸ਼ਾ। ਭੂਤ ਵਿੱਚ ਵੀ ਅਪੈ ਸੀ। ਉਹ ਸ੍ਰਿਸ਼ਟੀ ਪੈਦਾ ਹੋਣ ਤੋਂ ਤਾਂ ਪੈਦਾ ਕੀਤੀ ਹੈ, ਉਦੋਂ ਪਹਿਲਾਂ ਵੀ ਅਪੈ ਸੀ। ਪੈਦਾ ਕੀਤੀ ਉਦੋਂ ਵੀ ਅਪੈ ਹੈ, ਹੁਣ ਵੀ ਅਪੈ ਹੈ, ਗਾਹਾਂ ਵੀ ਅਪੈ ਰਹੂਗਾ। ਅਪੈ ਨਹੀਂ ਉਹਨੂੰ ਹੈ, ਅਪੈ ਹੈ, ਤਿੰਨਾਂ ਕਾਲਾਂ 'ਚ ਅਪੈ ਰਹਿੰਦਾ। ਅੰਤ ਵਿਹੀਨ ਅਨਾਤਮ ਆਪ, ਅਦਾਗ ਅਦਾਗ ਅਦੋਗ ਅਛਿਦਰ ਅਛੈ ਹੈ। ਅੰਤ ਵਿਹੀਨ ਹੈ, ਉਹਦਾ ਅੰਤ ਤਾਂ ਹੈ ਉਹ ਨਹੀਂ। ਅਨਾਤਮ ਆਪ, ਆਪ ਅਨਾਤਮ ਹੈ। ਅਨਾਤਮ ਹੈ, ਕੋਈ ਉਹਨੂੰ ਇੱਕ ਤਾਂ ਹੁੰਦਾ ਆਤਮ। ਆਤਮ ਜਦ ਹੈ ਨਾ, ਮਾਇਆ ਦੇ ਵਿੱਚ ਆਤਮ, ਆਤਮ ਦੇ ਵਿੱਚ ਮੈਂ ਮੇਰਾ ਆਤਮ ਦੇ ਵਿੱਚ ਹੈ। ਜਦੋਂ ਮੈਂ ਮੇਰਾ ਨਹੀਂ, ਫਿਰ ਅਨਾਤਮ ਹੈ। ਆਤਮ ਨਹੀਂ ਰਹਿੰਦੀ, ਫਿਰ ਆਤਮਾ ਨਹੀਂ ਰਹਿੰਦੀ। ਕਿਉਂ? ਆਤਮਾ ਔਰ ਪ੍ਰਾਤਮ ਦੋ ਨੇ ਨਾ, ਅੱਧੇ ਅੱਧੇ। ਜੇ ਆਤਮਾ ਤਾਂ ਪ੍ਰਾਤਮ ਵੀ ਹੈ। ਫਿਰ ਦਾਲ ਹੈ, ਫਿਰ ਤਾਂ ਦਾਲ ਨਹੀਂ ਹੈ ਉਹਦੇ ਵਿੱਚ। ਅਨਾਤਮਾ ਮਤਲਬ ਦਾਲ ਦਾ ਅੰਸ਼ ਨਹੀਂ ਹੈ, ਉਹ 'ਚ ਦਾਲ ਨਹੀਂ ਹੈ। ਜੇ ਆਤਮਾ ਹੈ ਤਾਂ ਪ੍ਰਾਤਮ ਵੀ ਹੈ, ਫਿਰ ਤਾਂ ਦਾਲ ਹੈ। ਅਨਾਤਮ ਹੈ, ਦਾਲ ਨਹੀਂ ਹੈ, ਚਿੱਤੀ ਨਹੀਂ ਹੈ ਉਹਦੇ ਵਿੱਚ। ਅਨਾਤਮ ਕਹਿੰਦੇ ਨੇ ਫਿਰ ਉਹਨੂੰ। ਆਤਮ ਆਪਣਾ ਪਣ ਹੁੰਦਾ, ਮੈਂ ਵੱਖਰਾ ਕੁਛ, ਵੱਖਰਾ ਨਹੀਂ ਕੁਛ ਉਹਦਾ। ਜੇ ਵੱਖਰਾ ਹੋਵੇ ਸੱਚਖੰਡ ਦੇ ਵਿੱਚ ਏਕਤਾ ਕਿਵੇਂ ਹੋਵੇ? ਫਿਰ ਵੱਖਰਾ ਸੰਸਾਰ 'ਚ ਹੈ ਸਾਡਾ, ਵੱਖਰਾ ਵੱਖਰਾ ਕੋਈ ਸੰਸਾਰ 'ਚ ਹੈ। ਜਿੱਥੇ ਆਤਮਾ ਉੱਥੇ ਤਾਂ ਇੱਕ ਦੂਜੇ ਨਾਲ ਰਹਿ ਨਹੀਂ ਮਿਲਦੀ। ਉੱਥੇ ਤਾਂ ਮੈਂ ਮੇਰੀ ਹੈ ਨਾ। ਆਤਮ ਦਾ ਮਤਲਬ ਮੈਂ ਮੇਰੀ ਹੁੰਦਾ, ਮੈਂ ਮੇਰੀ ਨਹੀਂ ਹੈ। ਅਦਾਗ ਅਦੋਖ, ਅਦਾਗ ਹੈ, ਕੋਈ ਦਾਗ ਨਹੀਂ ਹੈ। ਦਾਗ ਹੈ ਵਕਾਰ ਦਾ ਲੱਗਣਾ, ਵਕਾਰ ਕੋਈ ਹੈ ਨਹੀਂ, ਦਾਗ ਹੈ ਨਹੀਂ। ਅਦੋਖ, ਦੋਖ ਨਹੀਂ ਕੋਈ, ਕਮੀ ਨਹੀਂ ਕੋਈ, ਕਿਸੇ ਗੱਲ ਦੀ ਕੋਈ ਕਮੀ ਨਹੀਂ ਹੈ। ਭੁੱਖ ਨਹੀਂ ਕੋਈ, ਲੋਭ ਨਹੀਂ, ਹੰਕਾਰ ਨਹੀਂ। ਅਛਿਦਰ ਅਛੈ ਹੈ, ਅਛਿਦਰ ਹੈ। ਕੋਈ ਉਹਦਾ ਜਿਹੜਾ ਹੈ ਨਾ ਜੋਤ, ਘਟਦੀ ਵੱਧਦੀ ਨਹੀਂ, ਚਿੰਤਾ ਨਾ ਘਟਣੀ ਵੱਧਣੀ। ਕੋਈ ਐਸਾ ਵੱਡਾ ਪ੍ਰਭਾਵ ਨਹੀਂ ਉਹ 'ਤੇ ਪਾ ਸਕਾ ਕਿ ਉਹਨੂੰ ਡਰਾ ਦੇਵੇ, ਜਾਂ ਉਹਦੇ 'ਤੇ ਆਪਣਾ ਪ੍ਰਭਾਵ ਪਾ ਕੇ ਉੱਥੇ ਹੋਰ ਕੁਛ ਕਰਾ ਲਵੇ ਆਪਣੀ ਮਰਜ਼ੀ ਨਾਲ। ਇੱਦਾਂ ਨਹੀਂ ਹੋ ਸਕਦਾ। ਅਛੈ ਹੈ, ਅਛਿਦਰ ਅਛੈ ਹੈ। ਅਛਿਦਰ ਹੈ ਜਦੋਂ, ਉਹ ਛੇਦ ਨਹੀਂ ਕੀਤਾ ਜਾ ਸਕਦਾ। ਨੁਕਸ ਕੱਢ ਕੇ ਉਹਨੂੰ ਝੂਠਾ ਨਹੀਂ ਕੀਤਾ ਜਾ ਸਕਦਾ। ਜਿਵੇਂ ਝੂਠ ਨੂੰ ਅਸੀਂ ਨੁਕਸ ਕੱਢ ਕੇ, ਝੂਠੀਆਂ ਮੱਤਾਂ ਨੂੰ, ਮਨਮੱਤਾਂ ਨੂੰ, ਉਹ 'ਚ ਨੁਕਸ ਕੱਢ ਕੇ ਉਹਦੇ 'ਤੇ ਪ੍ਰਭਾਵ ਪਾ ਦਿੰਦੇ ਹਾਂ। ਸੱਚੀ ਇਹ ਤਾਂ ਸੱਚ 'ਤੇ ਪ੍ਰਭਾਵ ਤਾਂ ਪਊ ਜੇ 'ਚ ਨੁਕਸ ਹੀ ਨਹੀਂ ਕੋਈ ਪ੍ਰਭਾਵ, ਤੇ ਕੀ ਪੈਣਾ? ਅਛਿਦਰ ਹੈ। ਛਿੱਦਰ ਉੱਥੇ ਹੋਣਾ ਜਿੱਥੇ ਕੋਈ ਕੱਚ ਹੈ, ਝੂਠ ਹੈ। ਕੱਚ ਤੇ ਹੀ ਛਿੱਦਰ ਹੋਣਾ ਜਾ ਕੇ। ਲੋਗਨ ਕੇ ਕਰਤਾ ਹਰਤਾ, ਜਲ ਮੈਂ ਥਲ ਮੈਂ ਭਰਤਾ ਪ੍ਰਭ ਵੈ ਹੈ। ਲੋਗਨ ਕੇ ਕਰਤਾ ਹਰਤਾ, ਸੰਸਾਰ ਦੇ ਜਿਹੜੇ ਲੋਕ ਨੇ ਉਹਨਾਂ ਦਾ ਕਰਤਾ ਵੀ ਹੈ, ਹਰਤਾ ਵੀ ਹੈ। ਇਹ ਸਰੀਰ ਨਾਲ ਆਤਮਾ ਨੂੰ ਜੋੜ ਵੀ ਦਿੰਦਾ, ਸਰੀਰ ਨਾਲ ਆਤਮਾ ਨੂੰ ਅਲੱਗ ਵੀ ਕਰ ਦਿੰਦਾ। ਹਰਤਾ ਹੈ, ਪ੍ਰਾਣ ਹਰ ਲੈਣੇ, ਪ੍ਰਾਣ ਪਾ ਦੇਣੇ।
ਭਰਤਾ ਭਰਤਾ ਹੈ ਸਰੀਰ ਕਰਕੇ ਔਰ ਮਨ ਕਰਕੇ ਗਿਆਨ ਦੇਣਾ ਬੁੱਧੀ ਜੋ ਉਹਦੀ ਕਮੀਆਂ ਨੂੰ ਘਾਟ ਨੂੰ ਪੂਰਾ ਕਰਨਾ ਭਰਨਾ ਜਲ ਮੈਂ ਥਲ ਮੈਂ ਭਰਤਾ ਜਲ ਪ੍ਰਭ ਵੈ में ਹੈ। चाहे है चाहे थल में जीव ने ਭਰਤਾ ਪ੍ਰਭ ਵੈ ਹੈ। भरता है भरने वाला शरीर करके भी भुख पूरी करता है ज्ञान की भुख भी पूरी करता है आत्मा की भुख भी पूरी करता है शरीर की भुख भी पूरी करता है भरता प्रभ है वो प्रभ आप है वो प्रभ आप ही प्रभ है वह है ਦੀਨ ਦਿਆਲ ਦਇਆ ਕਰ ਸ੍ਰੀਪਤ ਸੁੰਦਰ ਸ੍ਰੀਪਤ ਮਾਪਤ ਵੈ ਹੈ। ਉਸੇ ਨੂੰ ਅਸੀਂ ਉਤਲੇ ਸਬਈਏ ਚ ਸੁੰਦਰ ਸ੍ਰੀ ਪਦਮਾਪਤ ਕਿਹਾ ਸੀ ਉਸੇ ਨੂੰ ਉਤਲੇ ਸਬਈਏ ਵਿੱਚ ਸੁੰਦਰ ਸ੍ਰੀ ਪਦਮਾਪਤ ਕਿਹਾ ਸੀ ਕਿਤੇ ਸਮਝ ਲਓ ਵੀ ਪਦਮਾਪਤ ਨੂੰ ਸ੍ਰੀ ਪਦਮਾਪਤ ਵੀ ਪਦਮਾਪਤ ਦੀ ਗੱਲ ਕਰਤੀ ਦੁਬਾਰਾ ਫਿਰ ਸ੍ਰੀ ਪਦਮਾਪਤ ਵਰਤਿਆ ਤਾਂ ਕਿ ਉਹ ਪਹਿਲੇ ਸਬਈਏ ਵਾਲਾ ਭੁਲੇਖਾ ਨਾ ਪੈ ਜਾਏ। ਵਿਸ਼ਨੂੰ ਵਾਲਾ ਹਾਂ ਦੀਨ ਦਿਆਲ ਦਿਆਲ ਦੇ ਦੋਖਣ ਦਇਆ ਕਰ ਸ੍ਰੀਪਤ ਦਇਆ ਕਰ ਇਹ ਸ੍ਰੀਪਤ ਤੂੰ ਦੀਨਾਂ ਤੇ ਦਇਆ ਕਰਨ ਵਾਲਾ ਮੇਰੇ ਤੇ ਵੀ ਦਇਆ ਕਰ ਸੁੰਦਰ ਸ੍ਰੀ ਸੁੰਦਰ ਸ੍ਰੀ ਪਦਮਾਪਤ ਪਦਮਾਪਤ ਵੈ ਹੈ। ਤੂੰ ਸੁੰਦਰ ਸ੍ਰੀ ਪਦਮਾਪਤ ਹੈ ਸ੍ਰੀ ਪਦਮਾਪਤ ਕਹਿੰਦੇ ਨੇ ਵਿਵੇਕ ਬੁੱਧੀ ਨੂੰ ਪਦਮਾ ਵਿਵੇਕ ਬੁੱਧੀ ਦਾ ਨਾਮ ਜਿਹੜੇ ਗੁਰ ਕੇ ਚਰਨਾਂ ਨੇ ਨਾ ਹਿਰਦੇ 'ਚ ਇਹ ਚਰਨਾਂ ਤੋਂ ਹੀ ਪੈਦਾ ਹੋਈ ਚਰਨਾਂ ਦੀ ਆਵਾਜ਼ ਦਾ ਨਾਮ ਪਦਮ ਚਰਨ ਨੂੰ ਕਹਿੰਦੇ ਨੇ ਨਾ ਉਹ ਖੁਰਾਸਾਨ ਵੀ ਇਸ ਨੂੰ ਕਿਹਾ ਖੁਰਾਸਾਨ ਖਸਬਾਨਾ ਕੀਆ ਆਪਣੇ ਪੈਰਾਂ ਦੀ ਆਵਾਜ਼ ਮੇਰੇ ਹਿਰਦੇ 'ਚ ਕੀਤੀ ਖੁਰ ਪੈਰਾਂ ਨੂੰ ਕਹਿੰਦੇ ਨੇ ਇਹ ਉਹਦੇ ਚਰਨਾਂ ਦੀ ਬਿੜਕ ਆਵਾਜ਼ ਹੈ ਇਹ ਪਦਮਾ ਪੈਰ ਨੂੰ ਕਹਿੰਦੇ ਨੇ ਪਦਮਾਪਤੀ ਹੈ ਉਹ ਜਿਹਦੇ ਚਰਨ ਨੇ ਉਹੀ ਹੈ ਗੁਰ ਕੇ ਚਰਨ ਬਸੇ ਮੇ ਰਹੀਏ ਇਹ ਚਰਨਾਂ ਦਾ ਮਾਲਕ ਹੈ ਚਰਨ ਕੀ ਨੇ ਚਰਨ ਉਹਦੇ ਗੁਣ ਨੇ ਚਰਨ ਉਹਦੇ ਸ਼ਬਦ ਨੇ ਉਹਦਾ ਜਿਹੜੇ ਗੁਣ ਨੇ ਉਹ ਚਰਨੇ ਨੇ ਉਹਦਾ ਜਿਹੜਾ ਉਪਦੇਸ਼ ਹੈ ਉਹਦੇ ਚਰਨੇ ਨੇ ਸੁੰਦਰ ਸ੍ਰੀ ਗੁਰਮਤਿ ਉਹਦੇ ਚਰਨੇ ਨੇ ਵਿਵੇਕ ਬੁੱਧੀ ਉਹਦੇ ਚਰਨੇ ਨੇ ਤਾਂ ਹੀ ਕਹੇ ਚਰਨ ਛੱਡ ਜੇ ਵਸਤ ਭਵਾਨੀ ਇਹਨਾਂ ਨੂੰ ਨਹੀਂ ਪਤਾ ਉਹਦਾ ਅਰਥ ਕੀ ਬਣਦਾ ਚਰਨ ਛੱਡ ਜੇ ਵਸਤ ਭਵਾਨੀ ਉਹ ਚਾਲਾਂ ਦੇ ਵਿੱਚ ਹੀ ਵਸਦੀ ਹੈ ਭਵਾਨੀ ਉਹਦੇ ਚਾਲਾਂ ਦੀ ਆਵਾਜ਼ ਚਾਲਾਂ ਦੇ ਵਿੱਚੇ ਵਸਦੀ ਹੁੰਦੀ ਹੋਰ ਕਿੱਥੇ ਵਸਦੀ ਹੁੰਦੀ ਚਾਲਾਂ ਜੋ ਆਵਾਜ਼ ਨਿਕਲਦੀ ਉਹਦੇ ਇਹ ਉਹਦੇ ਚਰਨਾਂ ਦੀ ਆਵਾਜ਼ ਹੈ ਵਿੜਕੇ ਬਸ ਜਿਹੜੇ ਹਿਰਦੇ ਚੋਂ ਆਉਂਦਾ ਉਹਦੀ ਆਵਾਜ਼ ਹੈ ਜਪ ਤੁਰਦਿਆਂ ਵਿੜਕਦੀ ਆਉਂਦੀ ਵਿੜਕ ਕਿੱਥੋਂ ਆਉਂਦੀ ਹੈ ਚਰਨਾਂ ਤੋਂ ਵੀ ਵਿੜਕਾਉਂਦੀ ਹੈ ਨਾ ਉਹ ਤਾਂ ਗਿਆ ਚਰਨ ਛੱਡ ਜੇ ਵਸਤ ਭਵਾਨੀ ਉਹ ਬਦਵਾ ਹੋ ਰਹੀ ਹੈ ਮੇਰੇ ਰੌਲੇ ਫਿਰੀ ਜਾਂਦੇ ਨੇ ਆਹ ਜੀ ਆ ਲਿਖਿਆ ਹੋਇਆ ਇਹਨਾਂ ਨੂੰ ਕੀ ਪਤਾ ਵੀ ਚਰਨ ਛੱਡ ਕੀ ਹੁੰਦੀ ਹੈ ਇਹਨਾਂ ਕੋਲ ਚਰਨ ਛੱਡ ਉਹ ਭਾਈ ਗੁਰਦਾਸ ਵਾਲੀ ਹੈ ਅਸਲ 'ਚ ਉਹ ਭਾਈ ਗੁਰਦਾਸ ਦੇ ਨਾਮ ਤੇ ਨਹੀਂ ਚਰਨ ਛੱਡਣਾ ਸੰਸਾਰੀ ਬੋਲੀ ਦੀ ਚਰਨ ਛੱਡ ਉਹ ਹੈ ਉਹ ਸੰਸਾਰੀ ਬੋਲੀ ਦੀ ਚਰਨ ਛੱਡ ਹੋਰ ਹੁੰਦਾ ਇਹ ਗੱਲ ਹੋਰ ਹੈ ਗੁਰਬਾਣੀ ਵਿੱਚ ਹਰਨਾਮ ਸਮਾ ਆਹੋ ਸੁੰਦਰ ਸ੍ਰੀ ਪਦਮਾਪਤ ਵੈ ਹੈ। ਸੁੰਦਰ ਸ੍ਰੀ ਪਦਮਾਪਤ ਉਹ ਸੁੰਦਰ ਸ੍ਰੀ ਪਦਮਾਪਤ ਹੈ ਉਹ ਜੋਤ ਸਰੂਪ ਹੈ ਉਹਦੀ ਗੱਲ ਕਰਦੇ ਹਾਂ ਅਸੀਂ ਉਹ ਹੈ ਸੁੰਦਰ ਸ੍ਰੀ ਪਦਮਾਪਤ ਜਿਹਦੇ ਚ ਪੱਲੇ ਗੁਣ ਨੇ ਸਾਰੇ ਵਿਸ਼ਨੂੰ ਚ ਨਹੀਂ ਇਹ ਗੁਣ ਹੈਗੇ ਲੋਗਣ ਕੇ ਹਰਤਾ ਕਰਤਾ ਲੋਕਣ ਕੇ ਹਰਤਾ ਕਰਤਾ ਵਿਸ਼ਨੂੰ ਕਿੱਥੇ ਹੈ ਲੋਕਣ ਕੇ ਹਰਤਾ ਉਹ ਤਾਂ ਮਾਲਾ ਫੇਰਦਾ ਸ੍ਰੀ ਪਦਮਾਪਤ ਦੀ ਪਦਮਾਪਤ ਉਹਨੂੰ ਤਾਂ ਕਹਿੰਦੇ ਨੇ ਜਿਵੇਂ ਖਾਲਸਾ ਅਸੀਂ ਆਪਣੇ ਆਪ ਨੂੰ ਕਹਿਣ ਲੱਗੇ ਖਾਲਸਾ ਅਸਲ 'ਚ ਪਰਮੇਸ਼ਰ ਹੈ ਜਿਹੜੇ ਖਾਲਸਾ ਮੰਨ ਕੇ ਪਰਮੇਸ਼ਰ ਨੂੰ ਪੂਜਾ ਕਰਦੇ ਨੇ ਮੰਨਦੇ ਨੇ ਉਹ ਉਹਨਾਂ ਦਾ ਉਹੀ ਪੈ ਜਾਂਦਾ ਜਿਵੇਂ ਜਿਹੜੇ ਸ਼ਿਵ ਸ਼ਿਵ ਕਰਕੇ ਧਿਆਉਂਦੇ ਸੀ ਉਹਨਾਂ ਦਾ ਉਹਦਾ ਨਾਮ ਵੀ ਸ਼ਿਵ ਪੈ ਗਿਆ ਜਿਹੜੇ ਸਿੱਖਿਆ ਲੈਂਦੇ ਤੇ ਉਹਨਾਂ ਦਾ ਨਾਮ ਸਿੱਖ ਪੈ ਗਿਆ ਇਹ ਉਹ ਜਿਹਾ ਨਾਮ ਪੈ ਜਾਂਦਾ ਅੱਲ ਪੈ ਜਾਂਦੀ ਹੈ ਨਾਮ ਨਹੀਂ ਹੁੰਦਾ ਅੱਲ ਹੁੰਦੀ ਹੈ ਅੱਲ ਪਈ ਹੋਈ ਹੈ ਉਹੀ ਕੁਛ ਕਹਿਣ ਲੱਗ ਜਾਂਦੇ ਨੇ ਲੋਕ ਉਹਨਾਂ ਨੂੰ ਪਦਮਾਪਤ ਦੀ ਤਾਂ ਅੱਲ ਹੈ ਪਈ ਹੋਈ ਇਹਨੂੰ ਮੰਨਣ ਵਾਲੇ ਨੂੰ ਮੈਂ ਪਦਮਾਪਤ ਕਹਿਣ ਲੱਗ ਗਏ ਵੀ ਇਹੀ ਹੈ ਨਾਨਕ ਨੂੰ ਨਿਰੰਕਾਰ ਕਹਿਣ ਲੱਗੇ ਸਿੱਖ ਇਹ ਲੱਗੇ ਜਾਂਦੇ ਹੁੰਦੇ ਨੇ ਕਹਿਣ ਜਿਨ੍ਹਾਂ ਦੀ ਬੁੱਧੀ ਜਿਨ੍ਹਾਂ ਦੇ ਅਸਲ ਚੀਜ਼ ਸਮਝ 'ਚ ਨਹੀਂ ਨਾ ਆਉਂਦੀ
ਉਪਦੇਸ਼ ਤਾਂ ਸਮਝਦੇ ਨਹੀਂ ਹਨ, ਇਹ ਜੋ ਦੀਂਦਾ ਉਸ ਨੂੰ ਮੰਨ ਲੈਂਦੇ ਨੇ, ਕਹਿੰਦੇ ਚੱਲ ਛੱਡੋ ਪਰੇ, ਇਹੀ ਹੈ, ਇਹਨੂੰ ਕਹਿ ਲਓ ਆਪਾਂ। ਕਾਮ ਨਾ ਕ੍ਰੋਧ ਨਾ ਲੋਭ ਨਾ ਮੋਹ ਨਾ ਰੋਗ ਨਾ ਸੋਗ ਨਾ ਭੋਗ ਨਾ ਭੈ ਹੈ। ਹੁਣ ਸ੍ਰੀ ਪਦਮਾ ਪਤ ਨੂੰ ਨਾ ਤਾਂ ਕੋਈ ਇੱਛਾ ਹੈ, ਪਰ ਵਿਸ਼ਨੂੰ ਤਾਂ ਇੱਛਾ ਸੀ, ਜੇ ਇੱਛਾ ਸੀ ਤਾਂ ਹੀ ਠੱਗੀ ਮਾਰੀ ਉਹਨਾਂ ਨੇ ਰਾਖਸ਼ਾਂ ਨੇ। ਰਾਖਸ਼ਾਂ ਨੇ ਸਮੁੰਦਰ ਲੜਕਿਆ ਹੈ, ਠੱਗੀ ਕਾਹਦੇ ਮਾਰੀ, ਆਪ ਕਾਹਦੇ ਰੱਖੀਆਂ ਵਿੱਚੋਂ ਚੀਜ਼ਾਂ, ਇੱਛਾ ਸੀ ਨਾ ਉਹਨਾਂ ਦੀ। ਕਾਮ ਨਾ ਕ੍ਰੋਧ ਨਾ ਲੋਭ ਨਾ, ਕਾਮਨਾ ਸੀ ਉਹਦੇ ਵਿੱਚ, ਲੋਭ ਵੀ ਸੀਗਾ, ਕ੍ਰੋਧ ਵੀ ਸੀਗਾ, ਸਭ ਕੁਝ ਸੀ। ਇਹ ਚ ਨਹੀਂ ਕਾਮ ਕ੍ਰੋਧ ਹੈ, ਕਾਮ ਨਾ ਕ੍ਰੋਧ ਨਾ ਲੋਭ ਨਾ ਮੋਹ ਨਾ। ਉਧਰ ਦੇਵਤਾ ਨਾਲ ਮੋਹ ਸੀ, ਦੇਵਤਿਆਂ ਨੂੰ ਦੇ ਦਿੱਤਾ ਜ਼ਿਆਦਾ ਕੁਛ, ਰਾਖਸ਼ਾਂ ਨੂੰ ਦਿੱਤਾ ਨਹੀਂ। ਉਹ ਸੀ ਤਾਂ ਹੀ ਦਿੱਤਾ, ਉਹ ਨਹੀਂ ਹੈਗੇ ਉਹ ਚੇ ਗੁਣ। ਕਾਮ ਨਾ ਕ੍ਰੋਧ ਨਾ ਲੋਭ ਨਾ ਮੋਹ ਨਾ ਸੋਗ ਨਾ ਰੋਗ ਨਾ ਸੋਗ ਨਾ ਭੋਗ ਨਾ ਪਾਇਆ। ਨਾ ਰੋਗ ਹੈ ਨਾ ਸੋਗ ਹੈ ਨਾ ਭੋਗ ਹੈ ਨਾ ਪਾਇਆ, ਨਾ ਕੁਝ ਖਾਂਦਾ। ਸਰੀਰ ਹੈ ਨਹੀਂ ਜਾਂ ਹੈਗਾ, ਖਾਣਾ ਕੀ ਹੈ। ਵਿਸ਼ਨੂੰ ਤਾਂ ਦੇਹਧਾਰੀ ਹੈ, ਉਹ ਤਾਂ ਉਂਗਲੀ ਤੇ ਚੱਕਰ ਹੁੰਦਾ ਉਹਦੇ। ਪਰਮੇਸ਼ਰ ਦੀ ਉਂਗਲੀ ਕਿੱਥੇ ਦਿਖਾਈ ਹੈ ਕਦੇ? ਉਹਦੀ ਤਾਂ ਕਦੇ ਫੋਟੋ ਹੀ ਨਹੀਂ ਕਿਸੇ ਨੇ ਦਿਖਾਈ, ਉਹਦੀ ਤਾਂ ਕਦੇ ਮੂਰਤੀ ਨਹੀਂ ਬਣੀ। ਜਿਨ੍ਹਾਂ ਦੀਆਂ ਮੂਰਤੀਆਂ ਬਣਦੀਆਂ ਨੇ ਉਹ ਨਹੀਂ ਹੁੰਦੇ, ਉਹਦੀ ਮੂਰਤੀ ਨਹੀਂ ਬਣ ਸਕਦੀ। ਜਿਹੜਾ ਮਨੁੱਖੀ ਬੁੱਧੀ ਤੇ ਹੀ ਪਰੇ ਉਹਦੀ ਮੂਰਤੀ ਕਿਵੇਂ ਬਣ ਜੂ? ਜਿਹੜਾ ਅੱਖਾਂ ਨੂੰ ਦਿਖਦਾ ਹੀ ਨਹੀਂ ਉਹਦੀ ਮੂਰਤੀ, ਕੀ ਮੂਰਤੀ ਬਣਾਵਾਂਗੇ? ਅੱਖਾਂ ਨੂੰ ਦਿਖਣ ਵਾਲੀ ਮੂਰਤੀ ਬਣਾਵਾਂਗੇ, ਫੋਟੋ ਉਹੀ ਬਣਾਵਾਂਗੇ ਜਿਹੜੀ ਅੱਖਾਂ ਨੂੰ ਦਿਖੇ। ਜੋ ਅੱਖਾਂ ਨੂੰ ਚੀਜ਼ ਦਿਖਦੀ ਹੋਈ ਨਹੀਂ ਹੈ, ਉਹਦੀ ਕੀ ਫੋਟੋ ਬਣਾਵਾਂਗੇ? ਨਾ ਉਹਦੀ ਮੂਰਤੀ ਬਣੇ ਨਾ ਉਹਦੀ ਫੋਟੋ, ਉਹ ਬਣਦੀ ਨਹੀਂ। ਅਸੀਂ ਮੂਰਤੀ ਪੂਜਕ ਨਹੀਂ ਹੈਗੇ ਸਿੱਖ, ਉਹ ਮੂਰਤੀ ਪੂਜਕ ਤਾਂ ਅਸੀਂ ਹੋ ਜੀ, ਉਹਦੀ ਮੂਰਤੀ ਬਣਦੀ ਨਹੀਂ ਹੈ। ਅਕਾਲ ਮੂਰਤ ਹੈ, ਬਣਾਓ ਕਿਵੇਂ ਬਣਾਓਗੇ? ਮੂਰਤੀ ਤਾਂ ਹੈਗੀ ਅਕਾਲ ਮੂਰਤ ਹੈ, ਉਹ ਮੂਰਤੀ ਤਾਂ ਅਸੀਂ ਪੂਜਦੇ ਹਾਂ, ਪਰ ਮੂਰਤੀ ਉਹਦੀ ਦਿਖਦੀ ਨਹੀਂ ਹੈਗੀ। ਮੂਰਤੀ ਹੈਗੀ, ਦਿਖਦੀ ਨਹੀਂ ਹੈ। ਮੂਰਤੀ ਹੈਗੀ ਹੈ ਤਾਂ ਸਹੀ। ਨਹੀਂ, ਉਹ ਕਹਿੰਦੇ ਹੈ ਤਾਂ ਸਹੀ ਮੂਰਤੀ ਉਹਦੀ, ਅਕਾਲ ਮੂਰਤ ਹੈ ਉਹ। ਵਜੂਦ ਤਾਂ ਹੈਗਾ, ਮੂਰਤੀ ਤਾਂ ਹੈ, ਅਕਾਲ ਮੂਰਤੀ। ਆ ਜਿਹੜੇ ਸਰੀਰ ਨੇ ਸਾਰੇ ਕਾਲਵਾਸ ਨੇ, ਅੱਖਾਂ ਨੂੰ ਦਿਖਣ ਵਾਲੀ ਮੂਰਤੀ ਮਾਇਆ ਤਾਂ ਕਾਲਵਾਸ ਹੈ ਸਾਰੀ। ਸਾਡੀ ਮਜਬੂਰੀ ਇਹ ਹੈ ਕਿ ਉਹ ਮੂਰਤੀ ਉਹਦੀ ਬਣਦੀ ਨਹੀਂ, ਜਿਹਨੂੰ ਅਸੀਂ ਮੰਨਦੇ ਹਾਂ। ਬਣ ਨਹੀਂ ਸਕਦੀ। ਜੇ ਬਣਾਉਣੇ ਆ ਤਾਂ ਝੂਠੀ ਹੈ, ਉਹ ਹੋਰ ਕਿਸੇ ਦੀ ਹੈ, ਫਿਰ ਉਹਦੀ ਹੈ ਨਹੀਂ। ਮੂਰਤੀ ਤੋਂ ਨਹੀਂ ਨਫ਼ਰਤ ਹੈ ਸਾਨੂੰ, ਉਹਦਾ ਰੂਪ ਹੈ, ਅਰੂਪ ਹੈ। ਪਰ ਤੇਰਾ ਰੂਪ ਅਗੰਮ ਹੈ, ਰੂਪ ਤੇਰਾ ਦਰਸਾਰਾ। ਹੁਣ ਬਣਾਓ ਮੂਰਤੀ, ਕਿਵੇਂ ਬਣਾਓਗੇ? ਬਣਦੀ ਹੋਈ ਨਹੀਂ ਹੈ ਮੂਰਤੀ। ਜਿਹੜੇ ਮੂਰਤੀਆਂ ਦੀਆਂ ਗੱਲਾਂ ਕਰਦੇ ਨੇ ਹਿੰਦੂ ਨੇ ਸਾਰੇ, ਜਿਹੜੀਆਂ ਬਣਾਉਂਦੇ ਨੇ ਗੁਰੂਆਂ ਦੀਆਂ ਮੂਰਤੀਆਂ ਬਣਾਉਣ ਲੱਗੇ। ਹਿੰਦੂ ਮਤਲਬ ਪ੍ਰਭਾਵਿਤ ਨੇ ਨਾ ਲੋਕ। ਇੱਕ ਉਹ ਵੀ ਉਂਗਲ ਲਾ ਦਿੰਦੇ ਨੇ ਪੈਸੇ ਦੇ ਕੇ, ਤੁਸੀਂ ਮੂਰਤੀਆਂ ਬਣਾਓ, ਸਾਡੇ ਨਾਲ ਰਲ ਜਾਣ। ਇਹ ਆਹੀ ਕਥਾ ਰਹਿੰਦੀ ਸੀ ਇਹਨਾਂ ਦੇ ਵਿੱਚ ਮੂਰਤੀ ਪੂਜਾ ਦੀ। ਹੋਰ ਤਾਂ ਬਾਕੀ ਸਭ ਕੁਝ ਠੀਕ ਹੈ। ਹਿੰਦੂ ਨੇ ਸਿੱਖ ਮੂਰਤੀ ਪੂਜਾ ਤੋਂ ਕੜੇ ਹੋਏ ਨੇ ਹਾਲੇ। ਉਹ ਵੀ ਕਿਸੇ ਨਾ ਕਿਸੇ ਰੂਪ ਨਾਲ ਕਰੀ ਜਾਂਦੇ ਨੇ, ਫੋਟੋਆਂ ਲਾ ਕੇ ਚਾਹੇ ਕਰੀ ਜਾਣ, ਧੂਪ ਬੱਤੀ। ਦੇਹ ਵਿਹੀਨ ਸਨੇਹ ਸਭੋ ਤਨ ਨਹਿ ਬਰਕਤ ਅਗੇ ਅਛੈ। ਦੇਹ ਵਿਹੀਨ, ਦੇਹ ਨਹੀਂ ਹੈ ਉਹਦੀ, ਦੇਹ ਉਹਦਾ ਮੂਰਤੀ ਬਣੂ। ਦੇਹ ਵਿਹੀਨ ਸਨੇਹ ਸਭੋ ਤਨ, ਸਨੇਹ ਸਭੋ ਤਨ। ਪਰ ਸਾਰੇ ਜਿਹਨਾਂ ਸਰੀਰ ਨੇ ਨਾ ਜੋਨੀਆਂ ਦੇ, ਉਹਨਾਂ ਨਾਲ ਸਨੇਹ ਪ੍ਰੇਮ ਰੱਖਦਾ, ਉਹਨਾਂ ਦੀ ਪਾਲਣਾ ਕਰਦਾ। ਆਪਣਾ ਸਰੀਰ ਕੋਈ ਨਹੀਂ ਹੈ, ਬਾਕੀ ਜਿੰਨਾ ਸਰੀਰ ਨੇ ਉਹਨਾਂ ਨਾਲ ਸਨੇਹ ਹੈਗਾ। ਇਹ ਨਹੀਂ ਹੈ ਵੀ ਮੇਰਾ ਸਰੀਰ ਨਹੀਂ, ਇਹ ਸਰੀਰ ਹੈ, ਇਹਦੇ ਨਫ਼ਰਤ ਕਰਾਂ ਮੈਂ ਉਹਦੇ ਨਾਲ, ਵੀ ਮੈਂ ਤਾਂ ਬਿਨਾਂ ਸਰੀਰ ਵਾਲੇ ਨਾਲੇ ਰੱਖੂਗਾ ਮੇਲ ਮਿਲਾਪ, ਸਰੀਰ ਵਾਲੇ ਨਾਲ ਮੇਰਾ ਕੋਈ ਮੇਲ ਮਿਲਾਪ ਨਹੀਂ। ਇਹ ਨਹੀਂ ਹੈਗਾ, ਸਗੋਂ ਸਨੇਹ ਹੈ ਬਾਕੀ ਸਾਰੇ ਸਰੀਰਾਂ ਨਾਲ, ਉਹਨਾਂ ਦੀ ਪਾਲਣਾ ਕਰਨੀ ਹੈ। ਸਨੇਹ ਸਭੋ ਤਨ ਨਹਿ ਬਰਕਤ, ਪਰ ਮੋਹ ਹੈ ਨਹੀਂ। ਦੇਖੋ ਸਨੇਹ ਔਰ ਨੇਹ ਦੋ ਚੀਜ਼ਾਂ ਨੇ। ਨਹਿ ਬਰਕਤ, ਸਨੇਹ ਨੇਹ ਹੁੰਦਾ, ਸਨੇਹ ਤਾਂ ਹੈ, ਪ੍ਰੇਮ ਤਾਂ ਹੈ, ਨੇਹ ਨਹੀਂ ਹੈ। ਮੋਹ ਨਹੀਂ ਹੈ, ਨੇਹ ਮੋਹ ਹੈ। ਨਹਿ ਬਰਕਤ, ਨੇਹ ਤੇ ਬਰਕਤ ਹੈ, ਮੋਹ ਕਿਸੇ ਨਾਲ ਨਹੀਂ। ਜੇ ਮੋਹ ਹੋਵੇ ਫਿਰ ਸਨੇਹ ਨਹੀਂ ਹੋ ਸਕਦਾ ਸਾਰਿਆਂ ਨਾਲ। ਜਿਹੜਾ ਸਾਰਿਆਂ ਨਾਲ ਹੁੰਦਾ ਸਨੇਹ ਹੁੰਦਾ ਹੈ, ਜਿਹੜਾ ਥੋੜਿਆਂ ਨਾਲ ਹੁੰਦਾ ਹੈ ਉਹ ਨੇਹ ਹੋ ਜਾਂਦਾ। ਕਿਸੇ ਦਾ ਨੇਹ ਵੱਧ ਘੱਟ ਵੀ ਹੁੰਦਾ ਹੈ, ਕਿਸੇ ਨਾਲ ਵੱਧ ਕਿਸੇ ਨਾਲ ਘੱਟ।
ਸਨੇਹ ਇੱਕੋ ਜਿਹਾ ਹੁੰਦਾ ਸਾਰਿਆਂ ਨੂੰ। ਸਨੇਹ ਨੇ ਦਾ ਹੀ ਸ਼ੁੱਧ ਰੂਪ ਸਨੇਹ ਹੈ। ਦੇਹ ਦਾ ਨੇ ਜਿਹੜਾ ਹੈ ਨਾ ਉਹਦਾ ਸ਼ੁੱਧ ਰੂਪ ਸਨੇਹ ਹੈ। ਇਹ ਸਨੇਹ ਤੋਂ ਵਿਗੜ ਕੇ ਨਹੀਂ ਹੋ ਜਾਂਦਾ। ਸਨੇਹ ਜਦੋਂ ਵਿਗੜ ਜਾਂਦਾ, ਸਨੇਹ 'ਚ ਖੋਟ ਆ ਜਾਂਦੀ ਹੈ, ਉਹ ਨਹੀਂ ਰਹਿ ਜਾਂਦਾ। ਖੋਟ ਆ ਗਈ ਨਾ, ਕਿਸੇ ਨੂੰ ਚੰਗਾ ਕਿਸੇ ਨੂੰ ਮਾੜਾ, ਕਾਣ ਪੈ ਗਈ ਸਨੇਹ ਦੇ ਵਿੱਚ, ਨਹੀਂ ਬਣ ਗਿਆ। ਅਗੇ ਅਛੈ ਹੈ, ਅਗੇ ਹੈ ਉਹ। ਤੁਸੀਂ ਉਹ ਫਿਰ ਵੀ ਪਕੜ ਤੋਂ ਪਰੇ ਰਹਿੰਦਾ ਸਾਡੀ ਤੋਂ। ਪਤਾ ਨਹੀਂ ਹੈਗਾ ਕਿਸੇ ਨੂੰ ਵੀ ਸਾਡਾ ਉਹਦਾ ਸਨੇਹ ਹੈ। ਦੇਹਦਾਰੀਆਂ ਨੂੰ ਪਤਾ ਕੋਈ ਨਹੀਂ ਵੀ ਸਨੇਹ ਹੈ ਉਹਦਾ ਸਾਡੇ ਨਾਲ। ਇਹ ਗੱਲ ਵੀ ਨਹੀਂ, ਇਹ ਗੱਲ ਵੀ ਸਾਡੀ ਸਮਝ ਤੋਂ ਪਰੇ ਹੀ ਹੈ। ਅਗੇ ਹੈ ਫਿਰ ਵੀ ਨਹੀਂ ਕਿਸੇ ਨੂੰ ਪਤਾ ਹੈਗਾ ਇਹਦਾ। ਅਛੈ ਹੈ, ਅੱਛਾ ਹੈ ਕਿਤੇ ਇਹ ਵੀ ਨਹੀਂ ਹੈਗਾ ਵੀ ਚੱਲ ਬਈ ਪਹਿਲਾਂ ਸਨੇਹ ਸੀਗਾ ਹੁਣ ਹੈ ਨਹੀਂ। ਹਮੇਸ਼ਾ ਹੀ ਰਹਿੰਦਾ ਉਹ ਸਨੇਹ ਵੀ, ਹਮੇਸ਼ਾ ਰਹਿੰਦਾ। ਔਰ ਪਤਾ ਵੀ ਕਿਸੇ ਨੂੰ ਨਹੀਂ ਲੱਗਦਾ। ਜਾਨ ਕੋ ਦੇਤ ਅਜਾਨ ਕੋ ਦੇਤ, ਜ਼ਮੀਨ ਕੋ ਦੇਤ ਜਮਾਨ ਕੋ ਦੈ ਹੈ। ਜਾਨ ਕੋ ਦੇਤ, ਜਿਹੜੇ ਉਹਨੂੰ ਜਾਣਦੇ ਨੇ ਵੀ ਦਿੰਦਾ, ਸਮਝਦੇ ਨੇ ਵੀ ਉਹੀ ਦਿੰਦਾ, ਉਹਨਾਂ ਨੂੰ ਵੀ ਦੇਈ ਜਾਂਦਾ। ਜਿਹਨਾਂ ਨੂੰ ਇਹ ਨਹੀਂ ਪਤਾ ਵੀ ਕੌਣ ਦਿੰਦਾ, ਉਹਨਾਂ ਨੂੰ ਵੀ ਦੇਈ ਜਾਂਦਾ। ਅਜਾਣ ਨੇ ਜਿਹੜੇ ਦਿੰਦਾ ਕੌਣ ਹੈ, ਉਹ ਤਾਂ ਕਹਿੰਦੇ ਨੇ ਅਸੀਂ ਉਹ ਕਮਾਉਂਦੇ ਹਾਂ, ਉਹਨਾਂ ਨੂੰ ਵੀ ਦੇਈ ਜਾਂਦਾ। ਜਿਹੜੇ ਕਹਿੰਦੇ ਰੱਬ ਕੌਣ ਹੁੰਦਾ, ਅਸੀਂ ਆਪ ਕਰਦੇ ਹਾਂ, ਉਹਨਾਂ ਨੂੰ ਵੀ ਦੇਈ ਜਾਂਦਾ। ਇਸ ਗੱਲ ਤੋਂ ਅਣਜਾਣ ਨੇ ਕੌਣ ਦੇ ਰਿਹਾ, ਉਹਨਾਂ ਨੂੰ ਵੀ ਦੇਈ ਜਾਂਦਾ। ਜਿਹੜੇ ਜਾਣਦੇ ਨੇ ਉਹਨਾਂ ਨੂੰ ਵੀ ਦੇਈ ਜਾਂਦਾ। ਕੋਈ ਫਰਕ ਨਹੀਂ ਹੈ। ਜਾਨ ਕੋ ਦੇਤ ਅਜਾਨ ਕੋ ਦੇਤ, ਇਸ ਤਰੀਕੇ ਨਾਲ ਜ਼ਮੀਨ ਕੋ ਦੇਤ ਜਮਾਨ ਕੋ ਦੇ ਹੈ। ਜ਼ਮੀਨ ਨੂੰ ਵੀ ਕੋਈ ਦਿੰਦਾ ਹੈ। ਜ਼ਮੀਨ 'ਚ ਇੰਨੀ ਪੈਦਾਵਾਰ ਕਿੱਥੋਂ ਹੁੰਦੀ ਹੈ? ਨਿਕਲੀ ਜਾਂਦਾ, ਰੋਜ਼ ਨਿਕਲੀ ਜਾਂਦਾ। ਕਿਵੇਂ ਦਿੰਦਾ ਜ਼ਮੀਨ ਨੂੰ? ਸੂਰਜ ਦੀ ਧੁੱਪ ਰਾਹੀਂ ਦਿੰਦਾ, ਚੰਦਰਮੇ ਦੀ ਰੋਸ਼ਨੀ ਕਿਰਨਾਂ ਰਾਹੀਂ ਦਿੰਦਾ। ਇਹ ਜਿਹੜੇ ਬਹੁਤ ਕੁਝ ਜ਼ਮੀਨ ਦੇ ਵਿੱਚ ਆਉਂਦਾ। ਜ਼ਮੀਨ ਨੂੰ ਜੇ ਧੁੱਪ ਲੱਗਦੀ ਹੈ, ਜ਼ਮੀਨ ਜਰਖੇਜ਼ ਹੁੰਦੀ ਹੈ। ਪਾਣੀ ਦਿੰਦਾ, ਪਾਣੀ ਨਾਲ ਮਿਲੇ ਜ਼ਮੀਨ 'ਚ ਪੈਦਾ ਹੋ ਜੂ ਕੁਛ। ਜ਼ਮੀਨ ਨੂੰ ਵੀ ਬਹੁਤ ਕੁਛ ਦਿੰਦਾ ਹੈ। ਜ਼ਮੀਨ ਸਾਨੂੰ ਦਿੰਦੀ ਹੈ, ਅਸਲ ਦੇ ਵਿੱਚ ਜ਼ਮੀਨ ਨੂੰ ਦਿੰਦਾ, ਜ਼ਮੀਨ ਸਾਨੂੰ ਦਿੰਦੀ ਹੈ। ਜ਼ਮੀਨ ਨੂੰ ਦੇ ਕੇ ਸਾਰੇ ਜ਼ਮਾਨੇ ਨੂੰ ਦਿੰਦਾ। ਦਰਖਤਾਂ ਨੂੰ ਤਾਂ ਮਿਲਦਾ ਜੇ ਜ਼ਮੀਨ ਨੂੰ ਦਿੰਦਾ। ਉਹ ਜ਼ਮੀਨ ਨੂੰ ਦੇ ਦਿੰਦਾ, ਜ਼ਮੀਨ ਦਰਖਤਾਂ ਨੂੰ ਦੇ ਦਿੰਦੀ ਹੈ। ਐਂ ਦਿੰਦਾ ਉਹ, ਐਂ ਦਿੰਦਾ ਵੀ ਰੱਖਦੇ ਹਰੇਕ ਦੇ ਮੂੰਹ 'ਚ ਬੁਰਕੀ ਪਾਉਂਦਾ ਹੈ। ਜ਼ਮੀਨ ਕੋ ਦੇਤ, ਜ਼ਮੀਨ ਨੂੰ ਦੇਣਾ, ਜ਼ਮਾਨੇ ਨੂੰ ਆਪੇ ਚਲਾ ਜਾਂਦਾ। ਬਾਕੀ ਆਪੇ ਚਲਾ ਜਾਂਦਾ ਸਾਰਿਆਂ ਨੂੰ। ਉਸੇ ਦਾ ਜ਼ਮੀਨ ਨੂੰ ਅਦਾ ਦਿੰਦਾ, ਮਿਲਾ ਤੂੰ ਬਣ ਦੇ। ਮਾਂ ਨੂੰ ਦੇ ਦਿੰਦਾ, ਮਾਂ ਬੱਚਿਆਂ ਨੂੰ ਦੇ ਦਿੰਦੀ ਹੈ। ਜ਼ਮੀਨ ਧਰਤੀ ਨੂੰ ਮਾਤਾ ਤਾਂ ਹੀ ਕਹਿੰਦੇ ਨੇ। ਜੇ ਮਾਂ ਦਾ ਦੁੱਧ ਆ ਗਿਆ, ਬੱਚੇ ਨੇ ਪੀ ਲੈਣਾ। ਜੇ ਮਾਂ ਦਾ ਦੁੱਧ ਨਹੀਂ, ਬੱਚਾ ਕੀ ਪੀਊਗਾ? ਉਹ ਹੁਣ ਬੱਚੇ ਨੂੰ ਤਾਂ ਸਿੱਧਾ ਨਹੀਂ ਨਾ ਦੁੱਧ ਦਿੰਦਾ, ਉਹ ਮਾਂ ਨੂੰ ਦੇ ਦਿੰਦਾ। ਬੱਚਾ ਪੈਦਾ ਨਹੀਂ ਹੋਇਆ, ਦੁੱਧ ਪਹਿਲਾਂ ਆ ਜਾਂਦਾ। ਕਾਹਦੇ ਵਾਸਤੇ ਆਉਂਦਾ? ਉਹਦੇ ਵਾਸਤੇ ਆਉਂਦਾ, ਉਹਨੇ ਪੈਦਾ ਹੋਣਾ ਤਾਂ ਪੀਣਾ। ਇਸ ਤਰੀਕੇ ਨਾਲ ਦਿੰਦਾ। ਕਾਹੇ ਕੋ ਡੋਲਤ ਹੈ ਤੁਮਰੀ ਸੁਧ, ਕਾਹੇ ਕੋ ਡੋਲਤ ਹੈ ਤੁਮਰੀ ਸੁਧ, ਸੁੰਦਰ ਸ੍ਰੀ ਪਦਮਾਪਤ ਲੈ ਹੈ। ਕਾਹੇ ਕੋ ਡੋਲਤਾ ਹੈ, ਤੂੰ ਕਦੇ ਡੋਲਦਾ? ਆਦਮੀ ਤੂੰ ਕਿਉਂ ਡੋਲਦਾ? ਉਹ ਦੇਖ ਜ਼ਮੀਨ ਨੂੰ, ਦੇਖ ਪੇੜ ਪੌਦੇ ਨੂੰ, ਦੇ ਦਿੰਦਾ। ਪਤਾ ਹੀ ਨਹੀਂ ਉਹਨਾਂ ਨੂੰ ਕੌਣ, ਪੌਦਿਆਂ ਨੂੰ ਨਹੀਂ ਪਤਾ ਕੌਣ ਦਿੰਦਾ, ਮਿਲ ਜਾਂਦਾ। ਕਾਹੇ ਕੋ ਡੋਲਤਾ ਹੈ ਤੁਮਰੀ ਸੁਧ, ਸੁੰਦਰ ਸ੍ਰੀ ਪਦਮਾਪਤ ਲੈ ਹੈ। ਸੁੰਦਰ ਸ੍ਰੀ ਪਦਮਾਪਤ, ਤੇਰੀ ਵੀ ਸੁਧ ਲਊਗਾ, ਤੂੰ ਘਬਰਾ ਨਾ। ਅਦੇ ਨਾ ਪੇੜ ਸਾਰਾ ਸਾਲ ਖੜੇ ਰਹਿੰਦੇ ਨੇ, ਗਰਮੀਆਂ ਲੰਘ ਜਾਂਦੀਆਂ ਨੇ, ਖੜੇ ਰਹਿੰਦੇ ਨੇ, ਉਹਨੂੰ ਫੇਰ ਬਰਸਾਤ ਆ ਜਾਂਦੀ ਹੈ। ਜੇ ਨਹੀਂ ਕਿਸੇ ਵੇਲੇ ਟਾਈਮ ਤੇ ਚੀਜ਼ ਮਿਲਦੀ ਤਾਂ ਬਹੁਤਾ ਕੜਾਈ ਦਾ ਨਹੀਂ ਹੁੰਦਾ, ਰੌਲਾ ਨਹੀਂ ਪਾਈਦਾ ਹੁੰਦਾ, ਸੁੱਧ ਆਪੇ ਲੈ ਲੈਂਦਾ ਹੁੰਦਾ। ਹਾਂਜੀ। ਰੋਗਣ ਤੇ ਅਰ ਸੋਗਣ ਤੇ ਜਲ ਜੋਗਣ ਤੇ ਬਹੁ ਭਾਂਤ ਬਚਾਵੈ। ਰੋਗਣ ਤੇ ਅਰ ਸੋਗਣ ਤੇ ਜਲ ਜੋਗਣ ਤੇ ਬਹੁ ਭਾਂਤ ਬਚਾਵੈ। ਰੋਗ ਨੇ ਬਹੁਤ ਸਾਰੇ ਸੰਸਾਰ ਦੇ ਵਿੱਚ, ਸੋਗ ਨੇ ਬਹੁਤ ਸਾਰੇ, ਇਹਨਾਂ ਤੇ ਬਚਾਓ ਰਿਹਾ ਉਹ ਸਾਨੂੰ ਅਸਲ ਦੇ ਵਿੱਚ। ਬਹੁਤ ਭਾਂਤ ਬਚਾਵੈ, ਬਹੁਤ ਭਾਂਤ ਕਰਕੇ ਬਚਾ ਰਿਹਾ। ਰੋਗ ਕੀ ਨੇ? ਬਕਾਰ ਸਾਰੇ ਰੋਗ ਨੇ। ਰੋਗ ਦਾ ਮਤਲਬ ਸਰੀਰਕ ਰੋਗ ਨਹੀਂ ਹੈ। ਸਰੀਰਕ ਰੋਗ ਲੱਗਦੇ ਰਹਿੰਦੇ ਨੇ। ਸਰੀਰਕ ਬਿਮਾਰੀਆਂ ਜੇ ਫੈਲ ਜਾਣ ਸਾਰਿਆਂ ਨੂੰ ਲੱਗ ਜਾਂਦੀਆਂ ਨੇ। ਜਿਹੜਾ ਧਿਆਨ ਰੱਖੇ ਨਹੀਂ ਲੱਗਦੀਆਂ।
ਕੁਝ ਆਦਮੀਆਂ ਦੇ ਵਿੱਚ ਲੜਨ ਦੀ ਸ਼ਕਤੀ ਜ਼ਿਆਦਾ ਹੁੰਦੀ ਹੈ, ਕਿਸੇ 'ਚ ਘੱਟ ਹੁੰਦੀ ਹੈ, ਉਹ ਅਲੱਗ ਗੱਲ ਹੈ। ਸਰੀਰ ਕਿਹਾ ਜਾ ਕਿਸੇ ਦਾ। ਇਹ ਜਿਹੜੇ ਰੋਗਾਂ ਦੀ ਗੱਲ ਕੀਤੀ ਹੈ, ਮਾਨਸਿਕ ਰੋਗਾਂ ਦੀ ਗੱਲ ਕੀਤੀ ਹੈ। ਬਚਾਵੇ ਕੌਣ? ਗਿਆਨ ਬਚਾਉਂਦਾ। ਉਹ ਮਾਨਸਿਕ ਰੋਗਾਂ ਤੋਂ ਬਚਾਉਂਦਾ, ਡਿਪਰੈਸ਼ਨ ਤੋਂ ਬਚਾਉਂਦਾ, ਹਾਰਟ ਅਟੈਕ ਤੋਂ ਬਚਾਉਂਦਾ। ਗਿਆਨਵਾਨ ਨੂੰ ਹਾਰਟ ਅਟੈਕ ਨਹੀਂ ਹੋ ਸਕਦਾ। ਹਾਰਟ ਅਟੈਕ ਦਾ ਜਦੋਂ ਡਾਕਟਰਾਂ ਨੇ ਦੱਸਿਆ ਸੀ ਨਾ ਵੀ ਹਾਰਟ ਅਟੈਕ ਦਾ ਕੋਈ ਇਲਾਜ ਨਹੀਂ ਹੈ, ਕੋਈ 56 ਦੀ ਗੱਲ ਹੈ, 55-56 ਦੀ ਗੱਲ। ਸਾਰੇ ਡਾਕਟਰਾਂ ਨੇ ਦੱਸਿਆ, 14-15 ਮੁਲਕਾਂ ਦੇ ਡਾਕਟਰਾਂ ਨੇ ਰਿਜ਼ਲਟ ਕੱਢਿਆ ਵੀ ਇਹਦਾ ਇਲਾਜ ਨਹੀਂ ਹੈ ਕੋਈ। ਜਿਹੜਾ ਇਹਦਾ ਇਲਾਜ ਅਸੀਂ ਕਰਦੇ ਹਾਂ, ਦਵਾਈ ਦਿੰਦੇ ਹਾਂ ਨਾ, ਹਾਰਟ ਅਟੈਕ ਟੈਂਪਰੇਰੀ ਤੌਰ ਤੇ ਰੁਕਦਾ, ਪਰ ਉਹਦੀ ਮੌਤ ਆਦਮੀ ਦੀ ਛੇਤੀ ਹੋ ਜਾਂਦੀ ਹੈ। ਉਹਦੇ ਖੂਨ ਦੇ ਵਿੱਚ ਅਸੀਂ ਜਿਹੜੀ ਦਵਾਈ ਦਿੰਦੇ ਹਾਂ, ਐਸਾ ਨੁਕਸ ਪੈਦਾ ਕਰਦੀ ਹੈ, ਗਰਮੀ ਪੈਦਾ ਕਰਦੀ ਹੈ, ਸਗੋਂ ਉਹਦੇ ਨਾਲ ਕਮਜ਼ੋਰੀ ਪੈਦਾ ਹੁੰਦੀ ਹੋਈ ਨਾੜੀਆਂ ਦੇ ਵਿੱਚ। ਨੀਂਦ ਆਉਣ ਦੀ ਦਵਾਈ ਦੇ ਦਿੰਦੇ, ਪਹਿਲਾਂ ਨੀਂਦ ਆਉਣ ਦੀ ਦਵਾਈ ਅਸੀਂ ਨੀਂਦ ਨਹੀਂ ਸੀ ਆਉਂਦੀ ਹੁੰਦੀ ਚਿੰਤਾ ਵਾਲਿਆਂ ਨੂੰ। ਉਹਨਾਂ ਕਹਿੰਦਾ ਕੋਈ ਇਲਾਜ ਨਹੀਂ ਹੈ, ਡਾਕਟਰੀ ਇਲਾਜ ਨਹੀਂ, ਕਿਉਂਕਿ ਇਹ ਸੰਬੰਧ ਸਪਿਰਚੁਅਲਿਜ਼ਮ ਨਾਲ ਹੈ। ਆਦਮੀ ਦਾ ਮਨ ਨਾਲ ਸੰਬੰਧ ਹੈ ਹਾਰਟ ਅਟੈਕ ਦਾ। ਮਨ ਨੂੰ ਚਿੰਤਾ ਫਿਕਰ ਹੁੰਦਾ, ਮਨ ਨੂੰ ਚਿੰਤਾ ਫਿਕਰ ਦੀ ਦਵਾਈ ਨਹੀਂ ਹੈ ਸਾਡੇ ਕੋਲ, ਦਵਾਈ ਨਹੀਂ ਹੈ। ਉਹਨੂੰ ਬੇਹੋਸ਼ ਕਰਕੇ ਰੱਖਣਾ ਜਾਂ ਨਸ਼ਾ ਖਿਲਾ ਕੇ ਕੋਈ ਕਰ ਲੈਣਾ, ਇਹ ਦਵਾਈ ਨਹੀਂ ਹੈ। ਉਹਦੇ ਖੂਨ ਦੇ ਵਿੱਚ ਸਮਾਂ ਹੋਰ ਨੁਕਸਾਨ ਪੈਦਾ ਕਰਨ ਵਾਲੀ ਚੀਜ਼। ਟੈਂਪਰੇਰੀ ਦਵਾਈ ਤਾਂ ਹੈ, ਪਰ ਇਹਦਾ ਨੁਕਸਾਨ ਜ਼ਿਆਦਾ ਹੁੰਦਾ। ਇਸ ਕਰਕੇ ਦੀ ਦਵਾਈ ਉਹ ਨਹੀਂ ਕੋਈ। ਹਾਰਟ ਅਟੈਕ ਦੀ ਸਾਡੇ ਕੋਲ ਕੋਈ ਇਲਾਜ ਨਹੀਂ। ਇਹਦਾ ਇਲਾਜ ਧਰਮ 'ਚੋਂ ਲੱਭੋ। ਫਿਰ ਉਹਨਾਂ ਧਰਮ ਸਟੱਡੀ ਕਰਾਇਆ। ਪਤਾ ਹੀ ਸੀਗਾ ਵੈਸੇ ਅੰਗਰੇਜ਼ਾਂ ਨੇ ਤਾਂ ਹਿੰਦੁਸਤਾਨ ਦੇ ਵਿੱਚ ਧਰਮ ਜਿਹੜਾ ਹੈਗਾ ਸਿੱਖ ਧਰਮ ਵਧੀਆ ਧਰਮ ਹੈ, ਕਿਉਂਕਿ ਉਹਨਾਂ ਨੇ ਸਿੱਖਾਂ ਦੇ ਉਸ ਵੇਲੇ ਦੀਆਂ ਅਰਦਾਸਾਂ ਕਰਕੇ ਜਿਹੜੇ ਕੰਮ ਕੀਤੇ ਸੀ ਅੰਗਰੇਜ਼ਾਂ ਨੂੰ ਪਤਾ ਸੀ। ਉਸ ਵੇਲੇ ਦੇ ਸਟੱਡੀ ਕਰਾ ਕੇ ਰੱਖੇ ਹੋਏ ਨੇ ਉਹ ਗ੍ਰੰਥ। ਹੁਣ ਉਹ ਕਹਿੰਦੇ ਨੇ ਵੀ ਹੈ ਤਾਂ ਸਹੀ, ਇਹਦੇ ਵਿੱਚ ਆਦਮੀ ਦੇ ਮਨ ਤੇ ਗਮੀ ਔਰ ਖੁਸ਼ੀ ਦਾ ਗਮੀ ਦਾ ਅਸਰੇ ਨਾ ਹੋਵੇ, ਹਾਰਟ ਅਟੈਕ ਨਹੀਂ ਹੁੰਦਾ। ਕਿਸੇ ਖੁਸ਼ੀ ਔਰ ਗਮੀ ਦਾ ਉੱਤੇ ਅਸਰੇ ਨਾ ਹੋਵੇ, ਬੇਅਸਰ ਹੋ ਜਾਏ। ਇਹ ਧਰਮ ਹੀ ਕਰਦਾ, ਫਿਰ ਹੋਰ ਕੋਈ ਚੀਜ਼ ਨਹੀਂ ਕਰਦੀ। ਜੋ ਨਾਲ ਸੁਖ ਮੈਂ ਦੁੱਖ में दुख नहीं मन, सुख सने और भय नहीं जाके कांचन माटी मन। ये दवाई है। इतना भी धर्म या होर किते है नहीं। ਤਾਂ ਕਹਿੰਦੇ ਨੇ ਵੀ ਸਿੱਖ ਧਰਮ ਦੱਸੋ ਕੀ ਹੈ। ਇਸੇ ਕਰਕੇ ਉਹ ਉਹਨਾਂ ਨੇ ਅੰਮ੍ਰਿਤ ਛਕਿਆ ਸੀ 5000 ਬੰਦੇ ਨੇ, ਜਿਹੜੇ ਕਹਿੰਦੇ ਸੀ ਕੁਰਸੀਆਂ ਤੇ ਬੈਠਣਾ। ਤਾਂ ਹੀ ਉਹਨਾਂ ਨੂੰ ਮੈਂ ਕਿਹਾ ਸੀ ਵੀ ਤੁਹਾਨੂੰ ਉਹ ਚੀਜ਼ ਨਹੀਂ ਮਿਲਣੀ ਜੇ ਕੁਰਸੀਆਂ ਤੇ ਬੈਠੋਗੇ। ਜਿਹੜੀ ਚੀਜ਼ ਖਾਤਰ ਤੁਸੀਂ ਅੰਮ੍ਰਿਤ ਛਕ ਰਹੇ ਹੋ। ਫਿਰ ਨਾ ਕਿਉਂ ਦੱਸਿਆ ਨਹੀਂ। ਮੈਨੂੰ ਵਿੱਚੋਂ ਪਤਾ ਸੀ ਗੱਲ ਦਾ ਵੀ ਅੰਮ੍ਰਿਤ ਕਿਉਂ ਛਕਦੇ ਨੇ। ਵਿੱਚੋਂ ਬਿਮਾਰੀ ਦਾ ਪਤਾ ਸੀ ਨਾ ਵੀ ਕਿਉਂ ਛਕਦੇ ਨੇ। ਉਹ ਛਕਦੇ ਸੀ ਹਾਰਟ ਅਟੈਕ ਤੋਂ ਬਚਣ ਵਾਸਤੇ। ਹਾਰਟ ਅਟੈਕ ਤਾਂ ਸਿੱਖਾਂ ਨੂੰ ਹੋ ਰਿਹਾ। ਹੁਣ ਕਿਉਂ ਹੋ ਰਿਹਾ? ਗੁਰਮਤਿ ਦੀ ਸੋਝੀ ਨਹੀਂ ਹੈ। ਗੁਰਮਤਿ ਤੇ ਪਹਿਰਾ ਹੀ ਨਹੀਂ ਦਿੱਤਾ, ਮੰਨਿਆ ਹੀ ਨਹੀਂ। ਮੰਨਣ ਨਾਲ ਹੈ ਗੱਲ ਸਾਰੀ ਹੋਣੀ। ਮੰਨਣ ਦੇ ਬਦਲਦੀ ਹੈ। ਜਿਹੜੇ ਬੰਦਿਆਂ ਨੂੰ ਸੰਤਾਂ ਨੂੰ ਵੀ ਹਾਰਟ ਅਟੈਕ ਹੁੰਦਾ, ਉਹ ਸੰਤ ਨਹੀਂ ਹੁੰਦੇ। ਮੈਨੂੰ ਯਾਦ ਆ ਪੰਜਾਬੀ ਦੇ ਅਖਬਾਰ 'ਚ ਮੈਂ ਸਹਾਰਨਪੁਰ ਬੈਠੇ ਸਟੇਸ਼ਨ ਤੇ ਪੜ੍ਹਿਆ ਸੀ। ਜਿਹੜਾ ਕਲੇਰਾਂ ਵਾਲਾ ਜਿੱਦਣ ਈਸ਼ਵਰ ਸਿੰਘ ਮਰਿਆ, ਉਹ ਲਿਖਿਆ ਸੀ ਹਾਰਟ ਅਟੈਕ ਨਾਲ ਮਰਿਆ। ਸੰਤ ਕਾਹਦਾ ਹੋਇਆ ਫਿਰ ਉਹ? ਮੈਨੂੰ ਤਾਂ ਪਤਾ ਸੀ। ਮੈਂ ਜਦ ਹੀ ਦੇਖ ਲਿਆ ਵੀ ਇਹ ਸੰਤ ਨਹੀਂ। ਪਤਾ ਤਾਂ ਖੈਰ ਪਹਿਲਾਂ ਹੀ ਸੀ ਵੀ ਸੰਤ ਹੈ ਨਹੀਂ। ਜਿਹੜਾ ਹਾਰਟ ਅਟੈਕ ਨਾਲ ਮਰਿਆ ਉਹ ਸੰਤ ਨਹੀਂ ਹੁੰਦਾ। ਉਹ ਤਾਂ ਮਾਇਆਧਾਰੀ ਸੀ। ਮਾਇਆਧਾਰੀ ਦੇ ਉੱਤੇ ਮਾਇਆ ਦਾ ਪ੍ਰਭਾਵ ਹੈ, ਦੁੱਖ ਸੁੱਖ ਦਾ ਪ੍ਰਭਾਵ ਹੈ। ਇਹ ਤਾਂ ਉਦੋਂ ਦਾ ਹੀ ਮਾਇਆਧਾਰੀ ਨੇ। ਸੰਤ ਹੋਵੇ ਉਹਨੂੰ ਹਾਰਟ ਅਟੈਕ ਹੋਵੇ, ਸੰਤ ਨਹੀਂ ਹੋ ਸਕਦਾ। ਹਾਰਟ ਅਟੈਕ ਦਾ ਇਲਾਜ ਹੈ ਭਾਣੇ 'ਚ ਚੱਲਣਾ। ਜਿਹੜਾ ਹੁਕਮ ਦੇ ਵਿੱਚ ਚੱਲਦਾ ਉਹਦਾ ਹਾਰਟ ਅਟੈਕ ਦਾ ਮਤਲਬ ਹੈ ਕੋਈ। ਭਾਣੇ ਚੱਲਣ ਨਾਲ ਹਾਰਟ ਅਟੈਕ ਦੀ ਇਲਾਜ ਹੈ।
ਇਸ ਕਰਕੇ ਗਰੀਬਾਂ ਨੂੰ ਘੱਟ ਹੁੰਦਾ। ਗਰੀਬਾਂ ਦੀ ਸੀਮਤ ਹੁੰਦੀ ਹੈ, ਰੋਟੀ ਸਹੀ ਹੁੰਦੀ ਹੈ, ਬਹੁਤਾ ਫਿਕਰ ਤਾਂ ਹੁੰਦਾ ਨਹੀਂ ਉਹਨਾਂ ਨੂੰ। ਜਿਹੜਾ ਕਾਰੋਬਾਰ ਵੱਧ ਜਾਂਦਾ ਉਹਨਾਂ ਹਾਰਟ ਅਟੈਕ ਦੀ ਬਿਮਾਰੀ ਵੱਧ ਜਾਂਦੀ। ਇਸ ਤਰੀਕੇ ਦੇ ਰੋਗਾਂ ਦੀ ਗੱਲ ਕੀਤੀ ਹੋਈ ਹੈ। ਵੱਡੇ ਰੋਗ ਹਿੰਦੁਸਤਾਨ 'ਚ ਉਦੋਂ ਤੋਂ ਆਏ ਨੇ ਜਦੋਂ ਤੋਂ ਅਮੀਰਤਾ ਗਈ। ਪਹਿਲਾਂ ਹਾਰਟ ਅਟੈਕ ਨਹੀਂ ਸੀ ਹੁੰਦਾ ਹਿੰਦੁਸਤਾਨ 'ਚ। ਉਹ ਗੱਲ ਅਲੱਗ ਆ ਵੀ ਕਿਸੇ ਨੂੰ ਕਿਸੇ ਹੋਰ ਵਜ੍ਹਾ ਨਾਲ ਰੋਗ ਨਾ ਹੋ ਗਿਆ। ਫਿਕਰ ਤਾਂ ਖੈਰ ਲੋਕਾਂ ਨੂੰ ਹੁੰਦਾ ਹੀ ਸੀ। ਫਿਕਰ ਤਾਂ ਗਰੀਬ ਨੂੰ ਵੀ ਕਈ ਪ੍ਰਕਾਰ ਦਾ ਹੋ ਜਾਂਦਾ। ਕਈਆਂ ਦੇ ਐਕਸੀਡੈਂਟਲੀ ਜਵਾਨ ਮੁੰਡੇ ਮਰ ਜਾਂਦੇ ਨੇ, ਕਈ ਹੋਰ ਨੁਕਸਾਨ ਹੋ ਜਾਂਦੇ ਨੇ, ਅੰਦਰ ਅੰਦਰ ਖਾ ਜਾਂਦਾ ਉਹਨਾਂ ਨੂੰ ਫਿਕਰ। ਹਾਰਟ ਅਟੈਕ ਤਾਂ ਹੋ ਹੀ ਜਾਂਦਾ ਉਹਨਾਂ ਨੂੰ ਵੀ, ਦਿਲ ਕਮਜ਼ੋਰ ਹੋ ਜਾਂਦਾ। ਪਰ ਆਮ ਆਦਮੀ ਨੂੰ ਜਿਵੇਂ ਹੁਣ ਬਲੱਡ ਪ੍ਰੈਸ਼ਰ ਵਗੈਰਾ ਇਹ ਉਦੋਂ ਨਹੀਂ ਸੀ। ਖਾਣ ਪਾਣ ਬਦਲ ਗਿਆ, ਹਰ ਬਹੁਤ ਚਿੰਤਾ ਬਦਲ ਗਈ, ਵਰਕ ਜ਼ਿਆਦਾ ਕਰਦਾ ਦਿਮਾਗ। ਇਸ ਕਰਕੇ ਜਿਹੜਾ ਗਿਆਨ ਹੈ, ਤਤ ਗਿਆਨ ਹੈ। ਰੋਗਣ ਤੇ ਅਰ ਸੋਗਣ ਤੇ ਜਲ ਜੋਗਣ ਤੇ ਭੁਪਾਂਤ ਬਚਾਵਾ। ਹਾਂ, ਰੋਗਣ ਤੇ ਹਰ ਸੋਗਣ ਤੇ ਜਲ ਜੋਗਣ ਤੇ ਭੁਪਾਂਤ ਬਚਾਵਾ। ਕਾਰੋਬਾਰ ਕੱਟਾ ਵੀ ਹੋਵੇ ਜਿਹੜਾ ਪਾਣੀ ਦੇ ਵਿੱਚ, ਉਹਨੂੰ ਕੋਈ ਚਿੰਤਾ ਨਹੀਂ। ਘਟ ਗਿਆ ਤਾਂ ਉਹਦਾ, ਵੱਧ ਗਿਆ ਤਾਂ ਉਹਦਾ। ਆਪ ਕੀ ਆਪ ਤਾਂ ਪਹਿਰੇਦਾਰ ਹੈ ਭਾਈ। ਦਬੜਾ ਤੇ ਸੀਗਾ ਜੋ ਖਰਚੇ ਔਰ ਖਾਏ, ਸਾਡਾ ਤਾਂ ਉਹਨਾਂ ਜਿੰਨਾ ਖਰਚ ਖਾ ਲਿਆ। ਬਾਕੀ ਤਾਂ ਪਹਿਰੇਦਾਰੀ ਹੈ ਨਾ। ਬਾਕੀ ਦਾ ਵੀ ਸ਼ਾਇਦ ਹੈ, ਖਾਦਾ ਵੀ ਤਾਂ ਉਹੀ ਲਾਇਆ ਨਾ। ਬਸ ਖਾਲਸੇ ਦਾ ਸੀ, ਬਾਕੀ ਅਹਿਮਦ ਸ਼ਾਇਦ ਦਾ। ਜਮਾ ਨੂੰ ਕਹਿੰਦੇ ਜੰਮ ਲੈ ਜਾਂਦੇ ਨੇ। ਜੋ ਜਮਾ ਕਰ ਲਿਆ ਉਹਨੂੰ ਜੰਮ ਲੈ ਜਾਂਦੇ ਨੇ। ਜੰਮ ਕਿਵੇਂ ਲੈ ਜਾਂਦੇ ਨੇ? ਆਪੇ ਲੈ ਜਾਂਦੇ ਨੇ, ਗਾਹਾਂ ਜਾਣ ਦਿੰਦੇ ਨਾਲ। ਜਾਣ ਤਾਂ ਦੇਣਾ ਨਹੀਂ ਨਾਲ, ਇੱਥੇ ਨਹੀਂ ਖਾ ਲੈਣਾ ਜਮਾ ਨੇ। ਜਮਾ ਨੇ ਇੱਥੇ ਰਖਾ ਲੈਣਾ, ਲੈ ਕੇ ਕਿੱਥੇ ਜਾਣਾ? ਜੋ ਜਮਾ ਕਰ ਲਿਆ ਉਹ ਜਮਾ ਦਾ, ਜੰਮਦਾ ਅਹਿਮਦ ਸ਼ਾਹ ਦਾ। ਜਿਹੜਾ ਖੱਜ ਖਾ ਲਿਆ ਉਹ ਤੇਰਾ। ਉਹ ਪਹਿਲਾਂ ਹੀ ਇਹ ਦੇਖ ਕੇ ਚੱਲਦੇ ਨੇ। ਇਹੋ ਜਿਹਾ ਪੜ੍ਹਾਈ ਇਹੋ ਜਿਹੀ ਸੀ, ਇਹੋ ਜਿਹੀ ਸਿੱਖਿਆ ਸੀ। ਸਿੱਖਿਆ ਦੀ ਗੱਲ ਹੁਣ ਇਹ ਸਿੱਖਿਆ ਹੈ ਨਹੀਂ। ਹੁਣ ਤਾਂ ਜਿੰਨੀ ਸਿੱਖ ਨੂੰ ਭੁੱਖ ਹੈ ਮਾਇਆ ਦੀ, ਮੇਰਾ ਖਿਆਲ ਵਰਲਡ 'ਚ ਕਿਸੇ ਨੂੰ ਭੁੱਖ ਨਹੀਂ ਹੈ। ਸਿੱਖ ਨੂੰ ਜਿੰਨੀ ਮਾਇਆ ਦੀ ਭੁੱਖ ਹੈ ਨਾ, ਵਰਲਡ 'ਚ ਕਿਸੇ ਨੂੰ ਨਹੀਂ। ਸਭ ਤੋਂ ਜ਼ਿਆਦਾ ਭੁੱਖ ਇਹਨਾਂ ਨੂੰ ਦੀਦੀ। ਉਲਟੀ ਗੱਲ ਹੋ ਗਈ। ਕਿਉਂ ਹੋਈ ਉਲਟੀ ਗੱਲ? ਹੈ ਹੋਈ ਕਿਉਂ? ਇੱਕ ਉਹ ਸ਼ਲੋਕ ਹੈ ਤਾਂ ਫਰੀਦ ਦਾ, ਵੱਧ ਥੀਵੇ ਦਰਿਆਓ ਟੁੱਟ ਨਾ ਥੀਵੇ। ਬਸ ਇਹਨਾਂ ਦਾ ਬੰਨ ਟੁੱਟ ਗਿਆ, ਜਿਹੜਾ ਦਰਿਆ ਦਾ ਬੰਨ ਬੰਨਿਆ ਸੀ। ਗੁਰੂ ਨੇ ਲਾਇਆ ਸੀ ਬੰਨ ਸਬਰ ਦਾ, ਉਹ ਗਿਆ ਟੁੱਟ। ਪਹਾੜ ਆ ਕੇ ਰਹਿ ਗਿਆ ਸਭ ਕੁਛ ਇਹਨਾਂ ਦਾ। ਉਹ ਸਬਰ ਦਾ ਬੰਨ ਟੁੱਟ ਗਿਆ। ਪਿੱਛੇ ਬਹੁਤ ਪਾਣੀ ਖੜਾ ਸੀਗਾ, ਗਰੀਬੀ ਬਹੁਤ ਕੱਟੀ ਸੀ ਬਜ਼ੁਰਗਾਂ ਨੇ। ਘਰ ਘਾਟ ਜੋ ਗੱਡਿਆਂ ਦੇ ਪਾ ਕੇ ਫਿਰਦੇ ਸੀ ਨਾ, ਪਛੜ ਗਏ ਸੀ ਸਿੱਖ। ਆ ਲੜਾਈ ਲੜਦੇ ਲੜਦੇ ਪਛੜ ਗਏ ਸੀ ਬਹੁਤ। ਉਹ ਬਣ ਗਿਆ ਟੁੱਟ। ਇਹੀ ਵਾਰਨਿੰਗ ਦਿੱਤੀ ਸੀ, ਜੇ ਬੰਨ ਟੁੱਟ ਗਿਆ ਕੱਖ ਵੀ ਨਹੀਂ ਛੱਡਣਾ। ਸਿੱਖਾਂ ਦਾ ਟੁੱਟ ਗਿਆ ਬੰਨ, ਲਿਖਿਆ ਹੋਇਆ ਗੁਰਬਾਣੀ 'ਚ। ਉਹ ਬੰਨ ਲੈ ਗਿਆ ਹੜਾ ਕੇ ਇਹਨਾਂ ਨੂੰ। ਇਸ ਕਰਕੇ ਇਹਨਾਂ ਨੂੰ, ਕਿਉਂਕਿ ਪਿੱਛੇ ਪਾਣੀ ਜਮਾਂ ਜੋ ਜ਼ਿਆਦਾ ਹੋ ਜਾਂਦਾ ਨਾ, ਜਾਂ ਜੇ ਦਰਿਆ ਬੰਨ ਲਈਏ ਜਮਾਂ ਨਹੀਂ ਹੋ ਜਾਂਦਾ ਪਾਣੀ। ਇੱਕ ਵਾਰ ਟੁੱਟ ਜਾਵੇ ਫਿਰ ਜਿੰਨਾ ਚਿਰ ਸਾਰਾ ਨਿਕਲਣਾ ਲਵੇ ਪਾਣੀ ਦਰਿਆ ਦਾ, ਉਹਨਾਂ ਚਿਰ। ਹੁਣ ਗੋਲਕ ਦੀ ਵੀ ਪਰਵਾਹ ਨਹੀਂ ਇਹਨਾਂ ਨੂੰ। ਜਿਹਨੂੰ ਕਿਹਾ ਸੀ ਨਾ ਸੰਖੀ ਹੈ ਗੋਲਕ, ਉਹਦੀ ਵੀ ਪਰਵਾਹ ਨਹੀਂ ਮਾਇਆ ਦੀ। ਬੰਨ ਜੋ ਟੁੱਟ ਗਿਆ, ਅੰਨੇ ਹੋ ਗਏ। ਇੱਥੋਂ ਹੋਈ ਹੋਈ ਆ ਬਿਮਾਰੀ। ਇਹ ਦੱਸਤੀ ਜਿਹਨੇ ਇਲਾਜ ਕਰਨਾ ਕਰ ਲਵੇ, ਨਹੀਂ ਕਰਨਾ ਨਾ ਕਰੇ। ਦੱਸਤੀ ਬਿਮਾਰੀ ਕੀ ਬਈ। ਡਾਕਟਰ ਦਾ ਹਕੀਮ ਦਾ ਕੰਮ ਹੁੰਦਾ ਬਿਮਾਰੀ ਦੱਸਣਾ। ਤੈਨੂੰ ਆਹ ਬਿਮਾਰੀ ਹੈ ਭਾਈ, ਇੱਥੋਂ ਬਚੀ। ਜੇ ਬਚਣਾ ਬਚੋ, ਨਹੀਂ ਬਚਣਾ ਨਾ ਬਚੋ। ਡਾਕਟਰ ਨੇ ਜ਼ਬਰਦਸਤੀ ਤਾਂ ਬਚਾਉਣਾ ਨਹੀਂ ਉਹਨੂੰ। ਉਹਨੂੰ ਦੱਸਤਾ ਵੀ ਜੇ ਭਾਈ ਹੁਣ ਤੇਰੇ ਅੰਦਰ ਸ਼ਰਾਬ ਚੱਲੀ ਗਈ ਨਾ, ਹੁਣ ਨਹੀਂ ਤਾਂ ਬਚਣਾ। ਹੁਣ ਤੇ ਜਦ ਪੀ ਲਈ। ਜੇ ਫੇਰ ਵੀ ਪੀ ਲਵੇ ਉਹ, ਫਿਰ ਉਹਦੀ ਮਰਜ਼ੀ। ਫਿਰ ਵੀ ਉਹ ਨਾ ਹਟੇ, ਫਿਰ ਉਹਦੀ ਮਰਜ਼ੀ। ਫਿਰ ਉਹ ਭਰੂਗਾ ਆਵੇ।
ਜਲ ਜੋਗਣ ਤੇ ਬਹੁ ਭਾਂਤ ਬਚਾਵੇ। ਜਲ ਜੋਗਣ ਤੇ ਬਹੁ ਭਾਂਤ ਬਚਾਵੇ। ਇਹ ਜਲ ਜੋਗਣਾ ਨੇ, ਇਹ ਜਿਹੜਾ ਸੰਸਾਰ ਹੈ ਨਾ, ਇਹ ਕੀ ਹੈ? ਇਹ ਪਾਣੀ ਦਾ ਬੁਲਬੁਲਾ ਹੈ। ਇਹ ਜਲ ਜੋਗਣਾ ਉਹ ਨੇ ਜਿਹੜੀਆਂ ਤੁਹਾਨੂੰ ਮਾਇਆ 'ਚ ਰੱਖਣ, ਮਾਇਆ ਨਾਲ ਜੁੜੇ ਰੱਖਣਾ ਚਾਹੁੰਦੀਆਂ ਨੇ। ਜਲ ਜੋਗਣਾ ਉਹਨੂੰ ਕਹਿੰਦੇ ਨੇ। ਜਿਹੜੀਆਂ ਸ਼ਕਤੀਆਂ ਸਾਨੂੰ ਮਾਇਆ ਤੋਂ ਪਰੇ ਨਹੀਂ ਨਾ ਜਾਣ ਦਿੰਦੀਆਂ, ਇਹ ਤੋਂ ਸੰਸਾਰ 'ਚੋਂ ਛੁੱਟਣ ਨਹੀਂ ਦਿੰਦੀਆਂ, ਭਵ ਸਾਗਰ 'ਚੋਂ, ਉਹ ਜਲ ਜੋਗਣਾ ਨੇ। ਜਲ ਦਾ ਹੀ ਆ, ਜਲ ਤੇ ਤ੍ਰਿਭਵਨ ਸਾਜਿਆ, ਜਲ ਤੇ ਨਹੀਂ ਸਾਜਿਆ ਹੈ। ਜਲ ਨਾਲ ਜੁੜਿਆ ਰੱਖਣ ਵਾਲੀਆਂ ਜਿੰਨੀਆਂ ਜੋਗਣਾ ਨੇ ਨਾ, ਮੱਤਾਂ ਨੇ, ਉਹ ਜਲ ਜੋਗਣਾ ਨੇ। ਜਿੰਨੀਆਂ ਵੀ ਦੁਰਮੱਤਾਂ ਨੇ ਸਾਰੀਆਂ ਜਲ ਜੋਗਣਾ ਨੇ। ਜਲ ਜੋਗਣ ਤੇ ਬਹੁ ਭਾਂਤ ਬਚਾਵੇ। ਜਿੰਨੀਆਂ ਗੁਰਮਤਿ ਉਲਟ ਦੁਈਆਂ ਮੱਤਾਂ ਨੇ ਸਾਰੀਆਂ ਜਲ ਜੋਗਣਾ ਨੇ। ਇਹ ਜਲ ਜੋਗਣਾ ਸਾਰੀਆਂ ਸੰਸਾਰ ਨਾਲ ਜੋੜਦੀਆਂ ਨੇ। ਜਿੰਨੀਆਂ ਅਰਦਾਸਾਂ ਅਸੀਂ ਕਰਦੇ ਹਾਂ ਜਲ ਜੋਗਣ ਦੀਆਂ ਨੇ ਸਾਰੀਆਂ। ਪੁੱਤਰਾਂ ਦੀ ਅਰਦਾਸ ਜਲ ਜੋਗਣ, ਪੁੱਤਰ ਚਾਹੀਦੇ ਨੇ, ਜਲ ਜੋਗਣ ਅਰਦਾਸ। ਕਿਉਂ? ਪੁੱਤੀ ਗੰਢ ਪਵੇ ਸੰਸਾਰ, ਸੰਸਾਰ ਨਾਲ ਜੋੜਨਾ, ਗੰਢ ਪਾ ਦੇਣੀ, ਸਿਫਤੀ ਗੰਢ ਪਵੇ ਦਰਬਾਰ। ਇਹ ਸਿਫਤਾਂ ਦੀ ਜਿਹੜੀ ਹੈ ਨਾ, ਜਿਸ ਨੂੰ ਬਖਸ਼ੇ ਸਿਫਤ ਸਲਾਹ ਨਾਨਕ ਪਾਤਸ਼ਾਹੀ ਪਾਤਸ਼ਾਹ, ਇਹ ਜਿਹੜੀ ਵਿਚਾਰਧਾਰਾ ਸਿਫਤਾਂ ਦੀ ਹੈ, ਇਹ ਦਰਬਾਰ ਨਾਲ ਜੋੜਦੀ ਹੈ, ਦਰਗਾਹ ਨਾਲ ਜਲ ਜੋਗਣਾ ਜੋੜਦੀਆਂ ਨੇ, ਬਾਕੀ ਮਨਮੱਤਾਂ ਜੋੜਦੀਆਂ ਨੇ ਸੰਸਾਰ ਨਾਲ। ਜਲ ਜੋਗਣ ਤੇ ਬਹੁ ਭਾਂਤ ਬਚਾਵੇ। ਬਹੁ ਭਾਂਤ ਬਚਾਵੇ। ਸ਼ਤਰੂ ਅਨੇਕ ਚਲਾਵਤ ਘਾਵ, ਸਤਰੂ ਅਨੇਕ ਚਲਾਵਤ ਘਾਵ, ਤਉ ਤਨ ਏਕ ਨਾ ਲਾਗਣ ਪਾਵੇ। ਛੱਤਰ ਜਿਹੜੇ ਬਕਾਰ ਨੇ ਉਹਦਾ ਨੇਗਾ ਘਾ ਚਲਾਉਂਦੇ ਹੀ ਨੇ। ਬਕਾਰ ਸ਼ਤਰੂ ਨੇ ਸਾਡੇ। ਜਿਹੜਾ ਬਕਾਰਾਂ ਨਾਲ ਲੜਦਾ ਹੈ ਤਾਂ ਬਕਾਰਾਂ ਨੇ ਵੀ ਤਾਂ ਅੱਗੋਂ ਚਲਾਉਣਾ ਹੀ ਹੈ। ਸਤਰ ਅਨੇਕ ਚਲਾਵਤ ਘਾਵ, ਤਉ ਤਨ ਏਕ ਨਾ ਲਾਗਣ ਪਾਵੇ। ਜਿੰਨਾ ਚਿਰ ਤੇਰੀ ਨਿਗਾਹ ਸਿੱਧੀ ਇੱਕ ਨਹੀਂ ਲੱਗਦਾ, ਚਾਹੇ ਬਾਹਰਲਾ ਸ਼ਤਰੂ ਹੋਵੇ ਚਾਹੇ ਅੰਦਰਲਾ ਹੋਵੇ, ਕੋਈ ਨਹੀਂ ਲੱਗ ਸਕਦਾ। ਉਹ ਤਾਂ ਜਦ ਤੈਂ ਮਾਰਨਾ ਹੈ, ਤੇਰੀ ਨਿਗਾਹ ਦੂਜੀ ਪਾਸੇ ਨਹੀਂ ਤਾਂ ਹੀ ਲੱਗਣਾ ਹੈ। ਸ਼ਤਰੂ ਤਾਂ ਬਥੇਰੇ ਕੋ ਚਲਾਉਂਦਾ, ਬਥੇਰੇ ਦੋ ਚਲਾਉਂਦਾ, ਇੱਕ ਵੀ ਨਹੀਂ ਕਾਮਯਾਬ ਹੁੰਦਾ। ਤਾਂ ਉਹ ਤਾਂ ਇੱਕ ਨਾ ਲੱਗਣਾ ਪਾਵੇ। ਰੱਖਦਾ ਹੈ ਆਪਣੋਂ ਕਰਦੇ ਕਰ, ਆਪਣਾ ਹੱਥ ਦੇ ਕੇ ਰੱਖੀ ਜਾਂਦਾ ਤੂੰ। ਜਿੰਨਾ ਜੇ ਤੂੰ ਨਹੀਂ ਚਾਹੁੰਦਾ ਇਹਦੇ ਘਾਉ ਲੱਗੇ, ਲੱਗੂ ਕਿਵੇਂ ਪੂਰੇ ਹੱਥ ਆਪਣਾ ਕਰ ਦਿੰਦਾ। ਰੱਖਤਾ ਆਪਣੋਂ ਕਰਦਾ ਕਰ। ਉਹ ਜਦ ਤੂੰ ਨਹੀਂ ਚਾਹੁੰਦਾ ਇਹਦੇ ਲੱਗੇ ਘਾਉ ਤੇ ਆਪਣਾ ਹੱਥ ਪੂਰੇ ਕਰ ਦਿੰਦੇ। ਹੋਰ ਪਾਸੇ ਨਹੀਂ ਜਾਂਦੀ ਹੈ ਗੋਲੀ ਜਾਂ ਤੀਰ, ਉਹਦੀ ਰਫਲ ਫੜ ਕੇ ਹਿਲਾ ਦਿੰਦਾ, ਪਰ ਇਹਨੂੰ ਉਹਨੂੰ ਨਹੀਂ ਦੀਦੀ ਹੈ ਕਿੱਧਰ ਨੂੰ ਹਿੱਲ ਗਈ। ਉਹਦਾ ਤੀਰ ਦੂਆ ਪਾਸੇ ਨੂੰ ਨਿਕਲ ਜਾਂਦਾ, ਉੱਥੇ ਹੀ ਹਿਲਾ ਦਿੰਦਾ। ਰੱਖਦਾ ਆਪਣੋਂ ਕਰਦੇ ਕਰ। ਪਾਪ ਸੰਭੂਨ ਭੇਟਣ ਪਾਵੇਂ। ਜਿੰਨੇ ਵੀ ਪਾਪ ਨੇ, ਅਤੇ ਪਾਪ ਆ ਗਿਆ ਨਾ, ਜਲ ਜੋਗਣ ਦੀ ਗੱਲ ਆ ਗਈ, ਪਾਪ ਆ ਗਿਆ। ਪਾਪ ਜਿੰਨੇ ਵੀ ਸੰਸਾਰ ਦੇ ਨੇ, ਜਿੰਨੀਆਂ ਵੀ ਇੱਛਾਵਾਂ ਸਾਡੀਆਂ ਨੇ, ਇੱਕ ਵੀ ਨੇੜੇ ਨਹੀਂ ਆਉਂਦੀ। 84 ਦੇ ਲੋਕਾਂ ਦੇ ਨੇੜੇ ਆਉਂਦਿਆ ਹੁੰਦਾ ਸਭ ਕੁਛ। ਖਾਲਸਾ 84 ਤੋਂ ਪਰੇ ਹੈ, ਭਗਤ 84 ਤੋਂ ਅਲੱਗ ਹੁੰਦੇ ਨੇ, ਸੰਸਾਰੀ ਨਹੀਂ ਹੁੰਦੇ। ਸੰਸਾਰੀ ਲੋਕਾਂ ਦਾ ਸੰਤਾਂ ਇੱਥੇ ਆ ਕੇ ਹੀ ਫਰਕ ਪੈਂਦਾ ਖਾਲਸੇ ਦਾ। ਸਿੱਖ ਦਾ ਔਰ ਸੰਸਾਰੀ ਦਾ ਫਰਕ ਇੱਥੇ ਆ ਕੇ ਪੈ ਜਾਂਦਾ। ਸਿੱਖ ਹੈ, ਜੇ ਸਿੱਖ ਹੈ ਤਾਂ ਸੰਸਾਰੀ ਹੈ ਨਹੀਂ, ਜੇ ਸੰਸਾਰੀ ਹੈ ਜੋ ਸਿੱਖ ਹੈ ਨਹੀਂ। ਅਸੀਂ ਸੰਸਾਰੀ ਹੋ ਕੇ ਸਿੱਖ ਬਣਨ ਦਾ ਦਾਅਵਾ ਕਰਦੇ ਹਾਂ, ਸਿਆਪਾ ਹੈ। ਹੈਗੇ ਸੰਸਾਰੀ, ਗੱਲ ਕਰਦੇ ਹਾਂ ਸਿੱਖੀ ਦੀ। ਸਿੱਖੀ ਦੇ ਤਾਂ ਜੋ ਅਸੀਂ ਵਿਹੜੇ 'ਚ ਨਹੀਂ ਬੜੇ। ਗੱਲ ਕਰਦੇ ਹਾਂ ਗੁਰਬਾਣੀ ਦੇ ਸੰਸ਼ੋਧਨ ਦੀ, ਅਰਥਾਂ ਦੀ। ਅਸਲ 'ਚ ਮੰਨ ਲਿਆ ਨਾ ਵੀ ਅਸੀਂ ਸਿੱਖ ਹਾਂ, ਔਰ ਸਿੱਖ ਹੈ ਨਹੀਂ। ਸਾਬਤ ਕਰੇ ਕੋਈ ਆਦਮੀ ਵੀ ਮੈਂ ਸਿੱਖਾਂ ਪਹਿਲਾਂ, ਫੇਰ ਕੋਈ ਗਾਹਾਂ ਗੱਲ ਕਰੇ। ਇਹ ਸਾਬਤ ਕਰੇ ਮੈਨੂੰ ਸਿੱਖੀ ਦਾ ਗਿਆਨ ਹੈ। ਚਲੋ ਸਿੱਖੀ ਦਾ ਗਿਆਨ ਹੈ, ਸਾਬਤ ਕਰ ਦੇਵੇ। ਜੇ ਉਹਨੂੰ ਸਿੱਖੀ ਦਾ ਗਿਆਨ ਹੈ ਤਾਂ ਉਹ ਸਿੱਖ ਹੈ। ਜਿਹੜੇ ਆਦਮੀ ਨੂੰ ਸਿੱਖੀ ਦਾ ਗਿਆਨ ਨਹੀਂ ਨਾ ਹੈ,
ਸਿੱਖੀ ਕੀ ਹੈ? ਸਿੱਖੀ ਕੀ ਹੈ ਉਹਦੀ ਡੈਫੀਨੇਸ਼ਨ ਹੈਗੀ ਹੈ। ਕਈ ਡੈਫੀਨੇਸ਼ਨ ਸਿੱਖੀ ਸਿੱਖਿਆ ਗੁਰ ਵਿਚਾਰ। ਜਿਹੜੀ ਗੁਰਮਤਿ ਦੀ ਵਿਚਾਰਧਾਰਾ ਹੈ ਸਿੱਖੀ ਹੈ। ਵਿਚਾਰਧਾਰਾ ਕੀ ਹੈ ਸਮਝਾ ਦੇਵੇ। ਸਿੱਖੀ ਦੀ ਵਿਚਾਰਧਾਰਾ ਕੀ ਹੈ ਸਮਝਾ ਦੇਵੇ, ਪੂਰੀ ਲਾਈਨ ਖਿੱਚ ਦੇਵੇ। ਇੱਥੋਂ ਭਵਸਾਗਰ ਤੋਂ ਲੈ ਕੇ ਸੱਚਖੰਡ ਤੱਕ ਪੂਰੀ ਡਿਮਾਰਕੇਸ਼ਨ ਦੇ ਦੇਵੇ ਵੀ ਆਹ ਰਾਹ ਇੱਥੇ ਦੀ ਰਾਹ ਦੀ ਚੱਲ ਕੇ ਸੱਚਖੰਡ ਪਹੁੰਚ ਜਾਈਦਾ। ਇਹ ਵਿਚਾਰਧਾਰਾ ਹੈ, ਮਾਰਗ ਹੈ, ਇਹੀ ਪੰਥ ਹੈ। ਗੁਰੂ ਦੀ ਵਿਚਾਰਧਾਰਾ ਹੈ ਕੀ? ਜੇ ਇਹਦੀ ਸਮਝ ਨਹੀਂ ਆਈ ਫਿਰ ਬਕਵਾਸ ਕਰਨ ਦੀ ਕੀ ਲੋੜ ਹੈ ਤੇ ਬੋਲਣ ਦੀ ਕੀ ਲੋੜ ਹੈ? ਪਹਿਲਾਂ ਸਿੱਖਦਾ ਲਓ, ਸੁਣੇ ਲਓ ਕਿਸੇ ਤੋਂ, ਆਪਣੀ ਆਪਣੀ ਬੋਲੀ ਬੋਲੀ ਜਾਂਦੇ। ਇਹ ਕੋਈ ਮਜ਼ਾਕ ਗੱਲ ਹੈ। ਇੱਕ ਆਦਮੀ ਕਾਬਲ ਨੂੰ ਕਿਹਾ ਸੀ ਵੀ ਇਹ ਬੋਲੂਗਾ, ਬਾਕੀ ਕੋਈ ਗੱਲ ਆਪਣੇ ਮੂੰਹ ਨਹੀਂ ਕੱਢਣੀ। ਲੈਣੇ ਨੂੰ ਕਿਹਾ ਵੀ ਇਹ ਜੋ ਕਹੂ ਉਹ ਠੀਕ ਆ, ਬਾਕੀ ਤੁਹਾਨੂੰ ਨਹੀਂ ਪਤਾ ਸਿੱਖੀ ਦਾ ਕੀ ਹੈ। ਸੁਣਦੇ ਉਹ ਵੀ ਸੀ। ਉਹ ਡਾਇਰੈਕਟ ਗੁਰੂ ਤੋਂ ਸੁਣਨ ਵਾਲੇ ਨੂੰ ਤਾਂ ਪਤਾ ਨਹੀਂ ਲੱਗਿਆ। ਤੁਹਾਨੂੰ ਕਿੱਥੋਂ ਪਤਾ ਲੱਗ ਗਿਆ? ਸੁਪਨਾ ਆ ਗਿਆ ਤੁਹਾਨੂੰ। ਇੱਥੋਂ ਪਤਾ ਲੱਗਦਾ ਵੀ ਇਹ ਮੂਰਖ ਕਿੰਨੇ ਨੇ। ਇਹ ਤਾਂ ਮੂਰਖ ਨੇ ਬਿਲਕੁਲ। ਉਹ ਜੱਡ ਕੋਈ ਆਦਮੀ ਨਹੀਂ ਜਿਹਨੂੰ ਸਿੱਖੀ ਦਾ ਗਿਆਨ ਹੋਵੇ, ਜਾਂ ਕੋਈ ਆ ਕੇ ਕਹੇ ਮੈਨੂੰ ਗਿਆਨ ਦੱਸੇ। ਉਹ ਅਰਥ ਕਿਸੇ ਨੂੰ ਆਉਂਦੇ ਨਹੀਂ। ਟੀਕੇ ਤੁਸੀਂ ਰੱਦ ਕਰੀ ਬੈਠੇ ਹੋ ਸਾਰੇ ਆਪੇ। ਸਾਰੇ ਟੀਕੇ ਗਲਤ ਨੇ। ਜੋ ਪ੍ਰਚਾਰ ਹੋਇਆ ਗਲਤ ਹੈ ਉਹ ਮੰਨ ਬੈਠੇ ਹੋ। ਫਿਰ ਰੌਲਾ ਕਿਹੜੀ ਗੱਲ ਦਾ ਪਾਉਂਦੇ ਹੋ? ਚੁੱਪ ਕਰ ਜਾਓ, ਖੋਜ ਲਓ, ਜਾਂ ਕਿਸੇ ਤੋਂ ਪੁੱਛ ਲਓ ਭਾਈ ਜਿਹਨੇ ਖੋਜੀ ਉਹ ਦੱਸੇ। ਉਹਦੀ ਸੁਣ ਕੇ ਉਹਨੂੰ ਦੱਸੋ ਵੀ ਇੱਥੋਂ ਭਾਈ ਗਲਤ ਲੱਗਦੀ ਹੈ। ਇਹ ਤਾਂ ਹੋਈ ਨਾ ਗੱਲ। ਆਪਣਾ ਆਪਣਾ ਝੰਡਾ ਚੱਕੀ ਫਿਰਦੇ ਨੇ। ਮੱਤ ਮਾਰੀ ਹੋਈ ਹੈ। ਇਹਦਾ ਤਾਂ ਗੱਲ ਨਹੀਂ ਬਣਨੀ। ਗਾਹਾਂ ਅਗਲਾ ਧਸੋ ਕੇ ਰੱਖ ਦਿੰਦਾ ਜਾਂ ਮੈਦਾਨ 'ਚ ਜਾਂਦਾ, ਜਦ ਜਾਊਗਾ ਖਾੜੇ ਦੇ ਵਿੱਚ ਤੇ ਦੁਆ ਆਜੂ। ਫਿਰ ਜਵਾਬ ਨਹੀਂ ਆਉਂਦਾ ਇਹਨਾਂ ਨੂੰ। ਫਿਰ ਮੂਹਰੇ ਤੇ ਖੜਦਾ ਭਲੇਖਾ ਸਾਰਾ ਨਿਕਲ ਜਾਂਦਾ। ਉਹ ਮਿੱਤਰ ਪਿਆਰ ਨੂੰ ਗੱਲ ਪ੍ਰੀਤਾ ਨਾ ਕਹਿਣ। ਉਹ ਕਹੇ ਜੀ ਇਹ ਇਤਰਾਜ਼ ਹੈ। ਕੀ ਇਤਰਾਜ਼ ਹੈ ਇਹਦੇ 'ਚ? ਜੇ ਗੁਰਬਾਣੀ ਦੀ ਸਮਝ ਹੋਵੇ ਤਾਂ ਪਤਾ ਹੋਵੇ ਵੀ ਅਰਥ ਕੀ ਹੈ ਇਹਦਾ। ਉਹ ਹਾਲ ਮਰੀਦਾਂ ਦਾ ਕਹਿਣਾ, ਮਰੀਦ ਕਹਿੰਦੇ ਨੇ ਆਪਣੇ ਆਪ ਨੂੰ। ਪਹਿਲੀ ਤਾਂ ਗੱਲ ਗੁਰੂ ਨਹੀਂ ਕਿਹਾ ਉਹਨਾਂ ਨੇ ਆਪਣੇ ਆਪ ਨੂੰ। ਮਿੱਤਰ ਪਿਆਰੇ ਨੂੰ ਹਾਲ ਮਰੀਦਾਂ ਦਾ ਕਹਿਣਾ। ਹਾਲ ਮਰੀਦਾਂ ਦਾ ਕਹਿਣਾ ਆ ਇਹਦੇ ਅਰਥ ਨੇ। ਮੈਂ ਮਰੀਦ ਹਾਂ, ਮੈਂ ਗੁਰੂ ਨਹੀਂ ਹਾਂ। ਜੇ ਤੁਸੀਂ ਮਰੀਦ ਹੋ ਜਾਂ ਮੈਂ ਮਰੀਦ ਹਾਂ। ਉਹ ਜਿਹਾ ਮਰੀਦ ਬਣੋ ਜਿਹੋ ਜਿਹਾ ਬਣਿਆ ਹੋਇਆ ਮਰੀਦ। ਉਹ ਮਰੀਦ ਹੁੰਦਾ। ਤੁਸੀਂ ਸਿੱਖ ਬਣ ਗਏ। ਉਹ ਸਿੱਖ ਹੈ ਜਿਹੜਾ ਮਰੀਦਾਂ ਕਹਿ ਰਿਹਾ। ਉਹ ਸਿੱਖ ਹੈ। ਮਿੱਤਰ ਪਿਆਰਾ ਕਿਹਾ ਬਾਕੀ ਸਿੱਖਾਂ ਨੂੰ। ਉਹਦੇ ਪੰਜ ਪਿਆਰੇ ਨੇ ਮਿੱਤਰ ਪਿਆਰਾ ਹੀ ਆ। ਉਹ ਪਿਆਰੇ ਨਹੀਂ ਕਿਹਾ ਹੋਇਆ। ਪੰਜ ਪਿਆਰੇ ਗੁਰੂ ਦੇ ਪਿਆਰੇ ਨੇ। ਲਾਡਲੀ ਫੌਜ ਕਹਿੰਦਾ ਪਿਆਰੇ ਹੀ ਨੇ। ਉਹ ਪਿਆਰੇ ਕਹਿੰਦਾ ਬਰਾਬਰ ਦੇ ਭਰਾ ਕਹਿੰਦਾ। ਤੁਸੀਂ ਹੋਰੇ ਕੁਛ ਮੰਨੀ ਬੈਠੇ ਹੋ। ਮਿੱਤਰ ਪਿਆਰੇ ਨੂੰ ਹਾਲ ਮਰੀਦਾਂ ਦਾ ਕਹਿਣਾ। ਮੇਰਾ ਸੁਨੇਹਾ ਦੇ ਦਿਓ। ਇਹ ਰੋ ਪਿੱਛੋਂ ਅਫਸੋਸ ਨਾ ਕਰਨ ਵੀ ਕੋਈ ਇਹੋ ਜਿਹੀ ਗੱਲ ਹੋ ਗਈ। ਹੌਸਲਾ ਢਾਈ ਦਾ ਹੁੰਦਾ। ਪਹਿਲਾਂ 9ਵੇਂ ਪਾਤਸ਼ਾਹ ਨੇ ਸੀਸ ਦਿੱਤਾ ਹੈ, 5ਵੇਂ ਪਾਤਸ਼ਾਹ ਨੇ ਸੀਸ ਦਿੱਤਾ ਹੈ। ਉਹਨਾਂ ਨੇ ਢੇਰੀ ਡਾਤੀ। ਕਹਿੰਦੇ ਤੁਧ ਬਿਨ ਰੋਗ ਰਜਾਈਆਂ ਦਾ ਓਢਣ। ਸੰਬੋਧਨ ਕਿਹਨੂੰ ਕਰਦੇ ਨੇ? ਇਹਨੂੰ ਕਰਦੇ ਨੇ ਸ੍ਰੀ ਪਦਮਾਪਤੀ ਨੂੰ ਸੰਬੋਧਨ ਕਰ ਰਹੇ ਨੇ। ਐਸੇ ਨੂੰ ਕਰ ਰਹੇ ਨੇ ਜਿਹਦੀ ਗੱਲ ਚੱਲਦੀ ਹੈ। ਤੈਨੂੰ ਛੱਡ ਕੇ, ਤੇਰੇ ਚਰਨ ਛੱਡ ਕੇ ਮੈਂ ਜੇ ਰਜਾਈਆਂ 'ਚ ਪਿਆ ਹੁੰਦਾ ਨਾ ਅੱਜ ਉੱਥੇ ਅਨੰਦਪੁਰ ਸਾਹਿਬ, ਉਹ ਰੋਗ ਸੀ ਮੇਰੇ ਵਾਸਤੇ। ਤਾਂ ਰੋਗ ਸੀ, ਉਹ ਸੁੱਖ ਨਹੀਂ ਸੀਗਾ ਮੈਨੂੰ। ਮੇਰੇ ਵਾਸਤੇ ਨਰਕ ਸੀ, ਭੱਠੀ ਸੀ ਉਹ। ਤੁਧ ਬਿਨ ਰੋਗ ਰਜਾਈਆਂ ਦਾ ਓਢਣ, ਨਾਗ ਨਿਵਾਸਾਂ ਤੇ ਰਹਿਣਾ। ਉਹ ਤਾਂ ਨਾਗ ਸੀਗੇ ਸਾਰੇ, ਮਾਇਆਧਾਰੀ। ਮਾਇਆਧਾਰੀਆਂ ਨਾਲ ਮੈਂ ਕਿਵੇਂ ਰਹਿ ਪੈਂਦਾ? ਮੈਂ ਉਹਨਾਂ ਦੀ ਈਰ ਕਿਵੇਂ ਮੰਨ ਲੈਂਦਾ? ਮੈਂ ਨਹੀਂ ਮੰਨ ਸਕਦਾ। ਆਹ ਮੈਨੂੰ ਠੀਕ ਹੈ, ਉਹ ਨਹੀਂ ਸੀ ਠੀਕ। ਸੂਲ ਸਰਾਹੀ, ਉਹ ਮੇਰੇ ਵਾਸਤੇ ਸੂਲੀ ਸਮਾਨ ਸੀ ਸਰਾਹੀ। ਜੇ ਮੈਨੂੰ ਉੱਥੇ ਸਰਾਹੀਆਂ 'ਚ ਪਾਣੀ ਪੀਂਦਾ, ਹੁਣ ਮੈਨੂੰ ਓਕਣਾ ਪੀਣਾ ਪਊਗਾ। ਸੂਲ ਸਰਾਹੀ ਸੂਲੀ ਦੇ ਬਰਾਬਰ ਸੀ ਮੈਨੂੰ। ਉਦੋਂ ਸੂਲੀ ਚੰਗੀ ਹੈ, ਫਾਂਸੀ ਤੇ ਚੜ੍ਹ ਜਾਊਂ ਠੀਕ ਹੈ। ਸਰਾਹੀ ਨਹੀਂ ਮੈਨੂੰ ਚੰਗੀ। ਖੰਜਰ ਪਿਆਲਾ, ਉਹਦਾ ਪਿਆਲਾ ਨਾ, ਉਦੋਂ ਮੈਨੂੰ ਖੰਜਰ ਚੰਗੀ ਹੈ।
ਉਹ ਪਿਆਲਾ ਮੇਰੇ ਖੰਜਰ ਮੋਂ ਚੁਬਣਾ ਸੀ ਜੇ ਮੇਰੇ ਹੱਥ 'ਚ ਪਿਆਲਾ ਹੁੰਦਾ ਸੁਰਾਹੀ ਹੁੰਦੀ ਔਰ ਮੇਰੇ ਕੋਲ ਉਹੀ ਐਸ਼ੋ ਇਸ਼ਰਤ ਹੁੰਦੀ। ਮੈਨੂੰ ਨਹੀਂ ਉਹਦੀ ਲੋੜ ਹੈਗੀ। ਉਹ ਇਹ ਕਹਿ ਰਹੇ ਨੇ ਤੁਸੀਂ ਅਰਥ ਕੀ ਕਰ ਰਹੇ ਹੋ? ਸੂਲ ਸਰਾਈ ਖੰਜਰ ਪਿਆਲਾ ਬਿਗ ਕਸਾਈਆਂ ਦਾ ਸਹਿਣਾ। ਕਿਉਂ ਮੇਰੇ ਤੇ ਹਰ ਵਕਤ ਕਸਾਈ ਦੀ ਤਲਵਾਰ ਸੀ ਵੀ ਆਹ ਕਹੇ ਆਹ ਬਿਆਨ ਦੇ ਉਹ ਬਿਆਨ ਦੇ। ਮੈਂ ਹੁਕਮ ਨੂੰ ਛੱਡ ਕੇ ਪਰਮੇਸ਼ਰ ਦੇ ਨੂੰ ਉਹਨਾਂ ਦੇ ਹੁਕਮ ਦੇ ਵਿੱਚ ਆ ਜਾਂਦਾ। ਮੈਂ ਪਾਗਲ ਸੀ। ਮਿੱਤਰ ਪਿਆਰੇ ਨੂੰ ਹਾਲ ਬਰੀਦਾ ਯਾਰੜੇ ਦਾ ਸਾਨੂੰ 70 ਜੰਗਾ। ਯਾਰੜੇ ਦਾ ਸਾਨੂੰ 70 ਜੰਗਾ। ਯਾਰ ਦੇ ਨਾਲ ਆ ਹੁਣ ਮੈਂ ਸੱਚ ਨਹੀਂ ਨਾ ਛੱਡਿਆ। ਸੱਚ ਮੇਰਾ ਬਚ ਗਿਆ ਨਾ। ਇਹੀ ਗੱਲ ਹੋ ਲੱਗੀ ਨੂੰ ਕਹੀ ਜਾ ਜਫਰਨਾਮੇ ਚ ਉਹਨਾਂ ਨੇ ਜਿੱਤਿਆ ਮੈਂ। ਯਾਰੜੇ ਦਾ ਸਾਨੂੰ 70 ਜੰਗਾ। ਮੈਂ ਜ਼ਮੀਨ ਤੇ ਪਿਆ ਮੈਂ ਖੁਸ਼ ਹਾਂ। ਪੱਟ ਖੇੜਿਆ ਨਾ ਰਹਿਣਾ। ਜੇ ਮੈਂ ਉੱਥੇ ਅਨੰਦਪੁਰ ਸਾਹਿਬ ਹੁੰਦਾ ਮੈਂ ਪੱਠੀ 'ਚ ਤਪਦਾ। ਸੁਲ੍ਹਾ ਕਰਕੇ ਉਹਨਾਂ ਦੀ ਈਨ ਮੰਨ ਕੇ ਉੱਥੇ ਰਹਿੰਦਾ ਨਾ ਵੀ ਭਾਈ ਤੁਸੀਂ ਪ੍ਰਚਾਰ ਨਾ ਕਰਿਓ। ਕਲੇਸ਼ ਵਾਲਾ ਪ੍ਰਚਾਰ ਬੰਦ ਕਰ ਦਿਓ ਰਹੋ ਕੋਈ ਗੱਲ ਨਹੀਂ। ਇਹ ਨਹੀਂ ਹੋ ਸਕਦਾ। ਸੱਚ ਦਾ ਪ੍ਰਚਾਰ ਨਹੀਂ ਬੰਦ ਹੋ ਸਕਦਾ। ਕਹਿੰਦੇ ਸੱਚ ਨੂੰ ਛੱਡ ਕੇ ਉੱਥੇ ਰਹਿਣਾ ਮੇਰੇ ਵਾਸਤੇ ਪੱਠੀ 'ਚ ਰਹਿਣ ਦੇ ਬਰਾਬਰ ਸੀ। ਪੱਟ ਖੇੜਿਆਂ ਦਾ ਰਹਿਣਾ। ਗੱਲ ਆਏ ਤੁਸੀਂ ਕੀ ਅਰਥ ਕਰਦੇ ਹੋ? ਉਹ ਪਤਾ ਤੁਹਾਨੂੰ ਕੱਸਦਾ ਹੈ ਨਹੀਂ। ਐਵੇਂ ਟਾਰਾਂ ਮਾਰੀ ਜਾਂਦੇ ਹੋ। ਕਿਤੇ ਸਿੱਖੇ ਲਓ। ਐਵੇਂ ਦਾੜੀਆਂ ਵਧਾਈ ਫਿਰਦੇ ਹੋ ਗਾਜ ਦੀਆਂ। ਇਹਦੇ ਨਾਲ ਤਾਂ ਨਹੀਂ ਪ੍ਰਭਾਵ ਪੈਂਦਾ। और की बात कहाँ कहे तो सो पेट ही के पट बीच बचावा है। और की बात कहाँ कहूँ तो सो। मैं होर किसी की गल कहा। पेट ही का पट बीच बचावा है। वो तो पेट च हुंदा बच्चा जो वो भी पट दे विच हुंदा जो उत्थे बिना साह दे बचाई फिरदा ਉਹਨੂੰ ਸਾਹ ਆਉਂਦਾ ਨਹੀਂ। ਬਾਹਰ ਤਾਂ ਬਚਾਉਣਾ ਕੋਈ ਗੱਲ ਹੀ ਨਹੀਂ ਉਹਦੇ ਵਾਸਤੇ। ਉਹ ਬਾਹਰ ਬਚਾਉਣਾ ਕੀ ਔਖਾ ਉਹਨੂੰ। ਉਹ ਪੜਦੇ ਜੇ ਉੱਥੇ ਕੋਈ ਮੁਸੀਬਤ ਪੈ ਜਾ ਅੰਦਰ ਵੀ ਬਚਾਈ ਜਾਂਦਾ। ਉਹਦਾ ਹੱਥ ਉੱਥੇ ਵੀ ਪੜਦਾ ਉਹਨੂੰ ਨਹੀਂ ਕੋਈ ਰੋਕ ਸਕਦਾ। ਪਾਣੇ ਨੂੰ ਨਹੀਂ ਰੋਕ ਸਕਦਾ ਕੋਈ। ਪਾਣਾ ਉੱਥੇ ਵੀ ਵਰਤ ਰਿਹਾ ਹੈ। ਪਾਣਾ ਸਾਰੇ ਵਰਤ ਰਿਹਾ ਹੈ। पेट ही के पट बीच बचावा है। ਪੇਟ ਦੇ ਵਿੱਚ ਜਿਹੜਾ ਪੜਦਾ ਹੀ ਆ ਨਾ ਗਰਭ ਉਹਦੇ ਵਿੱਚ ਅੰਦਰ ਬਚਾ ਰਿਹਾ ਉਹਨੂੰ ਬੱਚੇ ਨੂੰ। ਪੱਟ ਵਿੱਚ ਬਚਾਵਾ। ਤੁਸੀਂ ਬਾਹਰ ਦੀ ਗੱਲ ਕਰਦੇ ਹੋ। ਬਾਹਰ ਬਚਾਉਣਾ ਕੀ ਔਖਾ? ਉੱਥੇ ਨਹੀਂ ਬਚਾ ਸਕਦਾ ਕੋਈ। ਉੱਥੇ ਔਖਾ ਬਚਾਉਣਾ ਸਭ ਤੋਂ। ਭਰਾ ਭਾਵ ਹੈ ਮੈਨੂੰ ਸਾਹਸ ਤੇ ਰੱਖ ਹੈ। ਉਹਦੇ ਬਿਨਾਂ ਸਾਹ ਹੀ ਰੱਖਿਆ ਹੋਇਆ ਉਹਨੇ। ਹਾਂਜੀ। जच भुजंग सुदान बदेव अभेव तुम्हें सब ही कर ध्यावै। ਜੱਚ ਭੁਜੰਗ ਸੋ ਦਾਨਵ ਦੇਵ। ਦਾਨਵ ਨੇ ਦੇਵਤੇ ਨੇ। अभेव तुम्हें सब ही कर ध्यावै। ਜੱਜ ਨੇ ਜਿਹੜੇ ਗਾਉਂਦੇ ਨੇ ਗੀਤ ਪਰਮੇਸ਼ਰ ਦੇ ਹੀ ਗਾਉਂਦੇ ਨੇ। ਪਰਮੇਸ਼ਰ ਦੇ ਤਾਂ ਨਹੀਂ ਗਾਉਂਦੇ। ਉਹ ਪਦਮਾ ਪਦ ਦੇ ਗੀਤ ਗਾਉਂਦੇ ਨੇ। ਸ੍ਰੀ ਪਦਮਾ ਪਦ ਦੇ ਨਹੀਂ ਗਾ ਸਕਦੇ। ਸ੍ਰੀ ਪਦਮਾ ਪਦ ਨੂੰ ਪਦਮਾ ਪਦ ਮੰਨ ਕੇ ਗੀਤ ਰੋੜੇ ਹੋਏ ਉਹਨਾਂ ਦੇ। ਇਹ ਜੱਜ ਨੇ ਗਾਉਂਦੇ ਨੇ ਨੱਚਦੇ ਹੁੰਦੇ ਨੇ ਗੰਧਰਵ ਨੇ ਜਿਹੜੇ ਇਹ ਨੇ। अभेव तुम्हें सब ही ਉਹ कर ਨਾ ध्यावै। ਆ ਦੂਏ ਨੇ ਬਾਕੀ ਦੂਏ ਨੇ ਸ਼ਿਵ ਜੀ ਦੇ। दानव देव ਨਹੀਂ ਦਾਨਵ ਦੇਵਤਾ ਭੁਜੰਗ। ਭੁਜੰਗ ਇੱਥੇ ਹੀ ਆ। ਦੋਏ ਨੇ ਕੈਟਾਗਰੀਆਂ ਹੋਣੀਆਂ। ਜਿੱਥੇ ਭੁਜੰਗ ਵਾਲੇ ਨੇ ਉਹ ਸ਼ਿਵਜੀ ਵਾਲੇ ਆਉਣੇ ਨੇ। ਜੰਗਮ जच विष्णु वाले। ਜੱਜ ਇਹ ਗਾਉਣ ਵਾਲੇ ਨੇ। ਦੂਏ ਦਾਨਵ ਦੇਵ ਨੇ। ਉਹ ਗਾਉਂਦੇ ਨਹੀਂ ਹੁੰਦੇ ਦਾਨਵ ਦੇਵ। ਉਹ ਸੁਣਦੇ ਹੀ ਹੁੰਦੇ ਨੇ। ਜਿਹੜੇ ਕਵੀਸ਼ਰ ਨੇ ਗਾਉਂਦੇ ਨੇ ਨਾ। ਸੰਗਤ ਤਾਂ ਸੁਣਦੀ ਹੋਈ ਹੈ। ਸੁਣਨ ਵਾਲੇ ਦੇਵਤੇ ਹੁੰਦੇ ਨੇ। ਗਾਉਣ ਵਾਲੇ ਰਾਗੀ ਢਾਡੀ ਕਹਿੰਦੇ ਆਪਾਂ ਕਵੀਸ਼ਰ ਕਹਿੰਦੇ। ਐ ਉਹ ਜੱਜ ਨਾਮ ਸੀ ਉਹਨਾਂ ਦਾ। ਕਿੰਨਾ ਨੇ ਜੱਜ ਗਾਉਣ ਕਰਨ ਵਾਲਿਆਂ ਦਾ। ਭੁਜੰਗ ਸੁਦਾਨ ਜਿਵੇਂ ਬਦੇਵ। ਆਪਾਂ ਕਹਿੰਦੇ ਆ ਕੌਣ ਜੀ ਇਹ ਢਾਡੀ ਹੈ ਇਹ ਰਾਗੀ ਹੈ ਕਵੀਸ਼ਰ ਹੈ। ਉਹਨਾਂ ਦੇ ਨਾਂ ਨੇ। ਇਹ ਵਿੱਚੋਂ ਹੀ ਹੁੰਦੇ ਨੇ। ਉਹ ਤਾਂ ਉਹਨਾਂ ਦੇ ਵਿੱਚੋਂ ਹੀ ਦੇਵਤਿਆਂ ਚੋਂ ਹੀ। ਪਰ ਉਹ ਕੈਟਾਗਰੀ ਤਾਂ ਹੈ ਨਾ ਉਹਨਾਂ ਦੀ। ਗਾਉਣ ਵਾਲਿਆਂ ਦੀ ਅਲੱਗ। ਗੀਤ ਉਹਨਾਂ ਨੇ ਜੋੜਨੇ ਨੇ। ਆਪੇ ਲਿਖਣੇ ਨੇ ਆਪੇ ਗਾਉਣੇ ਨੇ। ਉਸ ਦੀ ਕਰਨੀ ਹੈ ਵਿਸ਼ਨੂੰ ਦੀ। ਤੇ ਦੂਏ ਨੇ ਨਾਗੀ ਉਹਦੇ ਸ਼ਿਵ ਜੀ ਦਾ ਵਿਆਹ ਗਾਉਂਦੇ ਹੁੰਦੇ ਨੇ। ਉਹ ਵੀ ਗਾਉਂਦੇ ਨੇ ਨਾ। ਉਹਨਾਂ ਦਾ ਵੀ ਜੋੜਿਆ ਹੈ। ਉਹ ਸ਼ਿਵ ਜੀ ਦੀ ਉਸਤਤੀ ਕਰਦੇ ਨੇ। ਉਹ ਵਿਸ਼ਨੂੰ ਦੀ ਕਰਦੇ ਨੇ। ਸੁਦਾਨ ਬਦੇਵ। ਦਾਨਵ ਦੇਵ ਵੀ ਨੇ ਨਾਲੇ ਵਿੱਚ। ਅਭੇਵ ਤੁਮੇ ਸਭ ਹੀ ਕਰ ਧਿਆਵੈ। ਤੇਰੇ ਧਿਆਨ ਸਾਰਿਆਂ ਦਾ ਕਿਸੇ ਨਾ ਕਿਸੇ ਤਰੀਕੇ ਨਾਲ। ਰਾਖਸ਼ ਵੀ ਉਹ ਤਾਂ ਮੰਗਦੇ ਨੇ। ਇਹਨਾਂ ਵਾਲੇ ਰੱਬ ਨੂੰ ਨਹੀਂ ਮੰਨਦੇ। ਉਹ ਬਸ ਦੇਖੋ ਰਾਖਸ਼ ਮੰਨਦੇ ਨੇ ਕਿਸੇ ਨਾ ਕਿਸੇ ਰੂਪ ਚ ਪਰਮੇਸ਼ਰ ਨੂੰ। ਉਹ ਚਾਹੇ ਕੁਦਰਤ ਕਹਿ ਕੇ ਮੰਨਦੇ ਨੇ। ਕੁਛ ਵੀ ਮੰਨਦੇ ਨੇ। ਪਰ ਉਹ ਜਿਹੜੇ ਇਹਨਾਂ ਵਾਲਾ ਤਰੀਕਾ ਹੈ ਨਾ ਜਿਹਨੂੰ ਇਹ ਮੰਨਦੇ ਨੇ
ਮੂਰਤੀ ਨੂੰ ਗਿਆ ਉਹਨੂੰ ਨਹੀਂ ਉਹ ਮੰਨਦੇ। ਉਹ ਕਹਿੰਦੇ ਨੇ ਕੋਈ ਗੈਬੀ ਸ਼ਕਤੀ ਹੈ, ਜਿਵੇਂ ਮੁਸਲਮਾਨ ਕਹਿੰਦੇ ਨੇ ਮੂਰਤੀ ਦਾ ਕੋਈ ਹੈ ਨਹੀਂ, ਕੋਈ ਗੈਬੀ ਸ਼ਕਤੀ ਹੈ। ਅੱਲਾ ਉਹਦੇ ਮੂਹਰੇ ਅੜਦੇ ਨੇ, ਬੁੱਕ ਵੀ ਅੜਦੇ ਨੇ, ਮੰਗਦੇ ਵੀ ਨੇ, ਮੰਗਦੇ ਨੇ ਨਾ, ਐਵੇਂ ਮੰਗਦੇ ਹੁੰਦੇ ਨੇ, ਮੰਗਦੇ ਉਸੇ ਤੇ ਨੇ, ਪਰ ਉਹ ਜਾਣਦੇ ਨਹੀਂ ਹਣ ਉਹਨੂੰ। ਇਹ ਕਿਹੜਾ ਜਾਣਦੇ ਨਹੀਂ ਜਿਹਤੇ ਮੰਗਦੇ ਨੇ, ਉਹ ਤਾਂ ਜੋ ਜਿਹਤੇ ਮੰਗਦੇ ਨੇ ਉਹ ਸਹੀ ਹੈ, ਚਾਹੇ ਉਹ ਜਾਣਦੇ ਨਹੀਂ। ਇਹਨਾਂ ਨੇ ਡੁਪਲੀਕੇਟ ਬਣਾ ਲਿਆ, ਇਹਨਾਂ ਨੇ ਕਹਾ ਜਾਣਨ ਵਾਲਾ ਵਰਕਾ ਹੀ ਪਾੜਦਾ, ਜਾਣਨ ਦੀ ਲੋੜ ਹੀ ਨਹੀਂ। ਉਹਨਾਂ ਨੂੰ ਜਾਣਨ ਦੀ ਲੋੜ ਤਾਂ ਹੈ ਨਾ, ਇਹ ਤਾਂ ਖੜ ਕੇ ਵੀ ਜਾਣਨ ਦੀ ਲੋੜ ਨਹੀਂ, ਮਿਲ ਗਿਆ ਸਾਨੂੰ ਤਾਂ। ਹਾਂ, ਭੂਮੀ ਆਕਾਸ਼ ਪਤਾਲ ਰਸਾਤਲ ਜਛ ਭੁਜੰਗ ਸਭੈ ਸਿਰ ਨਿਆਵੈ। ਭੂਮ ਦੇ ਉੱਤੇ ਆਕਾਸ਼ ਪਤਾਲ ਜਿੰਨੇ ਵੀ ਜੀਵ ਨੇ, ਜਛ ਭੁਜੰਗ ਸਭੈ ਸਿਰ ਨਿਆਵੈ ਨੇ, ਸਾਰੇ ਤੇਰੇ ਅੱਗੇ, ਤੈਨੂੰ ਅੱਗੇ ਸਾਰੇ ਨਮਸਕਾਰ ਕਰਦੇ ਨੇ, ਤੇਰੇ ਅੱਗੇ ਸਾਰੇ ਝੁਕਦੇ ਨੇ। ਪਾਏ ਸਕੇ ਨਹੀਂ ਪਾਰ ਪ੍ਰਭਾ ਹੂੰ ਕੋ ਨੇਤ ਹੀ ਨੇਤਾ ਵੇਦ ਬਤਾਵੈ। ਇਹ ਜਿਹੜੇ ਵੇਦ ਨੇ ਨਾ, ਇਹ ਦੱਸਦੇ ਨੇ ਵੀ ਜਿਹੜੇ ਗਿਆਨਵਾਨ ਨੇ, ਜਿੰਨੇ ਵੀ ਗਿਆਨਵਾਨ ਨੇ, ਰਿਸ਼ੀ ਮੁਨੀ ਹੋਏ ਨੇ, ਤੇਰੀ ਪ੍ਰਭਾ ਜਿਹੜੀ ਹੈਗੀ ਆ ਨਾ, ਤੇਰਾ ਪ੍ਰਭਾਵ ਕਿਵੇਂ ਪੈ ਰਿਹਾ ਸੰਸਾਰ ਤੇ ਉੱਤੇ, ਨੇਤ ਹੀ ਨੇਤੇ ਵੇਦ ਬਤਾਵੈ। ਇਹ ਕਿੰਨਾ ਕੁ ਪਊ, ਕਿੰਨਾ ਉਹਦਾ ਪ੍ਰਭਾਵ ਹੈ, ਥੋੜਾ ਇਹਦਾ ਅੰਦਾਜ਼ਾ ਕੋਈ ਨਹੀਂ ਕਿਸੇ ਨੂੰ। ਤੇਰੇ ਪ੍ਰਭਾਵ ਦਾ, ਤੇਰੀ ਪ੍ਰਭਾ ਜਿਹੜੀ ਹੈ, ਤੇਰੀ ਜਿਹੜੀ ਸ਼ਕਤੀ ਹੈ, ਉਹਦਾ ਕੋਈ ਅੰਦਾਜ਼ਾ ਨਹੀਂ ਲੱਗ ਰਿਹਾ ਇਹਨਾਂ ਨੂੰ। ਨੇ ਇਸ ਕਰਕੇ ਬੇਅੰਤ ਬੇਅੰਤ ਕਹੀ ਜਾਂਦੇ ਨੇ। ਖੋਜ ਥੱਕੇ ਸਭ ਹੀ ਖੁਜੀਆ ਸੁਰ ਹਾਰ ਪਰੇ ਹਰ ਹਾਥ ਨਾ ਆਵੈ। ਖੋਜ ਪਰੇ ਸਭ ਹੀ ਖੁਜੀਆ, ਸਾਰੇ ਖੋਜੀ ਖੋਜ ਕੇ ਥੱਕ ਗਏ, ਸੁਰ ਹਾਰ ਪਰੇ ਹਰ ਹੱਥ ਨਾ ਆਵੇ। ਦੇਵਤੇ ਵੀ ਹਾਰ ਕੇ ਬਹਿ ਗਏ, ਥੱਕ ਗਏ, ਕੋਈ ਪਤਾ ਨਹੀਂ ਵੀ ਲੱਗਦਾ, ਜਾਂ ਲੱਗੂ ਦੇਖੀ ਜਾਊ। ਹਰ ਹੱਥ ਨਾ ਆਵੇ, ਹਰ ਹੱਥ ਨਹੀਂ ਆਏ ਕਿਸੇ ਦੇ। ਨਾਰਦ ਸੇ ਚਤੁਰਾਨਨ ਸੇ ਰੁਮਨਾਰਿਕ ਸੇ ਸਭ ਹੂੰ ਮਿਲ ਗਾਇਓ। ਨਾਰਦ ਸੇ ਚਤੁਰਾਨਨ ਸੇ, ਨਾਰਦ ਮੁਨੀ, ਚਤੁਰਾਨਨ ਕਹਿੰਦੇ ਨੇ ਇਹਨੂੰ, ਬ੍ਰਹਮਾ ਨੂੰ। ਚਾਰ ਮੁੱਖ ਨਹੀਂ ਹੁੰਦੇ, ਅਸਲ 4 ਪ੍ਰਕਾਰ ਦਾ ਗਿਆਨ ਹੈ ਇਹਦਾ। ਜਿਹੜਾ 4 ਪ੍ਰਕਾਰ ਦਾ ਗਿਆਨ ਹੈ ਨਾ ਇਹਦਾ, ਇਹਨੂੰ ਚਤੁਰਾਨਨ ਕਹਿ ਰਹੇ ਨੇ। ਹਾਂ, ਰੁਮਨਾ ਰਿਖੀ ਇੱਕ, ਰੁਮਨਾ ਰਿਖੀ ਰਿਸ਼ੀ ਮੁਨੀ ਤਾਂ ਦੂਏ ਵੀ ਹੋਏ ਨੇ, ਪਰ ਇਹ ਕੁਝ ਐਸੇ ਵੀ ਰਿਸ਼ੀ ਹੋਏ ਨੇ ਜਿਹੜੇ ਪਰਮੇਸ਼ਰ ਦੇ ਗੀਤ ਗਾਉਂਦੇ ਨੇ, ਪਰ ਸਹੀ ਨਹੀਂ ਗਾ ਸਕੇ। ਜਿਹਨਾਂ ਜੋ ਗਰਦਰ ਕਵੀ ਰਾਏ ਵਗੈਰਾ ਉਹ ਆਏ ਨੇ ਨਾ, ਪਖੰਡਵਾਦ ਤੇ ਦਾ ਖੰਡਨ ਕੀਤਾ, ਪਰ ਪੂਰਾ ਗਿਆਨ ਨਹੀਂ ਸੀ। ਉਹ ਰਿਸ਼ੀ ਮੁਨੀ ਵੀ ਇਹੋ ਜਿਹੇ ਹੋਏ ਨੇ। ਰੁਮਨਾਰਿਕ ਸੇ ਸਭ ਹੂੰ ਮਿਲ ਗਾਇਓ, ਸਾਰੇ ਮਿਲ ਕੇ ਗਾਉਂਦੇ ਰਹੇ ਨੇ, ਕੋਸ਼ਿਸ਼ ਕਰਦੇ ਰਹੇ ਨੇ, ਨਿਰਾਕਾਰ ਦੀ ਉਹ ਗਾਉਂਦੇ ਰਹੇ ਨੇ, ਗਾਇਨ ਕਰਦੇ ਰਹੇ ਨੇ, ਪਰ ਉਹ ਪੂਰਾ ਕਲੀਅਰ ਨਹੀਂ ਸੀ ਉਹਨਾਂ ਨੂੰ। ਹਾਂ, ਵੇਦ ਕਤੇਬ ਨਾ ਭੇਦ ਲਖਿਓ ਸਭ ਹਾਰ ਪਰੇ ਹਰੀ ਹਾਥ ਨਾ ਆਇਓ। ਵੇਦ ਕਤੇਬ ਨੇ ਵੀ ਇਹ ਕਹਿਤਾ ਵੀ ਭੇਦ ਸਾਨੂੰ ਨਹੀਂ ਮਿਲਿਆ। ਸਭ ਹਾਰ ਪਰੇ ਹਰ ਹੱਥ ਨਾ ਆਇਓ, ਸਾਰੇ ਹਾਰ ਕੇ ਥੱਕ ਕੇ ਬੇਅੰਤ ਬੇਅੰਤ ਇਸ ਵਾਰ ਹੋਰ ਕੁਝ ਨਹੀਂ ਕਹਿ ਸਕਦੇ। ਹਰ ਹੱਥ ਨਾ ਆਇਓ, ਹਰ ਦੀ ਸਮਝ ਨਹੀਂ ਆਈ। ਹਰ ਹੱਥ ਨਾ ਆਇਆ, ਹਰ ਦੀ ਸਮਝ ਨਹੀਂ ਆਈ, ਬਾਹਰੋਂ ਨਹੀਂ ਹਰ ਦੀ ਸਮਝ ਆਉਣੀ ਸੀ, ਅਸਲ ਚ ਅੰਦਰੋਂ ਆਪੇ ਹਰ ਸੀ। ਇਹ ਜਿਹੜਾ ਹਰ ਹੱਥ ਨਾ ਆਇਓ, ਹਰ ਹੱਥ ਨਾ ਕਰ ਲੈਣੇ, ਬਾਹਰੋਂ ਖੋਜ ਜਾਂਦੇ ਨੇ ਲੋਕ, ਉਹਨਾਂ ਨੂੰ ਕਹਿ ਰਹੇ ਨੇ। ਜਿਹੜੇ ਬਾਹਰੋਂ ਖੋਜਦੇ ਨੇ ਉਹਨਾਂ ਨੂੰ ਕਹਿ ਰਹੇ ਨੇ, ਬਾਕੀ ਸਭ ਕੁਝ ਠੀਕ ਹੈ, ਲੱਭਦੇ ਨੇ ਬਾਹਰੋਂ। ਹੱਥ ਕਿਵੇਂ ਆਜੂ ਬਾਹਰੋਂ? ਜੇ ਹਰ ਆਪ ਹੈ ਫਿਰ ਹੱਥ ਕੀ ਆਉਣਾ? ਜੇ ਆਪੇ ਹਰ ਹੈ, ਇਹ ਆਪਣੇ ਬੱਚੇ ਹਰ ਹੈ, ਤਾਂ ਫਿਰ ਹੱਥ ਕੀ ਆਉਣਾ ਇਹਦੇ ਚ? ਹਰ ਦੀ ਸਮਝ ਆਉਣੀ ਸੀ ਅੰਦਰੋਂ, ਸਮਝਾਉਂਦੇ ਬਹਿ ਕੇ ਸਮਝਦੇ। ਪਾਏ ਸਕੇ ਨਹੀਂ ਪਾਰ ਉਮਾਪਤੀ ਸਿੱਧ ਸਨਾਤ ਸਨੰਤਨ ਤੇ ਆਇਓ। ਉਮਾਪਤੀ ਜਿਹਨੂੰ ਕਹਿੰਦੇ ਨੇ ਨਾ, ਉਮਾਪਤੀ ਵੀ ਉਹ ਪਰਮਾਪਤੀ ਦਾ ਹੀ ਨਾਮ ਹੈ। ਸ੍ਰੀ ਪਦਮਾਪਤੀ ਨਹੀਂ, ਪਦਮਾਪਤੀ ਨਾ। ਉਮਾਪਤੀ ਤਾਂ ਸ਼ਿਵ ਜੀ ਦਾ ਨਾਮ ਹੈ ਸੱਚ। ਉਮਾਪਤੀ ਵੀ ਵਿਚਾਰਾ ਪਾਰ ਨਹੀਂ ਪਾ ਸਕਿਆ, ਉਹ ਵੀ ਨਹੀਂ ਕਿਸੇ ਕੰਢੇ ਲੱਗਿਆ, ਬਥੇਰੀ ਸਮਾਧੀ ਲਾਈ ਹੈ ਉਹਨੇ। ਸਿੱਧ ਸਨਾਤ ਸਨੰਤਨ ਤੇ ਆਇਓ। ਆਹੋ, ਸਿੱਧਾ ਨੇ ਨਾਥਾਂ ਨਾਲ ਲੜ ਕੇ ਸਨੰਤਨ ਤੇ ਆਇਓ। ਪਤਾ ਨਹੀਂ ਕਿੰਨੇ ਧਿਆਨ ਜੋੜੇ ਨੇ ਉਹਨਾਂ ਨੇ, ਕਿੰਨਾ ਚਿਰ ਤੱਕ, ਅਨੰਤ ਕਾਲ ਤੱਕ ਧਿਆਨ ਜੋੜ ਕੇ ਥੱਕ ਗਏ। ਧਿਆਨ ਧਰੋ ਤੇ ਕੋ ਮਨ ਮੈਂ, ਉਹਨਾਂ ਨੂੰ ਮਿਲਿਆ ਕੁਛ ਨਹੀਂ, ਧਿਆਨ ਚ ਨਹੀਂ ਆ ਸਕਿਆ ਉਹਨਾਂ ਦੇ, ਸਮਝ ਨਹੀਂ ਆਈ। ਸਮਝ ਰਹੇ ਸੀ ਕਿ ਧਿਆਨ ਲਾ ਕੇ ਵੀ ਕੀ ਚੀਜ਼ ਹੋਊ, ਅੰਦਾਜ਼ੇ ਲਾ ਰਹੇ ਸੀ। ਧਿਆਨ ਧਰੋ ਤੇ ਕੋ ਮਨ ਮੈਂ, ਜੇ ਕੋ ਅਮਿਤੋਜ ਸਵੈ ਜਗ ਛਾਇਓ। ਤਾਂ ਹੁਣ ਧਿਆਨ ਧਰਨਾ ਤੁਸੀਂ, ਉੱਤੇ ਨੂੰ ਨਹੀਂ ਧਰਨਾ ਧਿਆਨ, ਥੱਲੇ ਨੂੰ ਧਰਨਾ। ਅਸਲਿਸ਼ਟੀ ਜੋ ਕੁਝ ਹੋ ਰਿਹਾ, ਧਿਆਨ ਧਰੋ ਤੇ ਕੋ ਮਨ ਮੈਂ, ਮਨ ਚ ਉਹਦਾ ਧਿਆਨ ਧਰੋ
ਜੇ ਕੋ ਅਮਿਤੋਜ ਸਭੇ ਜਗ ਛਾਇਓ। ਜਿਹਦੇ ਤੇਜ ਨਾਲ, ਜਿਹਦੀ ਰੋਸ਼ਨੀ ਸਾਰੇ ਸੰਸਾਰ 'ਚ ਫੈਲੀ ਹੋਈ ਹੈ, ਜਿਹਦੀ ਰੋਸ਼ਨੀ ਨਾਲ ਸਾਰਾ ਸੰਸਾਰ ਚੱਲਦਾ ਹੈ। ਸਾਰੇ ਸੰਸਾਰ ਰੋਸ਼ਨੀ ਨਹੀਂ ਹੈ ਤੇ ਇਹਦੇ ਚੱਲਣ ਸਭ ਵਿੱਚ ਚੱਲਣ ਹੋਏ, ਉਹਨੂੰ ਲੱਭੋ ਕੌਣ ਹੈ। ਵੇਦ ਪੁਰਾਣ ਕਤੇਬ ਕੁਰਾਨ ਅਭੇਦ ਨਿਰਪਾਨ ਸਭੈ ਪਛ ਹਾਰੇ। ਵੇਦ ਕਹਿ ਲਓ, ਪੁਰਾਣ ਕਹਿ ਲਓ, ਕਿਤਾਬ ਕਹਿ ਲਓ, ਕੁਰਾਨ ਕਹਿ ਲਓ, ਨਿਰਪਾਨ ਸਭੈ ਨਿਰਪਾਨ ਪਛ ਜਿਹੜੇ ਰਾਜੇ ਨੇ ਸਭੇ ਪਛ ਹਾਰੇ। ਸਾਰੇ ਹਾਰ ਗਏ। ਕੋਈ ਜੱਗ ਕਰਦਾ ਹੈ, ਕੋਈ ਕੁਛ ਕਰਦਾ ਹੈ। ਨਿਰਪਾਨ ਹੁੰਦਾ ਅਸਲ ਦੇ ਵਿੱਚ ਜਿਹੜੇ ਇਹਨਾਂ ਦੇ ਗੁਰੂ ਹੁੰਦੇ ਨੇ ਨਾ ਧਰਮਾਂ ਦੇ, ਨਿਰਪ ਰਾਜੇ ਨੂੰ ਕਹਿੰਦੇ ਨੇ। ਗੁਰੂ ਵੀ ਰਾਜੇ ਦੀ ਸੰਸਥਾ ਆ ਜਾਂਦਾ। ਜਿਹੜੇ ਕੁਰਾਨ ਵਾਲੇ ਸੀ ਨਾ, ਕੁਰਾਨ ਵਾਲੇ ਜਿਹੜੇ ਇਹਨਾਂ ਦੇ ਹੈੱਡ ਹੁੰਦੇ ਸੀ, ਉਹ ਰਾਜੇ ਬਣ ਜਾਂਦੇ ਸੀ। ਰਾਜਬਾਤੀ ਲੜਾਈ ਹੋਈ ਹੈ ਨਾ ਇਹਨਾਂ ਦੀ। ਜਿਹੜਾ ਇਹਨਾਂ ਦਾ ਲੀਡਰ ਹੁੰਦਾ ਸੀ ਨਾ ਮੁਸਲਮਾਨਾਂ ਦਾ, ਉਹੀ ਰਾਜਾ। ਪਹਿਲਾਂ ਮੁਹੰਮਦ ਸਾਹਿਬ ਦਾ ਰਾਜ ਹੋਇਆ, ਫਿਰ ਉਹ ਤੋਂ ਬਾਅਦ ਉਹ ਭਾਂਡਿਆਂ ਦਾ, ਉਹਦੇ ਦੋ ਤੇ ਕਹਿੰਦੇ ਸਾਡਾ ਰਾਜ ਹੋਣਾ ਚਾਹੀਦਾ, ਭਤੀਜਾ ਕਹਿੰਦਾ ਮੇਰਾ ਚਾਹੀਦਾ। ਫਿਰ ਆਪ ਸੁੱਚੀ ਲੜ ਪਏ, ਹੁਸਨ ਹੁਸੈਨ ਨੂੰ ਮਾਰਿਆ ਉਹਨਾਂ ਨੇ, ਰਾਜ ਵਾਸਤੇ ਮਾਰਿਆ ਨਾ। ਜਿਹੜਾ ਉਹ ਨਾਲੇ ਤਾਂ ਵਾਰਸ ਗੱਦੀ ਦਾ ਹੋ ਜਾਂਦਾ ਸੀ, ਜਿਵੇਂ ਸਾਡੀ ਗੱਦੀਆਂ ਨਾਲੇ ਰਾਜ ਦਾ, ਦੋ ਇਕੱਠੇ ਸੀ। ਤਾਂ ਕਹਿੰਦੇ ਨਿਰਪਾਨ ਰੱਖਿਆ ਹੈ ਇੱਥੇ। ਸਾਡੇ ਤਾਂ ਰਾਜਾ ਨਹੀਂ ਨਾ ਨਾਲ ਹੋਇਆ ਗੱਦੀ ਦੇ ਕੋਈ, ਉਹਨਾਂ ਦੇ ਗੱਦੀ ਦੇ ਨਾਲ ਰਾਜ ਜੁੜਿਆ ਹੋਇਆ। ਦੁਈਆਂ ਮੱਤਾਂ ਦੇ ਗੱਦੀ ਦੇ ਨਾਲ ਰਾਜ ਜੁੜਿਆ ਹੋਇਆ। ਦੇਖੋ ਰਾਮਚੰਦਰ ਦੀ ਪੂਜਾ ਹੋ ਰਹੀ ਹੈ, ਰਾਮਚੰਦਰ ਰਾਜਾ। ਭਰਤ ਵੀ ਰਾਜ ਨਹੀਂ ਲੈ ਰਿਹਾ, ਕਹਿੰਦਾ ਮੇਰੇ ਨੂੰ ਇਹ ਕਾਬਲ ਹੈ। ਭਰਤ ਨੂੰ ਰਾਜ ਮਿਲਦਾ, ਲੈ ਨਹੀਂ ਰਿਹਾ। ਉਹ ਜਿਹੜਾ ਅੱਛਾਈ ਹੈ, ਧਾਰਮਿਕ ਆਦਮੀ ਹੈ, ਸ੍ਰੇਸ਼ਟ ਆਦਮੀ ਹੈ, ਉਹਦੇ ਨਾਲ ਰਾਜ ਦਾ ਤਖਤ ਜੁੜਿਆ ਹੋਇਆ। ਉਹੀ ਉਸੇ ਦਾ ਹੱਕ ਰਾਜ ਤੇ ਬੈਠ ਲਓ। ਧਰਮ ਬਿਨਾਂ ਨਹੀਂ ਰਾਜ ਚੱਲਿਆ ਹੈ, ਤਾਂ ਹੀ ਜਦ ਤੱਕ ਚੱਲਿਆ ਹੋਇਆ। ਧਾਰਮਿਕ ਆਦਮੀ ਹੀ ਰਾਜ ਤੇ ਬੈਠੇ, ਤਖਤ ਬਹਿ ਤਖਤੇ ਕੇ ਲਾਇਕ। ਇਹ ਭੇਦ ਨਾ ਪਾਏ ਸਕਿਓ ਅਨਭੇਦ ਕੋ, ਖੇਦਤ ਹੈ ਅਨਛੇਦ ਪਕਾਰੇ। ਭੇਦ ਨਾ ਪਾਏ ਸਕਿਓ ਅਨਭੇਦ ਕੋ, ਜਿਹਦਾ ਭੇਦ ਹੀ ਨਹੀਂ ਕਿਸੇ ਨੇ ਹੈਗਾ, ਕਿਸੇ ਨੇ ਉਹਦਾ ਭੇਦ ਪਾਇਆ ਵੀ ਹੈ ਨਹੀਂ। ਭੇਦ ਨਾ ਪਾਏ ਸਕਿਓ, ਨਹੀਂ ਪਾਇਆ ਜਾ ਸਕਦਾ ਭੇਦ, ਕੋਈ ਨਹੀਂ ਪਾਇਆ ਜਾ ਸਕਿਆ ਭੇਦ, ਇਸ ਕਰਕੇ ਅਨਭੇਦ ਹੈ। ਅਨਭੇਦ ਕੋ ਖੇਦਤ ਹੈ ਅਨਛੇਦ ਪਕਾਰੇ। ਖੇਦਤ ਹੈ, ਖੇਦ ਮਤਲਬ ਹੈ ਬੜੇ ਦੁਖੀ ਹੋ ਗਏ ਲੋਕ, ਲੱਭ ਲੱਭ ਕੇ ਦੁਖੀ ਹੋ ਗਏ। ਖੇਦ ਹੋਣਾ, ਦੁਖੀ ਹੋਣਾ। ਅਨਛੇਦ ਥੱਕ ਗਏ ਮਤਲਬ ਨਿਰਾਸ਼ ਹੋ ਗਏ ਕਹਿ ਲੋ। ਅਨਛੇਦ ਪੁਕਾਰੇ, ਇਹ ਕਹਿ ਕੇ ਕਿ ਤੂੰ ਅਨਛੇਦ ਹੈ, ਤੇਰੀ ਉਬੜਿਆਈ ਕਰ ਕਰਕੇ ਥੱਕ ਕੇ, ਪਰ ਨਹੀਂ ਕਿਸੇ ਨੂੰ ਮਿਲਿਆ ਨਹੀਂ। ਅਨਛੇਦ ਪੁਕਾਰੇ, ਅਨਛੇਦ ਪੁਕਾਰ ਕੇ। ਰਾਗ ਨਾ ਰੂਪ ਨਾ ਰੇਖ ਨਾ ਰੰਗ ਨਾ ਸਾਖ ਨਾ ਸੋਗ ਨਾ ਸੰਗ ਤਿਹਾਰੇ। ਆ ਦੇਖੋ ਹੁਣ ਇੱਕ ਗੱਲ ਹੋਰ ਕਹਿਤੀ, ਸੰਗ ਤਿਹਾਰੇ ਕਹਿੰਦੇ ਤੁਹਾਡੇ ਨਾਲ ਹੈ। ਜਿਹਨੂੰ ਅਸੀਂ ਕਹਿ ਕੇ ਆਏ ਰਾਗ ਨਹੀਂ, ਰੰਗ ਨਹੀਂ, ਰੂਪ ਨਹੀਂ, ਰੇਖ ਨਹੀਂ, ਉਹ ਤਾਂ ਤੁਹਾਡੇ ਨਾਲ ਹੈ, ਬਾਹਰ ਨਹੀਂ ਹੈ ਕਿਤੇ। ਸੰਗ ਤਿਹਾਰੇ ਅਖੀਰ ਚੋਰੇ ਕੋ ਦੱਸ ਗਏ। ਉਹ ਜਿਹਨੂੰ ਹੁਣ ਤੇ ਸਾਰਾ ਗਾਇਨ ਕੀਤਾ ਨਾ, ਪਿੱਛੇ ਤੇ ਲੈ ਕੇ ਸ਼ੁਰੂ ਤੇ ਲੈ ਕੇ ਜਿਹਦਾ ਸਾਰਾ ਕਥਾ ਕੀਤੀ ਹੈ, ਉਹ ਸੰਗ ਤਿਹਾਰੇ, ਉਹ ਤੁਹਾਡੇ ਨਾਲ ਹੈ। ਉਹ ਪ੍ਰਾਤਮਾ ਹੀ ਹੈ, ਉਹਦੇ ਚਾਨਣ ਨਾਲੇ ਅੰਦਰ ਚਾਨਣ ਹੁੰਦਾ, ਉਹੀ ਤਾਂ ਤੁਹਾਡੇ ਨਾਲ ਹੈ। ਕਹਿੰਦੇ ਸੰਗ ਤਿਹਾਰੇ, ਰਾਗ ਨਾ, ਉਹੀ ਤਾਂ ਅੰਤਰਾਤਮਾ ਦੀ ਆਵਾਜ਼ ਹੈ। ਰੂਪ ਨਾ ਰੇਖ ਨਾ ਰੰਗ ਨਾ ਸਾਖ ਨਾ ਸੋਗ ਨਾ ਸੰਗ ਤਿਹਾਰੇ। ਤੁਹਾਡੇ ਨਾਲ ਹੀ ਆ, ਉਹੀ ਤਾਂ ਤੁਹਾਡੇ ਨਾਲ ਹੈ। ਉਸੇ ਦੀ ਸਾਰੀ ਗੱਲ ਕਰੀ ਹੈ, ਉਹੀ ਤੁਹਾਡੇ ਨਾਲ ਹੈ। ਸੰਗ ਤਿਹਾਰੇ, ਆਦ ਅਨਾਦ ਦੀ ਅਗਾਧ ਅਭੇਖ ਅਦਵੈਖ ਜਪਿਓ ਤਿਨ ਕੋਈ ਹੀ ਮੁੜ ਕੇ ਕੁਲ ਤੂੰ ਤਾਰੇ। ਪਿਆ ਜਾਗੋ ਕਹਿਤਾ। ਔਰ ਆਦ ਅਨਾਦ ਅਗਾਧ ਅਭੇਖ ਅਦਵੈਖ ਜਪਿਓ ਤਿਨ ਹੀ ਕੁਲ ਤਾਰੇ। ਆ ਦੇਖ, ਜਿਹੜਾ ਆਦ ਹੈ, ਸਭ ਦਾ ਆਦ ਹੈ, ਜਿਹਨੇ ਜਪ ਲਿਆ ਆਦ। ਅਨਾਦ ਦੀ ਅਨਾਦੀ ਹੈ, ਅਨਾਦੀ ਵੀ ਉਹਦਾ ਆਪਣਾ ਕੋਈ ਆਦ ਨਹੀਂ। ਸ੍ਰਿਸ਼ਟੀ ਦਾ ਆਦ ਤਾਂ ਹੈ, ਆਪਣਾ ਆਦ ਨਹੀਂ ਉਹਦਾ ਕੋਈ, ਅਨਾਦੀ ਹੈ। ਅਗਾਧ ਅਗਾਧ ਹੈ, ਬੁੱਧੀ ਤੋਂ ਪਰੇ ਹੈ। ਅਭੇਖ ਭੇ ਕੋਈ ਹੈ ਨਹੀਂ, ਸਰੀਰ ਹੈ ਨਹੀਂ, ਅਦਵੈਖ द्वेष भावना ਉਹ ਹੈ ਨਹੀਂ। ਜਪਿਓ ਤਿਨ ਹੀ ਕੁਲ ਤਾਰੇ। ਇਹ ਉਹਨੂੰ ਸਮਝ ਲਿਆ ਜੀ ਚੈਨੇ ਗੁਣ ਨੇ, ਉਹਨੇ ਸਾਰੇ ਆਪਣੇ ਕੁਲ ਤਾਰਤੇ। ਉਹਨੇ ਆਪਣੀ ਕੁਲ ਨੂੰ ਤਾਰ ਲਿਆ, ਸਾਰੇ ਕੁਲ ਨੂੰ ਦੱਸ ਦੂਗਾ ਉਹ, ਫਿਰ ਵੀ ਆਹ ਹੁੰਦਾ ਕੀ ਹੈ।
ਉਹ ਸਾਰਾ ਰਾਜ ਦੱਸ ਦੂ ਤਰ ਗਏ ਸਾਰੇ। ਜਿਹੜੇ ਸਮਝ ਲੈਣਗੇ ਉਹ ਤਰ ਜਾਣਗੇ, ਜਿਹੜੇ ਜਾਣ ਲੈਣਗੇ ਉਹ ਤਰ ਜਾਣਗੇ। ਤੀਰਥ ਕੋਟ ਕੀਏ ਇਸ਼ਨਾਨ, ਤੀਰਥ ਕੋਟ ਕੀਏ ਇਸ਼ਨਾਨ, ਦੀਏ ਤੀਰਥ ਬਹੁ ਕੋਟ ਦਾਨ, ਕੀਏ ਇਸ਼ਨਾਨ, ਕਰੋੜਾਂ ਤੀਰਥਾਂ ਦੇ ਇਸ਼ਨਾਨ ਕੀਤੇ ਹੁਣ ਚਾਹੇ, ਦੀਏ ਬਹੁ ਦਾਨ, ਬੜੇ ਦਾਨ ਵੀ ਦਿੱਤੇ, ਮਹਾਂਬ੍ਰਤ ਧਾਰੇ, ਬੜੇ ਬੜੇ ਵਰਤ ਵੀ ਬਹੁਤ ਰੱਖੇ, ਮਹਾਂਵਰਤ ਰੱਖੇ, ਕਈ ਕਈ ਦਿਨ ਦੇ ਵਰਤ ਰੱਖੇ ਲਗਾਤਾਰ। ਰੋਜੇ ਵੀ ਤਾਂ ਰੱਖਦੇ ਨੇ, ਮਹੀਨਾ ਰੱਖਦੇ ਨੇ ਵਿਚਾਰੇ। ਔਖਾ ਹੀ ਹੈ ਨਾ, ਮਹੀਨਾ ਗਰਮੀ ਦਾ ਹੁੰਦਾ, ਬਹੁਤ ਔਖਾ ਹੋ ਜਾਂਦਾ, ਚਾਹੇ ਮਰ ਜਾਣ ਪਾਣੀ ਨਹੀਂ ਪੀਂਦੇ ਹੋ। ਹਾਂਜੀ, ਮਹਾਂਵਰਤ ਧਾਰੇ, ਦੇਸ ਫਿਰਿਓ ਕਰ ਭੇਸ, ਤਪੋ ਧਨ, ਧਨ ਕੇ ਸਦਰੇ ਨ ਮਿਲੇ ਹਰ ਪਿਆਰੇ। ਦੇਸ ਫਿਰਿਓ ਕਰ ਭੇਸ, ਦੇਸ ਫਿਰਿਓ ਕਰ ਭੇਸ ਤਪੋ, ਧਨ ਕੇ ਸਦਰੇ ਨ ਮਿਲੇ ਹਰ ਤਨ ਪਿਆਰੇ। ਕੇ ਸਦਰੇ न मिले हर प्यारे। तन के सदरे तन दे वास्ते सदर तन दी इच्छा सी धन दी माया दी। देश देश फिरदा रहा घुमदा तपस्वी का भेस बना के संत का भेस धारण करके। इच्छा की सी? इच्छा सी धन की दौलत दी, जिवें संत तुरे फिरदे ने बट बट। सदर की सी? धन के सदरे पैसा कर बड़े बड़े डेरे बनाए ने आके इकट्ठे करके। वो सचखंड है भी तुम इतने डेरा बना रहे हो, इतने रहना तुम। वो डेरे तुम कास या तो तुम रहना चाहते हो इतने ही, इतने नहीं बहुत अच्छा रहन देना थोड़ा किसी उन्ने साह वाले ने वध नहीं एक भी साह लैन देना। पिछों लड़ाई पढ़ाई जरूर छिड़पूगी चेलियां च, जायदाद बना दो तो लड़ाई छिड़पू। लड़ाइयां ही छिड़दियां ने पिछों, होर की हुंदा इत्थे। तन के सदरे न मिले हर प्यारे। वो जिहड़ा लैके चेलियां नूं देना था हर प्यारा, वो तो मिलिया नहीं। जो उन्होंने देना सी वो तो मिलिया नहीं, होर ही स्यापा छेड़ता उन्होंने, मायाधारी बनाता। संत कहदा बनाता तो उन्होंने मायाधारी बनाता। ये तो अलावा होर कर की रहे ने, होर की कर रहे हैं? जिन्हें डेरे ने की कर रहे हैं, यही को कर रहे हैं। तन के सदरे न मिले हर प्यारे। जिन्ना चर धन की इच्छा अंदर है, हर प्यारा नहीं मिल सकता। माया की तो भुख तो माया के नाम की तो भुख जागी हुई नहीं, सच्चे नाम की तो भुख लगी हुई नहीं। भुख तो माया की है। पेस बना लिया संत का, तुरया फिरदा बाहर। इच्छा की है? इच्छा माया की। तन के सदरे न मिले हर प्यारे। जिन्हां दे अंदर तन की सदर रही है, उन्होंने हर प्यारा नहीं मिलिया। किसी भी संत नूं नहीं मिलिया जिहड़े आए हुण होए ने मायाधारी। जे हुंदा तां उन्हां दे चेलियां कोल दस जांदे, समझा जांदे भी आह हुंदी है गल। ये जो मर्जी कही जाण महापुरुष, जो मर्जी झूठ बोली जाण, गुरबाणी दे विचों साबित करन है। जिहड़ी गल नूं असीं मनदे हो जो साबित करन भी की तो उन्हां कोल ज्ञान सी, की उन्हां नूं गुरमत दा ज्ञान सी, तुहानूं दित्ता की उन्हां ने? हाँ, ये दिता भी लोगों को बेवकूफ बना के उन्होंने जेब किवें कट्टणी, ये दिता। ये गुर तुहाडे कोल है। चेले हुण भी ने, जेब हुण भी उन्हां दी, तुहाडे हत्थ तुहाडा, जेब उन्हां दी है। जिन्ने तुसीं मंग लोगे उन्हें देने पैणे। जेब उन्हां दी, हत्थ तुहाडा। ये गल है, ये मास्टरी तुहाडे कोल है। चाहे उन्होंने डरा के, चाहे कुछ करके, चाहे झूठ बोल के, चाहे उन्होंने इमोशनल करके, किवें भी करके, ये टैक्नीक तुहाडे कोल हैगी है। यही हो सिखा के गए ने तुहानूं। तन के सदरे न मिले हर प्यारे। आसन कोट करे अष्टांग, धरे बहु न्यास करे मुख कारे। आसन कोट करे, करोड़ां किस्म के आसन ने। कोट आसन की गल है इत्थे। जिहड़े जोगा अभ्यास दे आसन ने। अष्टांग, अष्टांग होंदा 8 प्रकार का। एक अष्टांग योग है, 8 पक्षों तो जुड़ना। वो भी अष्टांग योग की है। आ गुरबाणी अष्टांग योग है। असल 8 गुण धारण करने। परमेश्वर निर्वैर है, निर्वैर हो जाना आपे जुड़ गया। उत्थे निर्वैर च निर्वैर जुड़ गया ना, वो निर्भव है, निर्भव हो जाना जुड़ गया। उत्थे
ਅਕਾਲ ਮੂਰਤ ਉਹ ਹੈ, ਅਕਾਲ ਮੂਰਤ ਹੋ ਜਾਣਾ ਜੁੜ ਗਿਆ ਉੱਥੇ। ਅਜੂਨੀ ਉਹ ਹੈ, ਅਜੂਨੀ ਹੋ ਜਾਣਾ ਜੁੜ ਗਿਆ ਉੱਥੇ। ਇਹ ਸਟਾਰ ਓਂਕਾਰ ਉਹ ਹੈ, ਓਂਕਾਰ ਹੋ ਜਾਣਾ ਜੁੜ ਗਿਆ ਉੱਥੇ। ਓਂਕਾਰ ਕੀ ਹੁੰਦਾ? ਓਂਕਾਰ ਹੁੰਦਾ ਇੱਕ ਹੋਏ ਤਾਂ ਉਗਵੇ ਜਾ, ਉਗਵਦਾ ਓਂਕਾਰ ਹੋ ਜਾਂਦਾ। ਜਦ ਇੱਕ ਹੁੰਦਾ ਉਹ ਹੈ, ਦੇਖੋ ਜਦ ਇੱਕ ਹੋ ਜਾਂਦਾ ਨਾ ਚੁੱਪ ਹੁੰਦਾ ਜਿੰਨਾ ਚਿਰ ਉਹ ਹੈ। ਜਦ ਬੁਲਾਇਆ ਬੋਲਦਾ ਇੱਕ ਹੋਏ ਤਾਂ ਉਗਵੇ, ਫਿਰ ਆਕਾਰ ਬਣ ਜਾਂਦਾ ਇਹਦਾ, ਫਿਰ ਓਂਕਾਰ ਹੋ ਜਾਂਦਾ। ਇੱਕ ਨਹੀਂ ਬਣਿਆ, ਜਾਂ ਇੱਕ ਉੱਗਿਆ ਕੀ ਬਣ ਗਿਆ? ਓਂਕਾਰ। ਇੱਕ ਕੀ ਬਣ ਗਿਆ? ਓਂਕਾਰ। ਇੱਕ ਅੱਡ ਹੈ, ਇੱਕ ਦਾ ਹੀ ਓਂਕਾਰ ਬਣੇ, ਉਹੀ ਸਤਨਾਮ ਬਣੇ। ਸਤਨਾਮ ਸੱਚ ਦਾ ਗਿਆਨ ਹੈ ਉਹਦੇ ਕੋਲ। ਕਰਤਾ ਪੁਰਖ ਹੈ, ਕਰਤਾ ਵੀ ਹੈ, ਪੁਰਖ ਵੀ ਹੈ, ਕਿ ਸ਼ਬਦ ਦੇ ਵਿੱਚ ਸਮਾ ਗਿਆ, ਸ਼ਬਦ ਦਾ ਰੂਪ ਜੋ ਹੋ ਗਿਆ, ਸ਼ਬਦ ਕਰਤਾ ਪੁਰਖ ਹੈ। ਇਹ ਅਸ਼ਟਾਂਗ ਯੋਗ ਹੈ 8 ਪ੍ਰਕਾਰ ਦਾ। ਆਸਨ ਕੋਟ ਕਰੇ ਅਸ਼ਟਾਂਗ, ਹਾਂ ਧਰੇ ਬਹੁ ਹੋਰੇ ਪਾਸੇ ਲੈ ਕੇ ਗੱਲ ਨੂੰ ਅਸ਼ਟਾਂਗ। ਹਾਂ ਧਰੇ ਬਹੁ ਨਿਆਸ ਕਰੇ ਮੁਖ ਕਾਰੇ। ਇਹੀ ਅਸ਼ਟਾਂਗ ਕੀ ਕਾਇਆ ਇਹਦੀ, ਇਹ ਕਾਇਆ ਅਸ਼ਟਾਂਗ ਦੀ ਹੈ। ਕਰੇ ਅਸ਼ਟਾਂਗ ਧਰੇ ਬਹੁ ਨਾਸ ਕਰੇ ਮੁਖ ਕਾਰੇ। ਬਹੁ ਨਿਆਸ ਧਰੇ ਕੀ ਹੋਇਆ? ਮਨ ਕਾਲਾ ਹੋ ਗਿਆ ਸਗੋਂ। ਕਰੇ ਮੁਖ ਕਾਰੇ, ਮਨ ਤਾਂ ਕਾਲਾ ਹੋ ਗਿਆ, ਫਾਇਦਾ ਕੀ ਹੋਇਆ? ਕਰਨਾ ਸੀ ਮਨ ਚਿੱਟਾ, ਛਾ ਗਈ ਅੰਦਰ ਅਗਿਆਨਤਾ, ਛਾ ਗਿਆ ਅੰਦਰ ਪਰਮ। ਮੈਂ ਧਰਮ ਕਰਦਾ, ਪਰਮ ਛਾ ਗਿਆ ਸਗੋਂ। ਕਰੇ ਮੁਖ ਕਾਰੇ, ਸਗੋਂ ਕਾਲਾ ਮੂੰਹ ਕਰ ਲਿਆ। ਜੇ ਕੰਮ ਖਾਤਰ ਜੋ ਕਰਿਆ ਸੀ ਉਹ ਤਾਂ ਮਿਲਿਆ ਹੀ ਨਾ, ਫਿਰ ਕਾਲਾ ਹੀ ਹੈ ਨਾ। ਹਾਂਜੀ ਦੀਨ ਦਿਆਲ ਅਕਾਲ ਭਜੇ ਬਿਨ, ਅੰਤ ਕੋ ਅੰਤ ਕੇ ਧਾਮ ਸਿਧਾਰੇ। ਦੀਨ ਦਿਆਲ ਅਕਾਲ, ਅਕਾਲ ਆ ਗਿਆ ਹੁਣ ਇੱਥੇ। ਦੀਨ ਦਿਆਲ ਹੈ, ਅਕਾਲ ਹੈ ਉਹ, ਉਹਦੇ ਨਾਲ ਜੁੜੇ ਤੇ ਬਿਨਾਂ ਭਜਨ ਦਾ ਮਤਲਬ ਜੁੜਨਾ। ਜੇ ਆਪ ਅਕਾਲ ਨਹੀਂ ਹੋਇਆ ਤਾਂ ਅਕਾਲ ਨਾਲ ਜੁੜ ਨਹੀਂ ਸਕਦਾ। ਦੀਨ ਦਿਆਲ ਅਕਾਲ, ਅਕਾਲ ਅੰਦਰਲਾ ਅਕਾਲ ਹੈ। ਅੰਦਰ ਹੈ ਜਿਹੜਾ ਪ੍ਰਾਤਮਾ ਉਹ ਅਕਾਲ ਹੈ। ਸਤਿਗੁਰ ਮੇਰਾ ਸਦਾ ਸਦਾ ਨਾ ਆਵੇ ਨਾ ਜਾਏ, ਅਬਨਾਸ਼ੀ ਪੁਰਖ ਹੈ ਸਭ ਮੇਰੇ ਹੈ ਸਮਾਏ। ਸਤਿਗੁਰ ਦੇ ਵਿੱਚ ਲੀਨ ਹੋਣਾ, ਅੰਦਰਲੇ ਦੇ ਵਿੱਚ ਆਪਣੇ ਚ, ਆਪਣੇ ਅੰਦਰ ਹੀ ਲੀਨ ਹੋਣਾ। ਕਿਤੇ ਬਾਹਰ ਲੀਨ ਹੋਣ ਦੀ ਗੱਲ ਨਹੀਂ ਹੈ ਗੁਰਬਾਣੀ ਕਰਦੀ। ਇੱਕ ਹੋਣਾ, ਅੱਧੇ ਨੇ ਅੱਧੇ ਦੇ ਵਿੱਚ ਲੀਨ ਹੋ ਜਾਣਾ। ਸਰੀਰ ਛੱਡ ਦੇਣਾ, ਆਪਣੇ ਮੂਲ ਦੇ ਵਿੱਚ ਲੀਨ ਹੋ ਜਾਣਾ, ਤਾਂ ਹੀ ਕਹੂਗਾ। ਅੰਦਰਲਾ ਜੀ ਚ ਲੀਨ ਹੋਣਾ ਉਹ ਅਕਾਲ ਹੈ, ਉਹ ਨਹੀਂ ਵਰਦਾ ਹੈ। ਦੀਨ ਦਿਆਲ ਅਕਾਲ ਭਜੇ ਬਿਨ, ਜਦ ਸਰੀਰ ਛੱਡਦਾ ਉਹੀ ਆ ਹੰਸ ਅੱਗੇ ਹੰਸ ਅਕੇਲਾ। ਹੰਸ ਨਹੀਂ ਵਰਦਾ ਹੁੰਦਾ, ਬਕਲਾ ਹੀ ਮਰਦਾ। ਅੰਤ ਕੋ ਅੰਤ ਕੇ ਧਾਮ ਸਿਧਾਰੇ। ਅੰਤ ਕੋ ਅੰਤ ਕੇ ਧਾਮ ਸਿਧਾਰੇ। ਉਹਦੇ ਜੁੜੇ ਤੇ ਬਿਨਾ ਤੇ ਅੰਤ ਕੋ ਅੰਤ ਕੇ ਧਾਮੇ ਸਿਧਾਰਨਾ, ਫਿਰ ਮਾਇਆ ਚ ਆ ਜਾਊਗਾ, ਫਿਰ ਮਰ ਜਾਊਗਾ। ਅੰਤ ਕਾ ਧਾਮ ਹੈ ਉਹ, ਅਨੰਤ ਕਾ ਧਾਮ ਹੋ ਰਿਹਾ, ਅੰਤ ਕਾ ਧਾਮ ਹੋ ਰਿਹਾ। ਕਾਲ ਦੇ ਜਿਹੜਾ ਕਾਲ ਦੇ ਵਸੇ ਰਿਹਾ, ਕਾਲ ਦੇ ਵਿੱਚ ਚਲਾ ਗਿਆ, ਕਾਲ ਦਾ ਗ੍ਰਾਸ ਬਣ ਗਿਆ, ਕਾਲ ਦੇ ਮੂੰਹ ਚਲਾ ਗਿਆ। ਇਹ ਅੰਤ ਕਾ ਧਾਮ ਹੈ, ਸ੍ਰਿਸ਼ਟੀ ਆ ਅੰਤ ਕਾ ਧਾਮ ਹੈ। ਸੱਚਖੰਡ ਅਨੰਤ ਕਾ ਧਾਮ ਹੈ, ਉਹਦਾ ਅੰਤ ਨਹੀਂ ਹੈ। ਅੰਤਰਾ ਪਾਰਾ ਬਾਰਾ ਉਹਦਾ ਅੰਤ, ਜਿਹਦਾ ਅੰਤ ਨਹੀਂ ਉਹ ਅਨੰਤ ਕਾ ਧਾਮ ਹੈ, ਅੰਤ ਕਾ ਧਾਮ ਹੈ। ਜਿਹੜੇ ਵੇਦਾਂਤੀ ਨੇ ਇੱਥੇ ਰਹਿੰਦੇ ਨੇ, ਅੰਤ ਕਾ ਧਾਮ ਹੈ ਨਾ। ਵੇਦਾਂਤੀ ਨਹੀਂ ਜਾ ਸਕਦੇ ਉੱਥੇ, ਇਹ ਤਾਂ ਅੰਤ ਕਾ ਧਾਮ, ਅੰਤ ਕੇ ਧਾਮ ਦੇ ਅੰਦਰ ਰਹਿਣਗੇ। ਮਾਇਆ ਦੇ ਵਿੱਚ, ਮਾਇਆ ਦੇ ਬਾਹਰ ਕਿਵੇਂ ਚਲੇ ਜਾਣਗੇ? ਮਾਇਆ ਦੇ ਬਾਹਰ ਦਾ ਰਸਤਾ ਨਹੀਂ ਪਤਾ ਉਹਨਾਂ ਨੂੰ ਕੀ ਹੁੰਦਾ। ਨਾ ਵੇਦਾਂਤੀ ਰਾਜ ਦੇ ਕਿਸੇ ਨੇ ਦੱਸਿਆ, ਨਾ ਉਹਨਾਂ ਦੇ ਗ੍ਰੰਥ ਵਿੱਚ ਹੈਗਾ। ਹਾਂ ਅੰਤ ਕੇ ਧਾਮ ਦਾ ਪਤਾ ਉਹਨਾਂ ਨੂੰ। ਕਬਿਤ ਤਉ ਪ੍ਰਸਾਦ ਕਬਿਤ, ਅਤਰ ਕੇ ਚਲਈਆ ਛਿਤ ਛਤਰ ਕੇ ਧਰਈਆ। ਛਤਰ ਧਾਰਿਓ ਕੇ ਛਲਈਆ, ਮਹਾ ਛਤਰਨ ਕੇ ਸਾਲ ਹੈ। ਕੌਣ ਹੈ ਉਹ ਜਿਹਦੇ ਪਿੱਛੇ ਗੱਲ ਚੱਲਦੀ ਹੈ, ਉਸੇ ਦੀ ਗੱਲ ਗਾਂ ਚੱਲਦੀ ਹੈ। ਅਤਰ ਕੇ ਚਲਈਆ, ਅਸਤਰ, ਅਤਰ ਹੁੰਦਾ ਅਸਤਰ। ਅਸਤਰ ਹੁੰਦਾ ਹੈ ਦੂਰੋਂ ਮਾਰਨ ਵਾਲਾ ਹਥਿਆਰ। ਜੋ ਚੱਕਰ ਹੈ, ਤੀਰ ਹੈ, ਇਹ ਅਸਤਰ ਹੈ। ਤਲਵਾਰ ਹੈ, ਸ਼ਸਤਰ ਹੈ। ਨੇਜਾ ਹੈ, ਸ਼ਸਤਰ ਹੈ। ਅਤਰ ਹੁੰਦਾ ਅਸਤਰ। ਜਿਵੇਂ ਚੱਕਰ ਚਲਾਏ ਦਿਓ ਕਰਤੇ ਸਿਰ 70 ਕੋ ਮਾਰ ਜੁਦਾ ਕਰ ਦੀਨੋ। ਸ਼ਬਦ ਜਿਹੜਾ ਹੈ ਅਤਰ ਹੈ,
ਜਿਹੜਾ ਮੂੰਹ ਤੋਂ ਬੋਲਿਆ ਸ਼ਬਦ ਹੈ ਨਾ ਬਾਣੀ, ਇਹ ਅਸਤਰ ਹੈ, ਅਸਤਰ ਹੈ। ਜਿਹੜਾ ਉਹ ਅੰਦਰਲਾ ਸ਼ਬਦ ਹੈ ਉਹ ਸ਼ਾਸਤਰ ਹੈ, ਉਹ ਅਸਤਰ ਨਹੀਂ ਹੈ, ਉਹ ਸਪਰਸ਼ੇ ਹੋਊਗਾ। ਇਹ ਬੋਲਣ ਵਾਲਾ ਦੂਰ ਬੈਠਾ, ਇਹ ਸ਼ਬਦ ਜਾਊਗਾ। ਕਮਾਂਡ ਚੋਂ ਤੀਰ ਜਾਊ ਨਾ ਨਿਕਲ ਕੇ, ਕਮਾਂਡ ਤਾਂ ਨਹੀਂ ਜਾਂਦੀ ਨਾਲ, ਸ਼ਬਦੇ ਜਾਊ ਨਾ। ਤਨ ਕੇ ਚੜਾਇਓ ਸਤਕਾ ਜਾਂ ਸੰਧਾ ਬਾਣ ਜਸ ਜਾਊਗਾ ਨਾ, ਬਾਣੇ ਜਾਊਗਾ ਨਾ, ਬਸ ਸ਼ਬਦੇ ਜਾਊ ਨਾ ਬੋਲਿਆ ਹੋਇਆ, ਉਹਦਾ ਨਹੀਂ ਸ਼ਬਦ ਜਾਂਦਾ, ਉਹ ਸਪਰਸ਼ ਦਿੰਦਾ। ਅਤਰ ਕੇ ਜਦ ਅਸੀਂ ਤਲਵਾਰ ਮਾਰਦੇ ਹਾਂ, ਤਲਵਾਰ ਨਾਲ ਜਾ ਕੇ ਟੱਚ ਕਰਦੀ ਹੈ ਕਿ ਨਹੀਂ, ਹੱਥ ਵੀ ਨਾਲੇ ਜੁੜਿਆ ਹੁੰਦਾ, ਦੂਰੋਂ ਨਹੀਂ ਫੈਂਕੀ ਹੋਈ ਤਲਵਾਰ, ਸ਼ਬਦ ਦੂਰੋਂ ਫੈਂਕੀ ਹੋਈ ਚੀਜ਼ ਹੈ। ਉਪਦੇਸ਼ ਜਿਹੜਾ ਹੈਗਾ ਨਾ, ਇਹ ਗੁਰੂ, ਇਹ ਜਿਹੜਾ ਮੂੰਹ ਨਾਲ ਬੋਲਿਆ, ਇਹ ਅਸਤਰ ਹੈ। ਅਤਰ ਕੇ ਚਲਈਆ, ਛਿਤ ਛਤਰ ਕੇ ਧਰਈਆ, ਛਿੱਤ ਛਤਰ ਕੇ ਧਰਈਆ। ਇਹ ਕੌਣ ਹੈ? ਗੁਰਮੁਖੀ ਦੀ ਗੱਲ ਹੈ ਇੱਥੇ ਚਲਦੀ। ਛਿਤ ਛਤਰ ਕੇ ਧਰਈਆ, ਛਿੱਤ ਛਤਰ ਕੇ ਧਰਈਆ। ਇੱਥੇ ਪ੍ਰਿਥਵੀ ਧਰਤੀ ਤੇ ਆ ਕੇ ਜਿਹੜੇ ਛਤਰਧਾਰੀ ਨੇ, ਜਿਹਨਾਂ ਸਿਰ ਤੇ ਰਾਜ ਹੈ, ਜਾਂ ਜਿਹੜੇ ਗੁਰੂ ਬਣ ਕੇ, ਐ ਸਮਝ ਲਓ, ਉਹ ਵੀ ਛਤਰ ਕੇ ਧਰਈਆ ਹੀ ਹੁੰਦੇ ਨੇ। ਹਾਥੀਆਂ ਦੇ ਜਿਹੜੇ ਫਿਰਦੇ ਹੁੰਦੇ ਨੇ ਗੁਰੂ ਸਾਰੇ ਇਹਨਾਂ ਦੇ, ਆਪਣੇ ਵੀ ਕਲਗੀਆਂ ਲਾਉਂਦੇ ਸੀ, ਤਾਂ ਹੀ ਲਾਉਂਦੇ ਸੀ, ਉਹ ਛਤਰੇ ਹੁੰਦਾ। ਛਿਤ ਛਤਰ ਕੇ ਧਰਈਆ, ਛਿੱਤ ਛਤਰ ਕੇ ਧਰਈਆ, ਛਤਰ ਧਾਰਿਓ ਕੇ ਛਤਰ ਧਾਰਿਓ ਕੇ ਛਲਈਆ। ਉਹ ਜਿਹੜੇ ਛਤਰ ਧਾਰੀ ਹੁੰਦੇ ਨੇ, ਛਤਰ ਪਹਿਨਣ ਵਾਲੇ, ਉਹਨਾਂ ਨੂੰ ਵੀ ਛੱਡ ਲੈਂਦਾ। ਉਹ ਸਰਦਾਰ ਨੂੰ ਛੱਡਦੇ ਨੇ, ਉਹਨਾਂ ਨੂੰ ਛੱਡ ਲੈਂਦਾ। ਮਹਾ ਛਤਰਨ ਕੇ ਸਾਲ ਹੈ, ਛੜੇ ਹੋਏ ਨੇ। ਜੋ ਛੜੇ ਨਾ ਹੋਏ ਹੁੰਦੇ ਤਾਂ ਮਾਇਆ ਨਾਲ ਛੜੇ ਹੋਏ ਨੇ। ਉਹ ਛੜਈਆ ਕੇ ਉਹਨਾਂ ਮਾਇਆ ਪੈਦਾ ਕੀਤੀ ਉਹਨਾਂ ਵਾਸਤੇ। ਮਾਇਆ ਛੜ, ਉਹਨੇ ਆਪਣੀ ਮਾਇਆ ਨਾਲ ਉਹ ਲੋਕਾਂ ਨੂੰ ਛੱਡਣ ਵਾਲੇ ਛੜੇ ਹੋਏ ਨੇ, ਮਾਇਆ 'ਚ ਫਸਾਤੇ, ਮਾਇਆ 'ਚ ਫਸਾਏ ਨੇ ਨਾ, ਛੜ ਲੈ, ਫਿਰ ਉਹ ਛੜੇ ਹੋਏ ਨੇ। ਛਤਰ ਧਾਰਿਓ ਕੇ ਛਲਈਆ, ਬੜੇ ਬੜੇ ਛਤਰ ਧਾਰੀ ਜਿਹੜੇ ਆਪ ਨੂੰ ਸੰਤ ਕਹਾਉਂਦੇ ਨੇ, ਛੜੇ ਹੋਏ ਨੇ, ਮਾਇਆ ਜਿਹੜੇ ਫਸੇ ਹੋਏ ਨੇ। ਆਹ ਕਹਿ ਰਹੇ ਨੇ ਉਹ, ਤਾਂ ਹੀ ਉਹ ਕਹਿ ਰਹੇ ਨੇ ਵੀ ਮੈਨੂੰ ਅਫਸੋਸ ਨਹੀਂ ਹੈ, ਉਹ ਮੈਂ ਛੱਡਿਆ ਦਾ ਸਭ ਕੁਝ। ਜੇ ਮੈਂ ਉੱਥੇ ਫਸ ਜਾਂਦਾ, ਮੈਂ ਛੜਿਆ ਗਿਆ ਸੀ ਅਨੰਦਪੁਰ ਸਾਹਿਬ। ਜੇ ਉਹਨਾਂ ਦੀ ਗੱਲ ਮੰਨ ਲੈਂਦਾ ਨਾ, ਸੱਚ ਛੱਡ ਦਿੰਦਾ ਮਾਇਆ ਕਰਕੇ, ਮੈਂ ਤਾਂ ਛੜਿਆ ਗਿਆ ਸੀ। ਉਹ ਗੱਲ ਤਾਂ ਇੱਥੇ ਦੱਸ ਰਹੇ ਨੇ ਉਹ ਕਿਵੇਂ ਛੜੇ ਜਾਂਦੇ ਨੇ, ਇਹਨੂੰ ਬੜਾ ਪਤਾ ਅਰਥ ਕੀ ਨੇ ਉਹਦੇ। ਉਹ ਸਮਝਦੇ ਨੇ ਛੜਈਆ ਕੀ ਹੈ, ਕੀ ਛੜਈਆ, ਇਹਨਾਂ ਨੂੰ ਬੜਾ ਪਤਾ ਛੜਈਆ ਕੀ ਹੁੰਦਾ। ਇਹਦੇ ਅਰਥ ਕਰਕੇ ਦੱਸ ਦੇਣ। ਜਿਹੜੇ ਬੜੇ ਬੜੇ ਆਪਣੇ ਆਪ ਨੂੰ ਕਹਾਉਂਦੇ ਹੋਏ ਨੇ ਨਾ ਮਹਾਪੁਰਸ਼, ਛਤਰਧਾਰੀ, ਛਤਰਧਾਰੀ ਕੀ ਬ੍ਰਹਮਾ ਵਿਸ਼ਨੂੰ ਸ਼ਿਵ ਜੀ ਤਿੰਨੇ ਛੜੇ ਹੋਏ ਨੇ। ਬ੍ਰਹਮਾ ਵਿਸ਼ਨੂੰ ਸ਼ਿਵ ਜੀ ਤਿੰਨੇ ਛੜੇ ਹੋਏ ਨੇ ਮਾਇਆ ਦੇ ਵਿੱਚ। ਇਹ ਤੋਂ ਬੜਾ ਕੌਣ ਹੈ ਫਿਰ? ਛਤਰਧਾਰੀ ਨਹੀਂ ਤਿੰਨੇ, ਸਾਰੇ ਪੂਜਦੇ ਨੇ ਇਹਨਾਂ ਨੂੰ। ਇਹ ਤਾਂ ਮਾਇਆ 'ਚ ਫਸੇ ਨੇ। ਛਤਰਧਾਰੀਆਂ ਕੇ ਛਲਈਆ, ਉਹ ਛਤਰਧਾਰੀਆਂ ਦਾ ਛਲਈਆ ਜਿਹੜਾ ਉਹਨੂੰ ਛੱਡ ਜਵੇ, ਸਮਝੋ ਫਸ ਗਿਆ ਮਾਇਆ 'ਚ। ਜਿਹੜਾ ਉਹਦੇ ਵੱਲ ਨੂੰ ਜਾਂਦਾ, ਮਾਇਆ 'ਚ ਨਹੀਂ ਫਸਦਾ। ਬਚਾਉਂਦਾ ਉਹਨੂੰ ਹੈ ਜਿਹੜਾ ਉਹਦੇ ਵੱਲ ਨੂੰ ਜਾਂਦਾ ਮਾਇਆ ਦੇ ਛੜ ਤੋਂ। ਅਛਾਲਾ ਨਾ ਆਪ, ਜਿਹੜਾ ਉਹਨੂੰ ਰਾਹ ਛੱਡ ਗਿਆ, ਕਹਾਂ ਮਾਇਆ ਖੜੀ ਹੋ ਕੁਝ ਫਸਾਦ। ਛਲਈਆ ਉਧਰ ਦਲਦਲ ਹੈ। ਜਿਹੜਾ ਨਾ ਜਾਂਦਾ ਇਸ ਰਸਤੇ ਸੱਚ ਦੇ, ਉਹ ਤਾਂ ਪਹੁੰਚ ਜਾਂਦਾ ਸੱਚ ਤੱਕ। ਜਿਹੜਾ ਜਰਾ ਰਾਹ ਬਦਲ ਗਿਆ ਨਾ, ਉਹ ਦਲਦਲ 'ਚ ਫਸ ਜਾਂਦਾ ਮਾਇਆ ਦੀ। ਇਸ ਕਰਕੇ ਉਹ ਅਮਰਦਾਸ ਜੀ ਪਤਾ ਕੀ ਕਹਿੰਦੇ ਨੇ? ਕਹਿੰਦੇ ਖੰਨਾ ਉਹ ਤਿੱਖੀ ਬਾਲੋਂ ਨਿੱਕੀ ਹੈ, ਤੇ ਮਾਰਗ ਜਾਣਾ। ਬਹੁਤ ਬਰੀਕ ਰਸਤਾ ਹੈ, ਉਸ ਲੀਕ ਤੇ ਹੀ ਪੈਰ ਰੱਖੋ। ਖੰਨਾ ਤਿੱਖੀ ਬਾਲੋਂ ਨਿੱਕੀ ਹੈ, ਜੇ ਇੱਧਰ ਉੱਧਰ ਪੈਰ ਰੱਖਦਾ ਦਲਦਲ 'ਚ ਫਸ ਜਾਓਗੇ। ਬਾਲੋਂ ਨਿੱਕੀ ਪੁਰਸਲਾਤ, ਕੰਨੀ ਨਾ ਸੁਣਿਆ ਏ, ਉਹ ਵੀ ਇਹੀ ਗੱਲ ਕਹਿੰਦਾ। ਉਹ ਤਾਂ ਕੰਨਾਂ ਨੂੰ ਨਹੀਂ ਸੁਣਦੀ ਬਾਣੀ, ਜਿਹਦੇ ਨਾਲ ਜੁੜਨਾ ਅਸੀਂ। ਉਹ ਬਾਣੀ ਅੰਦਰੋਂ ਸੁਣ ਕੇ ਉਹਦੇ ਨਾਲ ਜੁੜਨਾ, ਉਹ ਰਸਤਾ ਹੈ ਸੱਚਖੰਡ ਦਾ, ਉਹਦੇ ਨਾਲ ਜੁੜ ਕੇ ਜਾਈਦਾ। ਢੋਲੀਆਂ ਛਾਣੇ ਕੁੱਟ ਕੇ ਨਹੀਂ ਜਾ ਸਕਦਾ। ਜਿੰਨਾ ਚਿਰ ਬਾਹਰਲੇ ਕੀਰਤਨ ਨਾਲ ਜੁੜਿਆ ਹੋਇਆ, ਇੱਥੇ ਹੀ ਰਹੂਗਾ ਸੰਸਾਰ 'ਚ। ਇਹ ਤਾਂ ਸਾਧਨ ਉੱਥੇ ਜਾਣਦਾ ਹੈ।
ਇਹ ਤਾਂ ਪਹਿਲਾ ਸਾਧਨ ਹੈ ਸੰਸਾਰ ਨੂੰ ਤੋੜਨ ਦਾ। ਇਹ ਮਾਇਆ ਦਾ ਜੋ ਰਾਗ ਹੈ ਮੂੰਹ ਨਾਲ ਬੋਲਿਆ ਹੋਇਆ ਤਾਂ ਇਹ ਤਾਂ ਤੋੜਨ ਦਾ ਹੈ ਮਾਇਆ ਨੂੰ। ਇਹ ਤੋੜਨ ਦਾ ਰਾਗ ਬਣਾਇਆ ਤਾਂ ਇਹਦੇ ਤੇ ਲੱਖਾਂ ਰੁਪਏ ਖਰਚ ਕਰਦੇ ਹੋ ਤੁਸੀਂ ਕੀਰਤਨ ਤੇ। ਇਹ ਮਾਇਆ ਦੇ ਆਸਰੇ ਖੜਾ ਤੁਹਾਡਾ ਕੀਰਤਨ। ਜਿਹੜਾ ਮਾਇਆ ਨੂੰ ਤੋੜਨ ਵਾਲਾ ਸੀ ਨਾ, ਮਾਇਆ ਨੂੰ ਤੋੜਨ ਵਾਲਾ ਸੀ ਨਾ ਜਿਹੜਾ ਰਾਗ ਜੋ ਬਾਣੀ ਪੜ੍ਹਦੇ ਹਾਂ ਅਸੀਂ, ਕੀਰਤਨ ਦਾ ਜਿਹਨੂੰ ਕੀਰਤਨ ਵੀ ਕਹਿੰਦੇ ਨੇ, ਇਹ ਜਿਹੜਾ ਮਾਇਆ ਨੂੰ ਤੋੜਨ ਵਾਲਾ ਸੀ ਨਾ, ਉਹ ਤਾਂ ਮਾਇਆ ਦੇ ਆਧਾਰ ਤੇ ਖੜਾ ਹੈ। ਇਹਦਾ 50-50 20-30 ਹਜ਼ਾਰ ਰੁਪਇਆ ਲੈਂਦੇ ਨੇ ਉਹਦਾ। ਤੋੜਨ ਵਾਲਾ ਜੋੜਨ ਵਾਲਾ। ਉਹ ਬਾਜਾ ਚੱਕੀ ਫਿਰਦੇ ਹੋ ਤੁਸੀਂ, ਜਿਹੜੇ ਤੁਸੀਂ ਕੀ ਕਰਦੇ ਰਹੇ ਹੋ? ਤੋੜਦੇ ਰਹੇ ਜੋੜਦੇ ਰਹੇ? ਪਹਿਲਾਂ ਜਵਾਬ ਦਿਓ। ਉਹ ਤਾਂ ਚਿੱਤਰ ਆ ਕੀ ਲਿਖਦਾ, ਭਾਈ ਮਾਇਆ ਛਲ ਤੁਹਾਡੇ ਨਾਲ ਛਲ ਹੋਇਆ। ਪਹਿਲਾਂ ਉਹ ਦੇਖ ਲਓ ਅੰਦਰ ਝਾਕ ਕੇ ਛਲ ਹੋਇਆ ਨਹੀਂ ਹੋਇਆ, ਫਿਰ ਹੋਰ ਗੱਲ ਕਰਿਓ। ਜਿਹੜੇ ਆਪ ਛੜੇ ਹੋਏ ਨੇ ਮਾਇਆ ਦੇ, ਉਹ ਸਿੱਖਿਆ ਦੇ ਰਹੇ ਨੇ ਸਾਨੂੰ। ਤੁਸੀਂ ਆਪਣੇ ਛਲ ਤੋਂ ਹੀ ਬਚ ਜਾਂਦੇ। ਤੁਹਾਨੂੰ ਤਾਂ ਪਤਾ ਹੀ ਨਹੀਂ ਸੀਗਾ ਵੀ ਅਸੀਂ ਛੜੇ ਹੋਏ ਹਾਂ। ਅੱਜ ਵੀ ਨਹੀਂ ਤੁਹਾਨੂੰ ਪਤਾ ਵੀ ਅਸੀਂ ਛੜੇ ਗਏ। ਅਸੀਂ ਸੇਵਾ ਕਰਦੇ ਹਾਂ ਜੀ, ਸੇਵਾ ਕਰਦੇ ਹਾਂ ਤੁਸੀਂ ਫਰੀ ਦੀ। ਸੇਵਾ ਐਂ ਕਰੀ ਦੀ ਜਿਵੇਂ ਤੁਸੀਂ ਕਰਦੇ ਹੋ। ਸੇਵਾ ਕਰੀ ਬਾਬੇ ਬੁੱਢੇ ਨੇ ਘਾਹ ਖੋਦ ਕੇ, ਉਹ ਹੁੰਦੀ ਹੈ ਸੇਵਾ। ਹੋਰ ਕਰਦੇ ਰਹੇ ਨੇ ਸਿੰਘ ਸੇਵਾ ਪਿੱਛੇ। ਸੇਵਾ ਐਂ ਕਰੀ ਦੀ ਜਿਵੇਂ ਤੁਸੀਂ ਕਰਦੇ ਹੋ। ਜੇਬਾਂ ਕੱਢੀਆਂ ਲੋਕਾਂ ਦੀ ਸੇਵਾ ਨਹੀਂ ਹੁੰਦੀ। ਮੱਥ ਕੇ ਪੈਸੇ ਲੈਣੇ, ਤੁਸੀਂ ਮੁਕਰਰ ਕਰਕੇ ਪੈਸੇ ਲੈਣੇ, ਸੇਵਾ ਹੈ। ਵੇਚਦੇ ਹੋ। ਉਹਨਾਂ ਨੂੰ ਕਿਹਾ ਸੀ, ਪੰਡਤ ਵੇਚਦਾ ਸੀ ਗਿਆਨ। ਕੋਈ ਲੜਕਾ ਵੇਚੀ, ਕਬੀਰ ਕਹਿੰਦਾ ਲੜਕੀ ਵੇਚੇ। ਕੋਈ ਗਿਆਨ ਵੇਚਣਾ, ਲੜਕਾ ਵੇਚਣਾ, ਵਿਦਿਆ ਵੇਚਣੀ, ਲੜਕੀ ਵੇਚਣਾ। ਜੇ ਕਿਸੇ ਨੂੰ ਕੀਰਤਨ ਸਿਖਾ ਕੇ ਉਹ ਤੋਂ ਆਪਣਾ ਲਾਭ ਉਠਾਉਣਾ, ਕੀਰਤਨ ਵਿਦਿਆ। ਉਹ ਵਿਦਿਆ ਵੇਚ ਕੇ ਕੋਈ ਕਮਾਈ ਕਰਨੀ ਹੈ, ਲੜਕੀ ਵੇਚਦੀ ਹੋ। ਜੇ ਗਿਆਨ ਵੇਚਤਾ, ਤੁਸੀਂ ਲੜਕਾ ਵੇਚਤਾ। ਇਹ ਕਹਿ ਰਿਹਾ ਕਬੀਰ ਤਾਂ, ਗੁਰਬਾਣੀ ਤਾਂ ਇਹ ਕਹਿ ਰਹੀ ਹੈ। ਗੁਰੂਆਂ ਨੇ ਕਿਉਂ ਰੱਖਿਆ ਸ਼ਲੋਕ ਵਿੱਚ? ਕਾਹਤੇ ਰੱਖਿਆ ਸੀ? ਕੋਈ ਲੜਕਾ ਵੇਚੀ, ਲੜਕੀ ਵੇਚੇ, ਕੋਈ ਸਾਂਝਾ ਕਰੇ। ਕਬੀਰ ਸਿਓ ਹਰਸਿਓ ਬੁਰਜ ਕਰੇ, ਕੀਤਾ ਨਾ ਹਰਸਿਓ ਬੁਰਜ। ਅੰਤਰਾ ਜੈਸੇ ਮੈਂ ਆਵੇ ਖਸਮ ਕੀ ਬਾਣੀ, ਤਾਂ ਥੋੜਾ ਕਰੀ ਗਿਆਨ ਵੇ ਲਾ ਲੋ। ਇਹ ਵਣਜ ਕਰਨਾ ਸੀਗਾ ਨਾਮ ਦਾ। ਜਿਹੜੇ ਪਾ ਆਈ ਸੀ ਬਾਣੀ, ਉਸੇ ਪਾ ਗਾਹਾਂ ਦੇਣੀ ਸੀ। ਸੱਚਖੰਡੋਂ ਆਈ ਹੈ, ਉਹ ਤੋਂ ਮੁੱਲ ਦਿੱਤਾ ਸੀ ਕੋਈ ਤੁਸੀਂ? ਸੱਚਖੰਡੋਂ ਜਾਂ ਬਾਣੀ ਆਉਂਦੀ ਹੈ, ਮੁੱਲ ਆਉਂਦੀ ਹੈ ਉੱਥੋਂ। ਜਿਵੇਂ ਆਉਂਦੀ ਹੈ ਉਹ ਦਰਿਆ 'ਚ ਪਾਣੀ ਦਰਿਆ ਦਾ ਹੁੰਦਾ। ਦਰਿਆ ਦਾ ਜਿਹੜੇ ਭਾਅ ਹੁੰਦਾ ਗਾਹਾਂ ਸਪਲਾਈ ਕਰ ਦਿੰਦਾ ਦਰਿਆ ਦਾ। ਇਹ ਗੁਰ ਦਰਿਆ ਹੁੰਦਾ। ਦਰਿਆ ਨਾ ਮੁੱਲ ਲਿਆਉਂਦਾ ਪਾਣੀ, ਨਾ ਮੁੱਲ ਵੇਚਦਾ ਵਿਚਾਰਾ। ਪਾਣੀ ਆਉਂਦਾ ਨਾ ਵੀ ਜਾਂਦਾ। ਉਹ ਤਾਂ ਇੱਕ ਰਸਤਾ ਹੈ। ਉਹ ਦੇਣ ਵਾਲਾ ਗਿਆਨ ਤਾਂ ਇੱਕ ਦਰਿਆ ਵਾਂਗੂ ਰਸਤਾ ਹੈ। ਉਹਦੇ ਰਸਤੇ ਆਇਆ ਜਿਹਦਾ ਹੈਗਾ ਹੈ ਕਿਸੇ ਹੋਰ ਦਾ। ਖਸਮ ਕੀ ਬਾਣੀ ਹੈ, ਜਾਣੀ ਹੈ ਖਸਮ ਦੇ ਬੰਦਿਆਂ ਕੋਲ। ਉਹ ਤਾਂ ਇੱਕ ਮੀਡੀਅਮ। ਜਿਵੇਂ ਤਾਰ ਦੇ ਥਰੂ ਬਿਜਲੀ ਜਾਂਦੀ ਹੈ, ਤਾਰ ਬਿਜਲੀ ਪੈਦਾ ਕਰਦੀ ਹੈ। ਉਹ ਤਾਂ ਇੱਕ ਸਪਲਾਈ ਲਾਈਨ। ਸਪਲਾਈ ਲਾਈਨ ਬਣ ਗਏ ਤੁਸੀਂ ਬਹੁਤ ਬੜੇ ਆਪਣੇ ਆਪ ਨੂੰ, ਵੀ ਅਸੀਂ ਪਤਾ ਨਹੀਂ ਕੀ ਆ। ਤੂੰ ਤਾਂ ਇਹੀ ਪਤਾ ਨਹੀਂ ਵੀ ਗੱਲ ਕੀ ਹੈ। ਸੇਵਾ ਕਰਦੇ ਹੋ ਤੁਸੀਂ, ਐਂ ਕਰੀ ਦੀ ਸੇਵਾ। ਛਤਰ ਧਾਰਿਓ ਕੇ ਛਲਈਆ, ਛਤਰ ਧਾਰਿਓ ਕੇ ਛਲਈਆ। ਛਲੇ ਹੋਏ ਹੋ ਤੁਸੀਂ ਬੜੇ ਬੜੇ, ਜਿਹੜੇ ਆਪਣੇ ਆਪ ਨੂੰ ਅਕਾਲ ਤਖਤ ਦੇ ਜਹੇਦਾਰ ਬਣੇ ਫਿਰਦੇ ਤੇ ਛਲਈਆ। ਬੇਵਕੂਫ ਲੋਕ ਤਾਂ ਉਹ ਸੀ ਜਿਹਨਾਂ ਨੂੰ ਇਹੋ ਜਿਹੇ ਬੰਦਿਆਂ ਨੂੰ ਉੱਥੇ ਜਹੇਦਾਰ ਬਣਾਤਾ। ਇਹ ਕਾਬਲ ਸੀ ਕਿ ਜਹੇਦਾਰੀ ਦੇ? ਆ ਜਿਹੜੇ ਹੁਣ ਤੁਰੇ ਫਿਰਦੇ ਨੇ ਵੱਟ ਇਹ ਕਾਬਲੇ ਨਹੀਂ ਸੀ ਬੰਦੇ। ਕੁਝ ਗੱਲਾਂ ਠੀਕ ਕਹਿ ਰਹੇ ਨੇ ਉਹ, ਵੀ ਕਾਬਲੀਅਤ ਤੋਂ ਬਿਨਾਂ ਜਿਹੜੇ ਬੰਦੇ ਬਣਾਏ ਹੋਏ ਨੇ, ਬੇਵਕੂਫੀ ਹੈ ਇਹਨਾਂ ਦੀ। ਇਹਨਾਂ ਦੇ ਬਾਰੀ ਬਣੇ ਬੈਠੇ ਨੇ ਹੁਣ।
ਤਖਤ ਪਾਏ ਤਖਤੇ ਕੇ ਲਾਇਕ ਗਲਤੀਆਂ ਇਹਨਾਂ ਦੀਆਂ ਕੀਤੀਆਂ ਹੋਈਆਂ ਨੇ, ਇਹਨਾਂ ਦੇ ਪੇਸ਼ ਪੈ ਗਏ। ਹੁਣ ਉਹ ਤੁਰਿਆ ਫਿਰਦਾ, ਉਹ ਮਿਸ਼ਨਰੀ ਸੀ ਆਪਣਾ ਜਾਚਕ ਜਾਚ ਕਰੀ ਜਾਚ, ਉਹ ਦੂਆ ਕੇਵਲ ਸਿੰਘ, ਹਾਂ ਕੇਵਲ ਸਿੰਘ, ਉਹ ਕਾਬਲ ਸੀਗਾ। ਊੜਾ ਵਾਲਾ ਤੁਹਾਨੂੰ ਪਤਾ ਨਹੀਂ ਹੈ, ਗੁਰਬਾਣੀ ਦਾ ਬਣੇ ਫਿਰਦੇ ਨੇ ਬੜੇ ਜਹੇਦਾਰ। ਨਾ ਕਾਬਲ ਆਦਮੀਆਂ ਨੂੰ ਬਣਾ ਕੇ ਸਾਰੀ ਮਿੱਟੀ ਪਲੀਤ ਕਰਦੀ ਹੈ। ਜਿਹੜੇ ਆਦਮੀ ਅੰਦਰ ਤਿਆਗ ਹੀ ਨਹੀਂ ਹੈ, ਸਭ ਕੁਝ ਛੱਡਿਆ ਹੋਇਆ ਹੀ ਨਹੀਂ, ਤੁਸੀਂ ਇਹੋ ਜਿਹੀ ਸੀਟ ਤੇ ਬਿਠਾ ਲਤਾ ਉਹਨੂੰ, ਉਹ ਤਾਂ ਕੱਲ ਨੂੰ ਕਿਤੇ ਵੀ ਵਿਕ ਸਕਦਾ। ਵਿਕ ਕੇ ਤੁਹਾਡੇ ਖਿਲਾਫ ਹੋ ਜਾਊਗਾ, ਗੁਰਮਤਿ ਦੇ ਖਿਲਾਫ ਬੋਲ ਦੂਗਾ। ਇਹ ਤਾਂ ਬਕਾਊ ਮਾਲ ਹੈ। ਜਿਹੜਾ ਕੀਰਤਨ ਵੇਚਦਾ ਰਿਹਾ, ਕਿਵੇਂ ਨਹੀਂ ਵਿਕ ਸਕਦਾ? ਕੋਈ ਉਹ ਤਾਂ ਕੁਝ ਵੀ ਕਹਾ ਸਕਦਾ ਪੈਸੇ ਦੇ ਕੇ, ਉਹ ਤਾਂ ਬਕਾਊ ਮਾਲ ਹੈ। ਉਹ ਤਨਖਾਹਦਾਰ, ਜਿਹੜੇ ਤਨਖਾਹ ਦੇ ਮੁਲਾਜ਼ਮ ਰਹੇ ਹੁਣ, ਉਹ ਬਕਾਊ ਹੁੰਦੇ ਨੇ। ਇਹ ਤੁਸੀਂ ਸੀਟ ਤਨਖਾਹਦਾਰ ਵਾਸਤੇ ਰੱਖਣੀ ਨਹੀਂ ਸੀ, ਗਲਤੀ ਤਾਂ ਇਹਨਾਂ ਦੀ ਹੈ। ਇਹ ਸੀਟਾਂ ਤਨਖਾਹਦਾਰ ਵਾਲੀਆਂ ਨਹੀਂ, ਹੁਣ ਨਾ ਹੈਡ ਗ੍ਰੰਥੀ ਦੀ ਸੀਟ ਤਨਖਾਹ ਵਾਲੀ ਹੈ, ਨਾ ਇਹ ਅਕਾਲ ਤਖਤ ਦੇ ਜਹੇਦਾਰ ਵਾਲੀ ਹੈ ਸੀਟ। ਇਹ ਤਨਖਾਹਦਾਰ ਵਾਲੀਆਂ ਸੀਟਾਂ ਨਹੀਂ, ਇਹ ਸੇਵਾ ਵਾਲੀਆਂ ਸੀਟਾਂ ਨੇ। ਜਿਹਦਾ ਅੰਦਰ ਮਾਇਆ ਦੀ ਭੁੱਖ ਆ, ਉਹ ਤਾਂ ਨੇੜੇ ਵੀ ਨਹੀਂ ਆਉਣ ਦੇਣਾ ਚਾਹੀਦਾ ਇਹ ਜਿਹੀਆਂ ਸੀਟਾਂ ਦੇ। ਉਹਨੂੰ ਉਹੀ ਆਦਮੀ ਇੱਥੇ ਬੈਠ ਕੇ ਕੁਝ ਕਰ ਸਕਦਾ, ਜਿਹਨੂੰ ਕਿਸੇ ਦੀ ਕੋਈ ਪਰਵਾਹ ਨਹੀਂ ਹੈ। ਪਰ ਇਹ ਸਿਆਪਾ ਇਹਨਾਂ ਨੂੰ ਆਪ ਹੈ, ਇਹਨਾਂ 906 ਆਪਣੇ 'ਚ, ਸਿਆਸਤਦਾਨਾਂ 'ਚ ਆਪਣੇ ਛੇਕ ਹੈ ਵੀ ਸਾਨੂੰ ਨਹੀਂ ਬਖਸ਼ਣਾ ਉਹਨੇ। ਘੱਟ ਕੋਈ ਵੀ ਨਹੀਂ ਨਾ, ਸਾਰੇ ਪਾਸੇ ਹੀ ਆ ਨਾ। ਉਹਨੂੰ ਪਤਾ ਜੇ ਉਹੋ ਜਿਹਾ ਬਿਠਾਲਦਾ ਸਾਡੀ ਨਹੀਂ ਬਣਨੀ ਉਹਨੇ। ਗੱਲ ਤਾਂ ਇੱਥੇ ਫਸੀ ਹੋਈ ਹੈ। ਸਾਰੇ ਦਾਗੀ ਨੇ, ਆਪਣਾ ਆਪਣਾ ਬਚਾਅ ਕਰਦੇ ਨੇ। ਇਹਨਾਂ ਨੂੰ ਪਤਾ ਸਾਡੇ ਉਹਨੇ ਫਿਰ ਉਹ ਕਠਪੁਤਲੀ ਨਹੀਂ ਚੱਲਣਾ। ਫਿਰ ਜਿਹੋ ਜਿਹਾ ਬਿਠਾਲਤਾ ਉਹਨੇ ਕਠਪੁਤਲੀ ਨਹੀਂ ਬਣਨਾ, ਜਿਹੋ ਜਿਹੇ ਬਿਠਾਲਣਗੇ ਤਾਂ ਇਹੋ ਜਿਹੇ ਸਿਆਪੇ ਨਹੀਂ ਮੁੱਕਣੇ, ਹੋਰ ਵਧਣ ਗਈ ਦਿਨ ਪਰ ਦਿਨ। ਹਾਂਜੀ, ਮਹਾਸ਼ਤਰਨ ਕੇ ਸਾਲ ਹੈ, ਮਹਾਸਤਰਨ ਕੇ ਸਾਲ ਹੈ। ਜਿਹੜੇ ਮਹਾਸਤਰ ਹੈਗੇ, ਉਹਨਾਂ ਦੇ ਵੀ ਤੂੰ ਪ੍ਰਾਣ ਹਰਨ ਵਾਲਾ ਸਾਲ ਹੈ, ਮਾਰਨ ਵਾਲਾ ਹੈ, ਕਾਬੂ ਕਰਨ ਵਾਲਾ, ਨਾਸ਼ ਕਰਨ ਵਾਲਾ ਉਹਨਾਂ ਦਾ। ਦਾਨ ਕੇ ਦਵਈਆ, ਮਹਾਮਾਨ ਕੇ ਵਢਈਆ। ਦਾਨ ਕੇ ਦਵਈਆ, ਦਾਨ ਨਹੀਂ ਦੇ ਸਕਦਾ ਕੋਈ, ਕੋਈ ਦਾਨ ਵੀ ਨਹੀਂ ਦੇ ਸਕਦਾ ਕੋਈ। ਤਾਂ ਹੀ ਤਾਂ ਹਰੇਕ ਦਾਤਾ ਬਣਿਆ ਬੈਠਾ। ਉਹ ਕਹਿ ਰਹੇ ਦਾਨ ਕੇ ਦਵਈਆ, ਤੂੰ ਦੋ ਨਾ ਜਿਹਨੂੰ ਦੋ ਨੇ। ਦਵਈਆ ਚਾਹੇ ਗਿਆਨ ਦਾ ਦਾਨ ਹੈ, ਚਾਹੇ ਨਾਮ ਦਾ ਦਾਨ ਹੈ, ਚਾਹੇ ਕੋਈ ਹੋਰ ਚੀਜ਼ ਦਾ ਦਾਨ ਹੈ। ਦਾਨ ਕਾ ਦਵਈਆ ਦਾ ਤੂੰ ਹੈ। ਇਹ ਕਹਿੰਦੇ ਨੇ ਅਸੀਂ ਆ। ਸਿੱਖੀ ਕਿੱਥੇ ਖੜੀ ਹੈ? ਗੁਰਬਾਣੀ ਕੀ ਕਹਿ ਰਹੀ ਆ, ਅਸੀਂ ਕੀ ਬਣ ਰਹੇ ਹਾਂ, ਕੀ ਬੰਨੀ ਬੈਠੇ ਹਾਂ। ਦਾਨ ਕੇ ਦਵਈਆ, ਮਹਾਮਾਨ ਕੇ ਵਢਈਆ। ਮਾਂ ਮਾਣ ਕੇ ਬੜਈਆ, ਮਾਂ ਮਾਣ ਜ਼ਰੂਰ ਵਧਾਉਂਦਾ। ਜੇ ਕਹੇ ਮੇਰਾ ਮੁਝ में कुछ नहीं, जो कुछ है सो तेरा, तेरा तुझको सौंपते क्या लागे, मेरा फेर मान के बढ़िया। ये दान का दवैया अपने आप ਨੂੰ ਨਹੀਂ ਮੰਨਦਾ। ਦਾਨ ਕਾ ਦਵਈਆ ਆਪਣੇ ਆਪ ਨੂੰ ਕਿਉਂ ਮੰਨਦਾ? ਮਾਣ ਵਾਸਤੇ। ਮਾਣ ਨਹੀਂ, ਫੇਰ ਨਹੀਂ ਮਿਲਦਾ ਹੈ ਦਰਗਾਹ 'ਚ ਮਾਣ। ਇੱਥੇ ਮਿਲਦਾ ਫਿੱਕਾ ਮਾਣ, ਇੱਥੇ ਮਿਲਦਾ ਚਾਰ ਦੰਦਾ ਮਾਣ, ਦਰਗਾਹ 'ਚ ਨਹੀਂ ਮਿਲਦਾ ਹੈ ਮਹਾਮਾਨ। ਮਾਣ ਨਹੀਂ ਮਿਲਦਾ। ਮਾਣ ਦਰਗਾਹ ਦਾ ਮਾਣ। ਜਿਹੜਾ ਕਹਿੰਦਾ ਮੇਰਾ ਕੁਛ ਨਹੀਂ ਹੈ, ਸਭ ਪਰਮੇਸ਼ਰ ਦਾ ਹੈ, ਮੈਂ ਤਾਂ ਬਈ ਦੇਣ ਵਾਲਾ ਵਿਚਾਲੇ ਮੀਡੀਅਮ। ਤਨਖਾਹ ਦਿੰਦਾ ਕੋਈ ਆਦਮੀ, ਵੰਡ ਰਿਹਾ, ਸਰਕਾਰੀ ਮੁਲਾਜ਼ਮ ਨੇ, ਪੈਸਾ ਸਰਕਾਰ ਦਾ, ਦੇਣ ਵਾਲਾ ਤਨਖਾਹ ਦੇ ਰਿਹਾ, ਉਹ ਦਾਨ ਕਰ ਰਿਹਾ ਕੁਛ। ਉਹ ਹੱਕ ਹੈ, ਤਨਖਾਹ ਉਹਨਾਂ ਨੂੰ ਦੇ ਰਿਹਾ, ਦੇਣ ਵਾਲੇ ਨੇ ਦਿੱਤੀ ਹੈ। ਤੂੰ ਵਿਚਾਲੇ ਕੌਣ ਹੁੰਦਾ? ਫਿਰ ਬਣੀ ਜਾਂਦੇ ਨੇ ਮੈਂ ਦਿੰਦਾ। ਜਿਹੜਾ ਮੇਰੇ ਕੋ ਆ ਗਿਆ ਨਾ, ਉਹ ਮੇਰਾ ਹੋ ਗਿਆ ਨਾ। ਸਵਾਲ ਤਾਂ ਇਹ ਹੈ, ਜਿਹਨੂੰ ਮੇਰਾ ਹੱਥ ਲੱਗ ਗਿਆ ਮੇਰਾ ਹੋ ਗਿਆ। ਜਿਵੇਂ ਨਿਆਣੇ ਨੂੰ ਸਾਤੋਂ ਹੀ ਪੈਸੇ ਲੈ ਲੈਂਦਾ, ਫਿਰ ਸਾਨੂੰ ਵੀ ਉਧਾਰੇ ਦਿੰਦਾ। ਉਹ ਮਾਂ ਬਾਪ ਨੂੰ ਉਧਾਰੇ ਦਿੰਦਾ, ਫਿਰ ਉਹ ਮੇਰੇ ਰੁਪਈਏ ਹੁਣ ਚਾਹੇ ਤੋਤੇ ਹੀ ਆ ਗਏ, ਕਿ ਉਹਦਾ ਜੋ ਹੱਥ ਲੱਗ ਗਿਆ ਉਹਨੂੰ ਦੇ ਦਿੱਤੇ ਇੱਕ ਵਾਰ, ਉਹ ਫਿਰ ਉਹਦੇ ਹੋ ਗਏ, ਸਾਡੇ ਨਹੀਂ ਰਹੇ। ਆਹ ਗੱਲ ਇਹਦੀ ਹੈ ਫੜੀ ਹੋਈ।
ਉਹ ਪਿਓ ਤੋਂ ਲੈ ਕੇ ਹੀ ਆਪਣਾ ਬਣਾ ਲਏ ਨੇ। ਦਾਤ ਪਿਆਰੀ ਵਿਸਰਿਆ ਦਾਤਾ ਦਾਤਾ, ਦਾਤਾ ਜਦੇ ਭੁੱਲ ਜਾਂਦਾ ਹੈ। ਦਾਨ ਕੇ ਦਵਈਆ ਮਹਾਮਾਨ ਕੇ ਬੜਈਆ। ਅਵਸਾਨ ਜੇ ਦਾਤ ਕਾ ਦਵਈਆ ਉਹਨੂੰ ਮੰਨਦਾ ਰਹੇ ਫਿਰ ਮਹਾਮਾਨ ਵੱਧ ਜਾਂਦਾ ਹੈ, ਫਿਰ ਦਰਗਾਹ 'ਚ ਮਾਣ ਵੱਧਦਾ ਹੈ। ਹਾਂ, ਅਵਸਾਨ ਕੇ ਦਵਈਆਂ ਹੈ। ਅਵਸਾਨ ਕੇ ਦਵਈਆ, ਅਵਸਾਨ ਮਾਰੇ ਜਾਂਦੇ ਨੇ। ਜਦ ਕੋਈ ਮੁਸੀਬਤ ਆਉਂਦੀ ਹੈ ਅਵਸਾਨ ਮਾਰੇ ਜਾਂਦੇ ਨੇ। ਅਵਸਾਨ ਮਾਰੇ ਗਏ ਸੀ ਜਿਹੜੇ ਕਹਿੰਦੇ ਅਨੰਦਪੁਰ ਸਾਹਿਬ ਦਾ ਕਿਲ੍ਹਾ ਛੱਡ ਦੋ ਨਾਲ ਦਿਆਂ ਦੇ। ਦਸਮ ਪਾਤਸ਼ਾਹ ਕਹਿੰਦਾ ਨਹੀਂ ਛੱਡਣਾ ਕਿਲ੍ਹਾ। ਅਵਸਾਨ ਨਹੀਂ ਨਾ ਮਾਰ ਹੋਏ, ਅਵਸਾਨ ਮਾਰੇ ਜਾਂਦੇ ਨੇ। ਮੁਸੀਬਤ ਆਉਂਦੀ ਹੈ ਜਦ ਬੜੇ ਬੜਿਆਂ ਦੇ, ਜਿਹਦੇ ਅਵਸਾਨ ਨਾ ਮਾਰੇ ਜਾਣ ਮੌਤ ਨਾਲ ਲੜ ਸਕਦਾ। ਜਦੋਂ ਅਵਸਾਨ ਮਾਰੇ ਗਏ ਉਦੋਂ ਹੀ ਮੌਤ ਨੇ ਢਾਹ ਲਿਆ ਉਹਨੂੰ। ਜਿਹਦੇ ਅਵਸਾਨ ਨਹੀਂ ਮਾਰੇ ਜਾਂਦੇ ਉਹਦੇ ਤੇ ਕਾਲ ਫਤਿਹ ਨਹੀਂ ਕਰ ਸਕਦਾ। ਸਰੀਰ ਛੱਡਣਾ ਵੀ ਪੈ ਜਾਵੇ, ਅਵਸਾਨਾਂ ਦੇ ਵਿੱਚ ਸਰੀਰ ਛੱਡਦੇ ਕਾਲ ਜਿੱਤਿਆ ਗਿਆ। ਬਾ ਹੋਸ਼ ਸਰੀਰ ਛੱਡਣਾ ਜਿਹੜਾ ਹੈ ਨਾ, ਇਹ ਕਾਲ ਤੇ ਫਤਿਹ ਹੁੰਦੀ ਹੈ। ਸਰੀਰ ਸਾਰਿਆਂ ਨੇ ਛੱਡਿਆ, ਨਾਨਕ ਨੇ ਵੀ ਛੱਡਿਆ, ਨਵੇਂ ਪਾਤਸ਼ਾਹ ਸਾਰਿਆਂ ਨੇ ਛੱਡਿਆ ਨਾ। ਬਸ ਅਵਸਾਨ ਦੇ ਵਿੱਚ ਸਰੀਰ ਛੱਡਣਾ, ਅਵਸਾਨ ਦਾ ਮਾਰਿਆ ਜਾਣਾ, ਇਹ ਮਰਨ ਦੀ ਔਰ ਅਮਰ ਹੋਣ ਦੀ ਨਿਸ਼ਾਨੀ ਹੈ। ਇਹਦੇ ਵਿੱਚ ਹੀ ਅਮਰਾ ਪਦ ਔਰ ਮਰਨਾ ਇਹਦੇ 'ਚ ਛੁਪਿਆ ਹੈ। ਅਵਸਾਨ ਕੀ ਹੋਸ਼ ਮਾਰੀ ਜਾਣੀ। ਅਵਸਾਨ ਹਾਂ ਹਾਂ, ਅਵਸਾਨ ਕਹਿੰਦੇ ਨਹੀਂ, ਅਵਸਾਨ ਹੋਸ਼ ਬਾਹੋਸ਼ ਕਰਨ ਵਾਲਾ ਹੈ। ਮਦਹੋਸ਼ ਤੋਂ ਬਾਹੋਸ਼ ਕਰਨ ਵਾਲਾ ਹੈ। ਅਵਸਾਨ ਕੇ ਦਵਈਆ। ਹਾਂ, ਮਦਹੋਸ਼ ਹੋਏ ਨੇ ਸੰਸਾਰ ਦੇ ਲੋਕ। ਉਹਨੂੰ ਪਤਾ ਹੀ ਨਹੀਂ, ਆਪ ਨੂੰ ਕਹਿਣਾ ਮੈਂ ਬਗਾਲੀ ਚੀਜ਼ ਹੈ। ਜਦ ਸਭ ਕੁਝ ਇੱਕ ਪਾਸੇ ਤਾਂ ਕਹਿ ਰਿਹਾ ਜੀਓ ਪਿੰਡ ਸਭ ਤੇਰਾ, ਦੂਏ ਪਾਸੇ ਕਹਿ ਰਿਹਾ ਮੈਂ ਦਾਤਾ। ਫਿਰ ਅਵਸਾਨ ਬੇਅਵਸਾਨ ਹੈ ਨਾ। ਇਹ ਵੀ ਪੜ੍ਹ ਕੇ ਆਇਆ ਜੀਓ ਪਿੰਡ ਸਭ ਤੇਰਾ, ਕੌਣ ਨਾਨਕ ਸਭ ਤੇਰੀ ਵਡਿਆਈ, ਕੋਈ ਨਾਂ ਨਾ ਜਾਣੇ ਮੇਰਾ। ਫਿਰ ਦੂਏ ਪਾਸੇ ਮੈਂ ਦਾਤ ਵੀ ਕਰ ਰਿਹਾ। ਫਿਰ ਅਵਸਾਨ ਕਿੱਥੇ ਨੇ? ਜਦੋਂ ਅਵਸਾਨ ਆ ਗਏ ਉਦੋਂ ਉਹ ਗੱਲ ਯਾਰ, ਉਹ ਕੰਪਿਊਟਰ 'ਮਾ ਉਹ ਲਿਖੀ ਜਾਣੀ ਹੈ ਹਰ ਗੱਲ। ਉੱਥੇ ਹੀ ਸਵਾਲ ਨਹੀਂ ਪੈਦਾ ਹੁੰਦਾ ਕਿ ਜਿਹਨੂੰ ਆਪਣੀ ਮੰਨ ਲਵੇ। ਫਿਰ ਕਹਿੰਦੇ ਆਪਣੀ ਮੰਨੂ, ਹਾਂ ਰਖਵਾਲ ਲਾਵੇ, ਚੀਜ਼ ਮਾਲਕ ਦੀ ਹੈ। ਇਹ ਥੋੜ੍ਹੀ ਹੈ ਵੀ ਹਰੇਕ ਚੱਕ ਕੇ ਲੈ ਜੂ। ਭਰਨੀ ਤਾਂ ਉਹਨੇ ਬੈਂਕ ਵਾਲੇ ਨੇ ਭਰਨੀ ਹੈ ਨਾ। ਹੁਣ ਹਰੇਕ ਨੂੰ ਥੋੜ੍ਹੀ ਵੀ ਚੱਲ ਤੇਰੀ ਨਹੀਂ ਲੈ ਮੈਂ ਲੈ ਜਾ ਚੱਕ ਕੇ। ਉਹ ਕਹਿੰਦਾ ਤੂੰ ਕੌਣ ਹੁੰਦਾ, ਹਿਸਾਬ ਤਾਂ ਉਹਨੇ ਦੇਣਾ ਨਾ। ਹਾਂਜੀ, ਕਟਈਆ ਜਮ ਜਾਲ ਹੈ। ਕਟਈਆ ਜਮ ਜਾਲ ਹੈ। ਆਰੇ ਜਮ ਜਾਲ ਨਾਲ ਆ ਗਿਆ ਨਾ। ਔਰ ਸਾਨ ਜੇ ਨਹੀਂ ਮਾਰ ਹੁੰਦੇ ਤਾਂ ਜਮ ਦਾ ਜਾਲ ਨਹੀਂ ਫਸਾ ਸਕਦਾ। ਜਮ ਦਾ ਜਾਲ ਬੇਹੋਸ਼ ਨੂੰ ਫਸਾਉਂਦਾ। ਜਦ ਸੁਰ ਕਹਿੰਦੇ ਜਿਹੜਾ ਡਰ ਗਿਆ ਸੋ ਮਰ ਗਿਆ। ਬਸ ਜੇ ਡਰ ਭੈ ਨਹੀਂ ਆਈ ਤਾਂ ਮਰਿਆ ਨਹੀਂ ਹੈ। ਪੈ ਆ ਗਈ ਭਰਮ ਜਾਲ 'ਚ ਫਸ ਗਿਆ। ਜਾਲ ਕਾਹਦਾ? ਜਾਲ ਭਰਮ ਦਾ ਹੀ ਹੈ। ਕਟਈਆ ਜਮ ਜਾਲ ਹੈ। ਕਟਈਆ ਜਮ ਜਾਲ ਹੈ। ਜੁੱਧ ਕੇ ਜਿਤਈਆ। ਜੁੱਧ ਕੇ ਜਿਤਈਆ। ਹੁਣ ਜੁੱਧ ਆਪ ਨਹੀਂ ਜਿੱਤ ਸਕਦੇ। ਕਹਿੰਦੇ ਪਈ ਜੀਤ ਮੇਰੀ ਕਿਰਪਾ ਕਾਲ ਕਰੀ। ਜੁੱਧ ਕੇ ਜਿਤਈਆ। ਉਹ ਵਿਰੁੱਧ ਕੇ ਮਟਈਆ। ਉਹ ਵਿਰੁੱਧ ਕੇ ਮਟਈਆ। ਜਿਹੜਾ ਵਿਰੋਧ ਦਾ ਭਾਸ ਹੈ ਅੰਦਰ ਵਿਰੋਧ ਦਾ ਭਾਸ ਹੈ ਉਹਨੂੰ ਮਿਟਾ ਦੇਣਾ। ਮਹਾਬੁੱਧ ਕੇ ਦਵਈਆ। ਮਹਾਬੁੱਧ ਕੇ ਦਵਈਆ। ਮਹਾਬੁੱਧ ਹੁੰਦੀ ਹੈ ਵਿਵੇਕ ਬੁੱਧੀ। ਇੱਕ ਬੁੱਧ ਹੁੰਦੀ ਹੈ, ਇੱਕ ਮਹਾਬੁੱਧ ਹੁੰਦੀ ਹੈ। ਸੰਸਾਰ ਤੋਂ ਉੱਪਰ ਦੀ ਬੁੱਧ। ਬੁੱਧ ਦਾ ਸੰਸਾਰ ਦੇ ਵਿੱਚ ਹੀ ਹੈ ਨਾ। ਮਹਾਬੁੱਧ ਕੇ ਦਵਈਆ। ਮਹਾਮਾਨ ਹੂੰ ਕੇ ਮਾਨ ਹੈ। ਮਹਾਮਾਨ ਹੂੰ ਕੇ ਮਾਨ ਹੈ। ਜਿਹੜਾ ਮਹਾਮਾਨ ਹੈ ਨਾ ਇਸ ਸੰਸਾਰ ਦੇ ਵਿੱਚ, ਉਹਦਾ ਵੀ ਮਾਨ ਹੈ ਤੂੰ ਉੱਤੇ। ਗਿਆਨ ਹੂੰ ਕੇ ਗਿਆਤਾ। ਗਿਆਨ ਹੂੰ ਕੇ ਗਿਆਤਾ। ਹਰ ਪ੍ਰਕਾਰ ਦੇ ਗਿਆਨ ਦਾ ਗਿਆਤਾ ਤੂੰ, ਜਾਣਨ ਵਾਲਾ। ਮਹਾਬੁੱਧਤਾ ਕੇ ਦਾਤਾ। ਮਹਾਬੁੱਧਤਾ ਕੇ ਦਾਤਾ। ਸਾਰੀ ਸ੍ਰਿਸ਼ਟੀ ਦਾ ਤੈਂ ਬਣਾਈ ਹੈ। ਤੈਨੂੰ ਜਿਹਨੇ ਬਣਾਇਆ ਸਭ ਕੁਛ, ਉਹਨੂੰ ਕਿਹੜੇ ਗਿਆਨ ਦਾ ਨਹੀਂ ਪਤਾ ਸੰਸਾਰ ਦੇ ਦਾ? ਸਾਰਾ ਬਣਾਇਆ ਉਹਨੇ। ਮਹਾਬੁੱਧਤਾ ਕੇ ਦਾਤਾ। ਮਹਾਬੁੱਧਤਾ ਕੇ ਦਾਤਾ। ਮਹਾਬੁੱਧਤਾ ਫਿਰ ਵਿਵੇਕ ਬੁੱਧੀ ਆ ਗਈ। ਮਹਾਬੁੱਧਤਾ ਕੇ ਦਾਤਾ ਦੇਵ। ਮਹਾਬੁੱਧਤਾ ਕੇ ਦਾਤਾ ਦੇਵ। ਕਾਲ ਹੂੰ ਕੇ ਕਾਲ। ਕਾਲ ਹੂੰ ਕੇ ਕਾਲ। ਮਹਾਕਾਲ ਹੂੰ ਕੇ ਕਾਲ ਹੈ। ਕਾਲ ਹੂੰ ਕੇ ਕਾਲ। ਮਹਾਕਾਲ ਹੂੰ ਕੇ ਕਾਲ ਹੈ। ਕਾਲ ਹੈ।
ਹਰ ਜੀਵ ਜੀਵ ਨੂੰ ਮਾਰਦਾ, ਕਾਲ ਹੈ, ਜੀਵ ਜੀਵਾਂ ਦੇ ਕਾਲ ਨੇ। ਪਰ ਇਹਦਾ ਕਾਲ ਕੀ ਹੈ? ਮਹਾਕਾਲ ਕੀ ਹੈ? ਜਿਵੇਂ ਇੱਕ ਫੌਜ ਲੜਦੀ ਹੈ, ਚਲੋ ਖੜੀ ਹੈ ਫੌਜ ਬਾਰਡਰ ਤੇ, ਰਾਜੇ ਨੇ ਆਰਡਰ ਦੇ ਦਿੱਤਾ ਕਿ ਭਾਈ ਫਾਇਰ ਕਰ ਦੋ ਪਿੱਛੋਂ, ਅਫਸਰ ਨੂੰ ਆਰਡਰ ਦਿੱਤਾ, ਹਕੂਮਤ ਨੇ ਅਫਸਰ ਨੇ ਫਾਇਰ ਕਰਾ ਦਿੱਤਾ ਥੱਲੇ। ਦੇਖਣ ਨੂੰ ਤਾਂ ਉਹ ਸਿਪਾਹੀ ਦੀ ਗੋਲੀ ਨਾਲ ਗਾਂ ਵਾਲਾ ਸਿਪਾਹੀ ਮਰ ਗਿਆ, ਕਾਲ ਬਣ ਗਿਆ ਨਾ ਸਿਪਾਹੀ ਉਹਦਾ। ਪਰ ਪਿੱਛੇ ਕੌਣ ਹੈ? ਮਹਾਕਾਲ। ਪਿੱਛੇ ਮਹਾਕਾਲ ਹੈ। ਹੁਣ ਉਹਦੇ ਹਜ਼ਾਰਾਂ ਗੋਲੀਆਂ ਚੱਲਦੀਆਂ ਨੇ ਉਹਦੇ ਆਰਡਰ ਨਾਲ, ਇਹ ਤਾਂ ਵਿਚਾਰੇ ਇੱਕੇ ਚਲਾ ਰਹੇ ਹਨ। ਉਹਦਾ ਹਜ਼ਾਰਾਂ ਚੱਲ ਰਹੀਆਂ ਨੇ ਇਕੱਠੀਆਂ, ਉਹਦੇ ਹੁਕਮ ਨਾਲ ਤਾਂ ਇਕੱਠੀਆਂ ਚੱਲ ਪਈਆਂ ਸਾਰੀਆਂ ਜੀ। ਪਰ ਉਹ ਪਿੱਛੇ ਵਾਲਾ ਮਹਾਕਾਲ ਹੈ। ਮਹਾਕਾਲ ਹੂੰ ਕੇ ਕਾਲ ਹੋ, ਉਹਦਾ ਵੀ ਕਾਲ ਹੈ। ਮਹਾਕਾਲ ਜਿਹੜਾ ਆਪਣੇ ਆਪ ਨੂੰ ਸਮਝਦਾ ਨਾ, ਉਹਦਾ ਵੀ ਕਾਲ ਹੈ ਪਿੱਛੇ। ਉਹਦੇ ਤੇ ਕਹਾਂ ਤੂੰ ਤੈਂ ਉਹਨੂੰ ਪ੍ਰੇਰਿਆ ਵੀ ਆ ਚਲਵਾ ਦੇ, ਉਹਦੇ ਅੰਦਰ ਚਾਬੀ ਤੈਂ ਫੇਰੀ ਹੈ, ਤਾਂ ਮਹਾਕਾਲ ਹੋ ਕੇ ਕਾਲ ਹੈ। ਉਹਨੇ ਫੌਜ ਨੂੰ ਕਿਹਾ, ਹੁਕਮ ਦਿੱਤਾ, ਤੈਂ ਉਹਨੂੰ ਕਿਹਾ ਹੁਕਮ ਦਵਾਇਆ, ਉਹਦੇ ਉੱਤੇ ਸਗਰ ਬੈਠਾ ਤੂੰ ਪਿੱਛੇ। ਕਿਉਂ ਮਰਵਾਉਣੇ ਦੇ ਸਾਰਿਆਂ ਦਾ ਟਾਈਮ ਆ ਗਿਆ ਸੀ, ਰੌਲ ਪੂਰੀ ਹੋ ਗਈ ਸੀ, ਉਹਨਾਂ ਨੇ ਆਪਣਾ ਛਕ ਲਿਆ ਸੀ ਦਾਣਾ ਪਾਣੀ। ਹਾਂ, ਪੂਰਬੀ ਨਾ ਪਾਰ ਪਾਵੈ, ਹਿੰਗੁਲਾ ਹਿਮਾਲਯ ਧਿਆਵੈ। ਪੂਰਬੀ ਨਾ ਪਾਰ ਪਾਵੇ, ਪੂਰਬ ਦੇਸ਼ ਦੇ ਰਹਿਣ ਵਾਲੇ ਤੇਰਾ ਪਾਰ ਨਹੀਂ ਤੇਰਾ ਪਾਰ ਪਾਇਆ ਉਹਨੇ। ਪੂਰਬ ਦੇਸ਼ ਦੇ ਰਹਿਣ ਵਾਲਿਆਂ ਨੇ ਪਾਰ ਪਾਉਣ ਦੀ ਕੋਸ਼ਿਸ਼ ਕੀਤੀ, ਨਹੀਂ ਪਾ ਸਕੇ। ਆ ਯੂਪੀ ਵਾਲੇ ਪੂਰਬੀ, ਹਿੰਗੁਲਾ ਹਿਮਾਲਯ ਧਿਆਵੈ। ਹਿੰਗਲਾ ਹਿਮਾਲਾ ਅਸਾਮੀ ਨੇ, ਹਿੰਗਲਾ ਵਾਲੇ ਅਸਾਮ ਦਾ ਇਲਾਕਾ ਹਿਮਾਲਾ 'ਚ ਲੱਗ ਜਾਂਦਾ ਨਾ, ਗਾਂ ਉੱਤੇ ਹਿਮਾਲੀ ਵਾਲੇ ਨੇ, ਉਹ ਵੀ ਧਿਆਉਂਦੇ ਨੇ ਤੈਨੂੰ, ਇਹ ਧਿਆਉਂਦੇ ਨੇ। ਗੋਰ ਗੁਰਦੇਜੀ ਗੁਣ ਗਾਵੈ, ਤੇਰੇ ਨਾਮ ਹੈ। ਜਿਹੜੇ ਗੋਰਖਾ ਨੇ ਉਹ ਵੀ ਤੇਰੇ ਨਾਮ ਦੇ ਗੁਣ ਗਾਉਂਦੇ ਨੇ, ਸਾਰੇ ਗਾਉਂਦੇ ਨੇ। ਗੋਰ ਗੁਰਦੇਜੀ ਗੁਣ ਗਾਵੈ, ਤੇਰੇ ਨਾਮ ਹੈ। ਤੇਰੇ ਨਾਮ ਨਾਲ ਜੁੜ ਕੇ ਗੁਣ ਗਾਉਂਦੇ ਨੇ ਤੇਰੇ, ਤੇਰੇ ਨਾਮ ਲੈਂਦੇ ਨੇ। ਉਹ ਜਿਵੇਂ ਨਾਮ ਰੱਖੇ ਨੇ, ਜਿਵੇਂ ਵਿਚਾਰੇ ਉਵੇਂ ਕਹੀ ਜਾਂਦੇ ਨੇ। ਜੋਗੀ ਜੋਗ ਸਾਧੈ, ਜੋਗੀ ਨੇ ਜੋਗ ਸਾਧਨ ਲੱਗੇ ਹੋਏ ਨੇ, ਪੌਣ ਸਾਧਨਾ ਕਿਤੇਕ ਵਾਧੈ। ਕਈ ਪੌਣ ਸਾਧਨਾਂ ਤੇ ਲੱਗੇ ਹੋਏ ਨੇ, ਪੌਣ ਸਾਧਨ ਲੱਗੇ ਹੋਏ ਨੇ। ਉਹ ਜਿਹੜੇ ਸਾਹ ਖਿੱਚਦੇ ਨੇ, ਫਿਰ ਸਾਹ ਨੂੰ ਰੋਕਦੇ ਨੇ, ਪ੍ਰਾਣਾਯਾਮ ਜਿਹੜੇ ਕਰਦੇ ਨੇ, ਮਤਲਬ ਹੈ ਫਿਰ ਹੌਲੀ ਹੌਲੀ ਛੱਡਦੇ ਨੇ। ਉਹ ਸਾਧਨਾ 'ਚ ਇਹ 'ਚ ਲੱਗੇ ਹੋਏ ਨੇ, ਉਹ ਵੀ ਜੋਗੀਆਂ ਦੇ ਵਿੱਚੋਂ ਹੀ ਨੇ। ਆਰਬ ਕੇ ਆਰਬੀ ਅਰਾਧੇ, ਤੇਰੇ ਨਾਮ ਹੈ। ਅਰਬ ਦੇ ਅਰਾਬੀ ਆ, ਮੁਸਲਮਾਨ ਅਰਬ ਦੇਸ਼ ਦੇ ਰਹਿਣ ਵਾਲੇ ਆਰਬੀ, ਅਰਾਧਾ ਤੇਰੇ ਨਾਮ ਹੈ। ਉਹ ਵੀ ਉਹ ਦੇਖੋ ਉਹਨਾਂ ਵਾਸਤੇ ਆਰਾਧਨਾ ਆਈ ਹੈ। ਆਰਾਧਨਾ ਉੱਤੇ ਜਪਣਾ ਨਹੀਂ ਹੈਗਾ, ਉੱਤੇ ਆਰਾਧਨਾ। ਅਰਾਧੇ ਤੇਰੇ ਨਾਮ। ਹਾਂ, ਆਰਾਧਨਾ ਹੋਰ ਚੀਜ਼ ਹੈ। ਆਰਾਧਨਾ ਕੋਈ ਗੈਬੀ ਸ਼ਕਤੀ ਹੈ, ਉਹਦੇ ਨਾਲ ਜੁੜ ਕੇ ਕਹਿੰਦੇ ਨੇ ਵੀ ਤੂੰ ਕਿਰਪਾ ਕਰ, ਮਿਹਰ ਕਰ। ਇਹ ਆਰਾਧਨਾ। ਜਪਣਾ ਹੁੰਦਾ ਕੋਈ ਸਾਡੇ ਕੋਲ ਚੀਜ਼ ਹੈਗੀ ਹੈ, ਲਿਖਤ ਹੈਗੀ ਹੈ, ਉਹਨੂੰ ਸਮਝਣਾ, ਉਹ ਜਪਣਾ। ਉਹਨਾਂ ਕੋਲ ਚੀਜ਼ ਤਾਂ ਹੈ ਨਹੀਂ ਕੋਈ ਸਮਝਣ ਵਾਲੀ, ਥਿਊਰੀ ਤਾਂ ਕੋਈ ਹੈ ਨਹੀਂ ਵੀ ਉਹਨੂੰ ਸਮਝਣ। ਜਪਣ ਵਾਲਾ ਉਹਨਾਂ ਕੋਲ ਕੁਛ ਨਹੀਂ ਹੈ। ਗੈਬੀ ਸ਼ਕਤੀ ਦਾ ਗਿਆਨ ਜਪਣ ਵਾਸਤੇ ਉਹਨਾਂ ਕੋਲ ਕੋਈ ਹੈ ਨਹੀਂ ਸਾਧਨ। ਗੈਬੀ ਸ਼ਕਤੀ ਬਾਰੇ ਦੱਸਿਆ ਹੋਇਆ ਉਹਨਾਂ ਨੂੰ, ਉਹਦੀ ਆਰਾਧਨਾ ਨਹੀਂ ਕਰਦੇ ਨੇ ਵਿਚਾਰੇ। ਆਰਾਧਨ ਨੀਕਾ ਹਰ ਹਰ ਨਾਮ ਆਰਾਧਨਾ। ਹਾਂ, ਆਰਾਧਨਾ ਨਾਮ ਦਾ ਹੁੰਦਾ, ਜਿਹੜਾ ਨਾਮ ਜਪਣਾ ਉਹ ਆਏ ਗੁਰਬਾਣੀ ਵਾਲਾ। ਜਪਣਾ ਗਿਆਨ ਦਾ ਹੁੰਦਾ ਅਸਲ 'ਚ। ਐਸਾ ਗਿਆਨ ਜਪੋ ਮਨ ਮੇਰੇ, ਜਪਣਾ ਗਿਆਨ ਦਾ ਹੀ ਹੁੰਦਾ। ਹਾਂਜੀ, ਫਰਾ ਕੇ ਫਰੰਗੀ ਮਾਨੈ, ਕੰਧਾਰੀ ਕੁਰੇਸੀ ਜਾਨੈ। ਫਰਾ ਕੇ ਫਰੰਗੀ ਮੰਨ, ਫਰਾ ਦੇ ਫਰੰਗੀ ਵੀ ਮੰਨਦੇ ਨੇ, ਅੰਗਰੇਜ਼ ਨੇ ਜਿਹੜੇ, ਉਹ ਤੈਨੂੰ ਮੰਨਦੇ ਨੇ। ਕੰਧਾਰੀ ਕੁਰੇਸੀ ਜਾਨੈ। ਕੁਰੈਸ਼ੀ ਨੇ, ਕੰਧਾਰ ਦੇ ਰਹਿਣ ਵਾਲੇ ਨੇ, ਕੁਰੈਸ਼ੀ ਕੋ ਜਾਤ ਹੈ ਨਾ ਮੁਸਲਮਾਨਾਂ 'ਚ, ਸਾਰੇ ਉਹ ਮੰਨਦੇ ਨੇ ਸਾਰੇ ਤੈਨੂੰ ਵੀ ਹੈਗਾ ਪਰਮੇਸ਼ਰ। ਪੱਛਮ ਕੇ ਪੱਛਮੀ ਪਛਾਣੇ ਨੇ ਜ਼ੁਕਾਮ ਹੈ। ਪੱਛਮ ਦੇ ਰਹਿਣ ਵਾਲੇ ਪੱਛਮੀ ਨੇ, ਉਹ ਵੀ ਪਛਾਣਦੇ ਨੇ। ਪਛਾਣੇ ਨੇ ਜ਼ੁਕਾਮ ਹੈ। ਉਹ ਆਪਣਾ ਕੰਮ ਦੇ ਵਿੱਚ ਹੀ ਪਛਾਣਦੇ ਨੇ। ਜਿਹੜਾ ਕੰਮ ਕਰਦੇ ਨੇ ਉਹ ਕਹਿੰਦੇ ਇਮਾਨਦਾਰੀ ਨਾਲ ਕਰੋ, ਬਸ ਇਹੀ ਕੁਛ ਹੈ। ਕੰਮ ਠੀਕ ਕਰੋ, ਕਰੈਕਟਰ ਠੀਕ ਚਾਹੀਦਾ ਆਦਮੀ ਦਾ। ਪੱਛਮੀ ਪਛਾਣੇ ਨੇ ਜ਼ੁਕਾਮ ਹੈ। ਪੱਛਮ ਦੇ ਲੋਕ ਜਿਹੜਾ ਹੈ ਨਾ, ਕਰਮ ਸਾਡਾ ਠੀਕ ਚਾਹੀਦਾ। ਪ੍ਰੈਕਟੀਕਲ ਲੋਕਾਂ ਨਾਲ ਠੀਕ ਵਰਤੋ, ਇਹਦੇ ਵਿੱਚ ਸਭ ਕੁਛ ਹੈ। ਇਹ ਪੱਛਮ ਦੇ ਕੌਣ ਨੇ? ਆਪਣੇ ਅੰਗਰੇਜ਼ ਨੇ ਜਿਹੜੇ।
ਇਹ ਕਹਿੰਦੇ ਪ੍ਰੈਕਟੀਕਲੀ ਲੋਕਾਂ ਨਾਲ ਤੁਸੀਂ ਚੰਗਾ ਵਰਤੋ, ਇਹੀ ਪਰਮੇਸ਼ਰ ਦੀ ਸੇਵਾ ਹੈ। ਲੋਕਾਂ ਦਾ ਭਲਾ ਕਰਨਾ, ਲੋਕਾਂ ਦਾ ਭਲਾ ਸੋਚਣਾ, ਨਿਜ ਕਾਮ ਵਿੱਚੋਂ ਵਿੱਚ ਇਹ ਚ ਬਸ ਉਹ ਇਸੇ ਪ੍ਰੈਕਟੀਕਲ ਨੇ, ਉਹ ਪ੍ਰੈਕਟੀਕਲ ਨੂੰ ਮੰਨਦੇ ਨੇ। ਬਾਕੀ ਉਹ ਕਹਿੰਦੇ ਨੇ ਬਾਕੀ ਠੀਕ ਹੈ, ਸੇਵਾ ਕਰੋ ਸਾਰਿਆਂ ਦੀ, ਪ੍ਰੇਮ ਕਰੋ, ਜਿਹਨ ਪ੍ਰੇਮ ਕੀਓ ਤੇ ਨਹੀਂ ਪ੍ਰੇਮ ਪਾਇਓ, ਉਹ ਇਹਦੇ ਵਿੱਚ